ਬੇਅਦਬੀ ਮਾਮਲਿਆਂ ਨੂੰ ਲੈ ਕੇ ਉਹ ਪੰਥਕ ਇਕੱਠ ਕੀਤਾ ਗਿਆ ਸੀ। ਉਹਦੇ ਵਿੱਚ ਖੱਟੜਾ ਨੇ ਬਹੁਤ ਸਾਰੀਆਂ ਬਿਆਨਬਾਜ਼ੀਆਂ ਵੀ ਦਿੱਤੀਆਂ ਨੇ। 328 ਪਾਵਨ ਸਰੂਪ ਉਹ ਸ਼੍ਰੋਮਣੀ ਕਮੇਟੀ ਗਾਇਬ ਕਰਦੀ ਆ। ਤਖਤਾਂ ਦੇ ਜਿਹੜੇ ਜਥੇਦਾਰ ਸੀ ਜਿਹੜੇ ਬਾਦਲਾਂ ਵੱਲੋਂ ਉਹ ਬਿਨਾਂ ਮੰਗਿਆ ਸਿਰਸੇ ਵਾਲੇ ਸਾਧ ਨੂੰ ਜਿਹੜੇ ਮਾਫੀ ਆ ਉਹ ਦਿੰਦੇ ਆ। ਹੁਣ ਜਿਹੜਾ ਆ ਮਸਲਾ ਨਵਾਂ ਖੜਾ ਹੋਇਆ ਹੈ, ਉੱਥੇ ਵੀ ਐਸਜੀਪੀਸੀ ਇੱਕ ਪਾਸੇ ਹੈ ਤੇ ਬਾਕੀ ਬਹੁਤ ਸਾਰੀਆਂ ਧਿਰਾਂ ਇੱਕ ਪਾਸੇ। ਬਾਦਲ ਦਲੀਆਂ ਨੂੰ ਇਹਨਾਂ ਨਰੈਣ ਮਹੰਤ ਦੇ ਜਿਹੜੇ ਵਾਰਸਾਂ ਨੂੰ ਜਿਹੜਾ ਗੁਰੂ ਘਰਾਂ ਦੇ ਵਿੱਚੋਂ ਉਹ ਕੱਢਿਆ ਜਾਵੇ। ਅੱਜ ਭਾਈ ਬਲਦੇਵ ਸਿੰਘ ਵਡਾਲਾ ਨੇ ਇੱਥੇ ਜਿਹੜਾ ਪੰਥ ਦਾ ਇਕੱਠ ਸੀ ਉਹ ਸੱਦਿਆ ਆ। ਕਿਹੜੇ ਮਤੇ ਜਿਹੜੇ ਨੇ ਅੱਜ ਪਾਸ ਕੀਤੇ ਗਏ ਨੇ ਜਿਨ੍ਹਾਂ ਦੇ ਉੱਪਰ ਬੋਲਿਆ ਗਿਆ ਆ। ਜੂਨ 1984 ਦੇ ਘੱਲੂ ਘਾਰੇ ਦੀ ਨਿਸ਼ਾਨੀ ਆ। ਤਕਰੀਬਨ 800 ਸਿੰਘਾਂ ਦਾ ਉੱਥੇ ਜਿਹੜਾ ਕਤਲੇਆਮ ਆ ਉਹ ਹੋਇਆ ਆ ਤੇ ਉਹਨੂੰ ਬਚਾਉਣ ਦੇ ਵਾਸਤੇ ਵੀ ਜਿਹੜਾ ਮਤਾ ਆ ਉਹ ਪਾਸ ਕੀਤਾ ਗਿਆ ਆ। ਕੀ ਲੱਗਦਾ ਹੈ ਇਹ ਜਿਹੜਾ 10 ਕਰੋੜ ਰੁਪਇਆ ਦਿੱਤਾ ਗਿਆ ਫਿਰ ਕੇਸ ਦਰਜ ਹੋਇਆ ਔਰ ਜੇ ਅੱਜ ਉਹ ਕੇਸ ਖੜਾ ਆ ਫਿਰ ਵੀ ਤੇ 10 ਕਰੋੜ ਰੁਪਈਆ ਸੰਗਤ ਦਾ ਗਿਆ ਵਾ, ਕੋਈ ਬਾਦਲ ਸਰਕਾਰ ਦਾ ਜਾਂ ਬਾਦਲ ਪਰਿਵਾਰ ਦਾ ਨਹੀਂ ਗਿਆ। ਤਾਂ ਪਰਿਕਰਮਾ ਦੇ ਵਿੱਚ ਅਜੇ ਵੀ ਉਹਦਾ ਜਿਹੜਾ ਮਾਡਲ ਆ ਉਹ ਲੱਗਿਆ ਹੋਇਆ ਆ ਤੇ ਉੱਥੇ ਜਿਹੜਾ ਕੀ ਕਹਿ ਲਈਏ ਕਿ ਦਾਨ ਦੇ ਲਈ ਇੱਕ ਪੇਟੀ ਵੀ ਜ਼ਰੂਰ। ਮੇਰੇ ਮਾਰ ਸੇਵਾ ਵਾਲੇ ਬਾਬੇ ਜਗ੍ਹਾ ਜਗ੍ਹਾ ਤੇ ਟੋਕਰੀਆਂ ਇਹਨਾਂ ਨੇ ਰੱਖੀਆਂ ਤੇ ਸੋ ਦੁਕਾਨਦਾਰੀਆਂ ਹੀ ਨੇ ਵੀ ਇੱਥੇ ਵੱਖਰੇ ਪੈਸੇ ਜਮ੍ਹਾਂ ਕਰਾਓ ਉੱਥੇ ਵੱਖਰੇ ਕਰਾਓ। ਮਤਲਬ ਸਾਰਾ ਜਾਣਾ ਤੇ ਬਾਦਲ ਦੇ ਘਰ ਦੇ ਵਿੱਚ ਹੀ ਆ। ਜਿਹੜੀ ਆਪਣੇ ਰੋਮ ਨਹੀਂ ਸਾਂਭ ਸਕੀ ਉਸ ਬੀਬੀ ਤੋਂ ਅਸੀਂ ਇਮਾਰਤਾਂ ਜਿਹੜੀਆਂ ਗੁਰੂ ਘਰ ਦੀਆਂ ਪੁਰਾਤਨ ਇਮਾਰਤਾਂ ਉਹਦੀ ਸਾਂਭ ਸੰਭਾਲ ਦਾ ਕਿਵੇਂ ਆਪਾਂ ਸੋਚ ਸਕਦੇ ਹਾਂ ਵੀ ਸਾਂਭ ਲੇਗੀ। ਤੁਹਾਡੇ ਤੇ ਕਿਹੜੀ ਐਫਆਈਆਰ ਦਰਜ ਹੋਈ ਹੈ ਤੇ ਜਿਹੜਾ ਸੂਰੀ ਹੈ ਉਹਦੇ ਤੇ ਕੀ ਹੈ? ਜਦ ਕਿ ਵੀਡੀਓ ਜਿਹੜੀ ਆ ਉਹ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ ਪਹਿਲੋਂ ਪਾਈ ਜਾਂਦੀ ਆ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਮੇਰੇ ਤੇ ਪਰਚਾ ਵੀ ਪਹਿਲੋਂ ਹੋ ਜਾਂਦਾ ਹੈ ਤੇ ਮੈਨੂੰ ਫੜਿਆ ਵੀ ਪਹਿਲੋਂ, ਗ੍ਰਿਫਤਾਰ ਪਹਿਲੋਂ ਕਰ ਲਿਆ ਜਾਂਦਾ ਹੈ। 4 ਅਗਸਤ ਨੂੰ ਦੁਬਾਰਾ ਫੇਰ ਜਾਣਗੇ ਉੱਥੇ ਰੁਕਵਾਉਣਗੇ। ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਗਿਆ ਉਹਨਾਂ ਦੇ ਵੱਲੋਂ। ਕਿੰਨੀਆਂ ਕਿ ਜਥੇਬੰਦੀਆਂ ਉਹਨਾਂ ਦੇ ਨਾਲ? ਉਹ ਇਨਸਾਨ ਜਿਹੜਾ ਇਹ ਕਹਿੰਦਾ ਕਿ ਬਾਦਲ ਕਾਬਜ ਨੇ, ਬਾਦਲ ਖਾ ਰਹੇ ਨੇ, ਬਾਦਲ ਮਾੜੇ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਸਟਮ ਗੰਦਲਾ ਵਾ, ਉਹ ਨਿਜ਼ਾਮ ਬਦਲਣ ਦੀ ਲੋੜ ਆ, ਉਹ ਕਹਿੰਦੇ ਨੇ ਜਿਹੜੇ ਉਹਨੂੰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਸੀ। ਤੁਹਾਨੂੰ ਨਹੀਂ ਲੱਗਦਾ ਲక్ష్మణ ਸਿੰਘ ਧਾਰੋਵਾਲ ਹੁਣਾਂ ਦੇ ਵਾਂਗੂ ਜਿੱਦਾਂ ਜਿੰਨੇ ਕਿ ਸਿੰਘਾਂ ਨੇ ਅਰਦਾਸ ਕੀਤੀ ਸੀ ਉਹਨਿਆਂ ਕਨੇ ਜਾ ਕੇ ਸਿਰ ਦੇ ਦਿੱਤਾ ਸੀਗਾ, ਇਹੋ ਜਿਹੇ ਹਾਲਾਤ ਤਾਂ ਨਹੀਂ ਪੈਦਾ ਹੋਣ? ਸਿਰ ਤਾਂ ਇੱਕ ਹੀ ਬਹੁਤ ਹੁੰਦਾ, ਕੁਰਬਾਨੀ ਦੇਣ ਵਾਲਾ ਸਿਰ ਹੋਵੇ ਸਹੀ, ਉਹ ਇੱਕ ਹੀ ਬਹੁਤ ਆ। ਪਰ ਦੂਜੀ ਗੱਲ ਇਹ ਵੀ ਹੈਗੀ ਆ ਨਾ ਕਿ ਸਿਰਫ ਆਪਾਂ ਇੱਕ ਸਿਰ ਦੇ ਉੱਤੇ ਜ਼ਿੰਮੇਵਾਰੀ ਪਾ ਦਈਏ, ਮੈਨੂੰ ਲੱਗਦਾ ਉਹ ਵੀ ਬੜੀ ਮਾੜੀ ਗੱਲ ਆ। ਐਸਜੀਪੀਸੀ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਦੇ ਦਰਵਾਜ਼ੇ ਨੂੰ ਜਿੰਦਰਾ ਮਾਰਤਾ ਸੀਗਾ, ਤੁਸੀਂ ਉਹਨਾਂ ਨੂੰ ਆਉਣ ਜਾਣ ਨਹੀਂ ਦੇ ਰਹੇ। ਨਾ ਸਾਨੂੰ ਜਗੀਰਪੁਰ ਦਾ ਡਰ ਹੈ, ਨਾ ਸਾਨੂੰ ਇੱਕ ਜਿਹੜਾ ਖੌਫਤੀ ਜਹੇਦਾਰ ਬਾਦਲਾਂ ਦਾ ਬਣਾਇਆ ਹਰਪ੍ਰੀਤ, ਨਾ ਸਾਨੂੰ ਇਹਨਾਂ ਤੋਂ ਡਰ ਲੱਗਦਾ ਹੈ। ਤੁਸੀਂ ਕਹਿ ਰਹੇ ਹੋ ਹੜੱਪ ਕੇ ਪਾ ਰਹੇ ਨੇ, ਉਹ ਤਾਂ ਜੋੜਾ ਘਰ ਬਣਾ ਕੇ ਦੇ ਰਹੇ ਨੇ। ਪ੍ਰਾਪਤੀ ਬਿਲਡਿੰਗਾਂ ਢਾਹ ਕੇ ਜੋੜਾ ਘਰ ਨਹੀਂ ਬਣਾਏ ਜਾਂਦੇ, ਹੋਰ ਬੜੀ ਥਾਂ ਹੈਗੀ ਹੈ। ਪਹਿਲੇ ਨਾ 350 ਕਿੱਲਾ ਅੱਜ ਦੱਸਿਆ ਵਕੀਲ ਸਾਹਿਬ ਨੇ, 350 ਕਿੱਲਾ ਹੜੱਪ ਗਏ ਨੇ ਇੱਥੇ ਆਸੇ ਪਾਸੇ ਹੀ, ਤੇ ਉਹ ਖਾ ਗਏ ਨੇ ਤੇ ਇਹ ਵੀ ਖਾ ਜਾਣਗੇ। ਰੁੱਖ ਕੋਈ ਬਾਹਲੇ ਮਹਿੰਗੇ ਤਾਂ ਨਹੀਂ, ਕਦੀ ਕਿਸੇ ਨੇ ਤਹਈਆ ਕਰਨ ਐਸਜੀਪੀਸੀ ਨੂੰ ਕਿਹਾ ਹੋਵੇ ਜਾਂ ਐਸਜੀਪੀਸੀ ਵੱਲੋਂ ਜਾਂ ਕਿਸੇ ਪੰਥਕ ਦਲ ਦੇ ਵੱਲੋਂ ਕਦੀ ਰੁੱਖ ਲਾਉਣ ਦੀ ਕੋਸ਼ਿਸ਼ ਕੀਤੀ? ਤਾਂ ਦਰਬਾਰ ਸਾਹਿਬ ਨੂੰ ਆਉਣ ਵਾਲੀਆਂ ਜਿੰਨੀਆਂ ਸੜਕਾਂ ਆ ਉਹ ਸੋਨੇ ਦੀਆਂ ਵੀ ਬਣ ਸਕਦੀਆਂ ਆ, ਪਰ ਸ਼੍ਰੋਮਣੀ ਕਮੇਟੀ ਉਹ ਬਾਦਲਾਂ ਦੀ ਭਗਤੀ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋ ਚੁੱਕੀ ਆ। ਥੋੜੇ ਦਿਨ ਪਹਿਲਾਂ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪਰਿਕਰਮਾ ਦੇ ਵਿੱਚ ਆ ਕੇ ਪੂਰਾ ਜਿਹੜਾ ਹੁੜਦੰਗ ਆ ਉਹ ਮਚਾਇਆ। ਜਦੋਂ ਬੰਦਾ ਘਰ ਤੋਂ ਚਲੇ ਜਾਂਦਾ ਹੈ ਫਿਰ ਬੜਾ ਅੱਗੇ ਪਿੱਛੇ ਤੁਸੀਂ ਰਹੇ ਵੀ ਹੋ, ਮਗਰ ਬੜੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ। ਤੁਹਾਡੇ ਨਾਲ ਵੀ ਕੋਈ ਪੰਥਕ ਜਥੇਬੰਦੀ ਐਸਜੀਪੀਸੀ ਖੜੇ ਹੋਏ ਨੇ ਹੁਣ ਤੱਕ? ਤੱਕ ਤੇ ਕੋਈ ਨਹੀਂ ਜੀ, ਅਜੇ ਤੱਕ ਤਾਂ ਦਲ ਖਾਲਸਾ ਵਾਲੇ ਮੇਰੇ ਨਾਲ ਨੇ, ਵਕੀਲ ਸਾਹਿਬ ਮੇਰੇ ਨਾਲ। ਹੁਣ ਜਿਹੜਾ 4 ਅਗਸਤ ਵਾਲਾ ਪ੍ਰੋਗਰਾਮ ਹੈਗਾ ਆ ਉਹਦਾ ਤੁਸੀਂ ਕਿੱਦਾਂ ਦੇਖਦੇ ਹੋ ਕਿ ਐਸਜੀਪੀਸੀ ਨੂੰ ਮੰਨ ਜਾਣਾ ਚਾਹੀਦਾ ਹੈ ਕਿ ਜਾਂ ਭਾਈ ਬਲਦੇਵ ਸਿੰਘ ਵਡਾਲਾ ਜਾਣ? ਉਹ ਪੁਰਾਣੀਆਂ ਵਿਰਾਸਤਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰਨ, ਕਿਉਂਕਿ ਆਉਣ ਵਾਲੀ ਜਿਹੜੀ ਨਸਲ ਆ ਉਹ ਵੇਖ ਸਕਣ। ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਦੁਆਰਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੰਥਕ ਇਕੱਠ ਸੱਦਿਆ ਗਿਆ ਤੇ ਸੱਦਣ ਦਾ ਕਾਰਨ ਸੀ ਵਿਰਾਸਤੀ ਇਮਾਰਤਾਂ ਨੂੰ ਬਚਾਉਣਾ। ਇਸ ਤੋਂ ਪਹਿਲਾਂ ਵੀ 328 ਸਰੂਪਾਂ ਨੂੰ ਲੈ ਕੇ ਉਹਨਾਂ ਵੱਲੋਂ ਇੱਥੇ ਪੰਥਕ ਹੋਕਾ ਜਿਹੜਾ ਸੀਗਾ ਵਿਰਾਸਤੀ ਮਾਰਗ ਦੇ ਉੱਪਰ ਇੱਕ ਥੜ ਦੇ ਉੱਪਰ ਕਾਫੀ ਦੇਰ ਤੋਂ ਜਿਹੜਾ ਮੋਰਚਾ ਲਗਾਇਆ ਹੋਇਆ ਸੀਗਾ। ਉਸ ਮੋਰਚੇ ਨੂੰ ਲੈ ਕੇ ਅੱਜ ਜਿਹੜਾ ਹੈਗਾ ਆ ਮੋਰਚਾ ਇੱਥੋਂ ਤੱਕ ਪਹੁੰਚ ਚੁੱਕਿਆ ਹੈ ਕਿ ਅੱਜ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਦੇ ਲਈ ਵੀ ਜਿਹੜਾ ਹੋਕਾ ਦੇਣਾ ਪਿਆ ਤੇ ਵੱਡੀਆਂ ਜਿਹੜੀਆਂ ਸ਼ਖਸੀਅਤਾਂ ਨੇ ਪੰਥਕ ਉਹ ਇੱਥੇ ਪਹੁੰਚੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਤੇ ਭਾਈ ਰਣਜੀਤ ਸਿੰਘ ਜੀ ਖਾਲਸਾ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਭਾਈ ਸਾਹਿਬ ਜੀ ਅੱਜ ਇਕੱਠ ਹੋਇਆ ਆ, ਕਾਰਨ ਅਸੀਂ ਦੱਸ ਵੀ ਚੁੱਕੇ ਹਾਂ, ਫਿਰ ਵੀ ਅਸੀਂ ਤੁਹਾਡੇ ਤੋਂ ਸੁਣਨਾ ਜ਼ਰੂਰ ਚਾਹਾਂਗੇ ਕਿ ਅੱਜ ਸੰਗਤਾਂ ਨੂੰ ਕੀ ਲੱਗਿਆ, ਸਿੱਖਾਂ ਨੂੰ ਕੀ ਲੱਗਿਆ ਕਿ ਸਾਨੂੰ ਫਿਰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਇਹਨਾਂ ਮਸਲਿਆਂ ਦੇ ਉੱਪਰ। 328 ਸਰੂਪਾਂ ਵਾਲਾ ਮਸਲਾ ਬਹੁਤ ਲਮਕਦਾ ਰਿਹਾ, ਹੁਣ ਜਿਹੜਾ ਆ ਮਸਲਾ ਨਵਾਂ ਖੜਾ ਹੋਇਆ ਹੈ ਉੱਥੇ ਵੀ ਐਸਜੀਪੀਸੀ ਇੱਕ ਪਾਸੇ ਹੈ ਤੇ ਬਾਕੀ ਬਹੁਤ ਸਾਰੀਆਂ ਧਿਰਾਂ ਇੱਕ ਪਾਸੇ। ਦੇਖੋ, ਮੈਂ ਸਮਝਦਾ ਆ ਕਿ ਹੁਣ ਸ਼੍ਰੋਮਣੀ ਕਮੇਟੀ ਤੇ ਬਾਦਲ ਦਲੀਆਂ ਦੀ ਜਿਹੜੀ ਅੱਤ ਦਾ ਜਿਹੜਾ ਅੰਤ ਆ
ਉਹ ਆ ਚੁੱਕਾ ਹੋਇਆ ਆ, ਕਿਉਂਕਿ ਪਹਿਲਾਂ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਰੁਮਾਲਿਆਂ ਦੇ ਘਪਲੇ ਕਰਦੇ ਰਹੇ, ਸਰੋਪਿਆਂ ਦੇ, ਚੰਦੋਇਆਂ ਦੇ ਘਪਲੇ, ਕੜਾਹ ਪ੍ਰਸ਼ਾਦ ਦੀਆਂ ਜਿਹੜੀਆਂ ਪਰਚੀਆਂ ਦੇ ਜਿਹੜੇ ਘਪਲੇ ਆ ਉਹ ਹੋਰ ਹੁੰਦੇ ਰਹੇ, ਜਿਹੜੀ ਗੁਰੂ ਦੀਆਂ ਗੋਲਕਾਂ ਦੀ ਜਿਹੜੀ ਦੁਰਵਰਤੋਂ ਆ ਉਹ ਕਰਦੇ ਰਹੇ। ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਨੇ ਗਾਇਬ ਕੀਤੇ ਆ, ਤੇ ਫੌਜ ਵੱਲੋਂ ਜਿਹੜੇ ਪੁਰਾਤਨ ਗ੍ਰੰਥ ਅਤੇ ਹੱਥ ਲਿਖਤ ਹੁਕਮਨਾਮੇ ਇਹਨਾਂ ਨੂੰ 3 ਵਾਰੀ ਕਰਕੇ ਵਾਪਸ ਮੋੜੇ, ਉਹ ਇਹਨਾਂ ਨੇ ਪਤਾ ਨਹੀਂ ਕਿਸ ਤਰੀਕੇ ਨਾਲ ਖੁਰਦ-ਬੁਰਦ ਕਰ ਦਿੱਤੇ ਜਾਂ ਵਿਦੇਸ਼ਾਂ ਦੇ ਅਜਾਇਬ ਘਰਾਂ ਦੇ ਵਿੱਚ ਵੇਚ ਦਿੱਤੇ ਆ। ਤੇ ਹੁਣ ਵੀ ਜਿਹੜੀ ਗੁਰੂ ਰਾਮਦਾਸ ਰਾਂ ਜਿਹੜੀ ਜੂਨ 1984 ਦੇ ਘੱਲੂ ਘਾਰੇ ਦੀ ਨਿਸ਼ਾਨੀ ਆ, ਉਹਨੂੰ ਇਹ ਢਾਉਣ ਦਾ ਯਤਨ ਕਰ ਰਹੇ ਆ। ਜੋ ਇਤਿਹਾਸਕ ਬੁੰਗਾ ਨਿਕਲਿਆ ਆ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਦਮਦਮੀ ਟਕਸਾਲ ਦੇ 6ਵੇਂ ਮੁਖੀ ਗਿਆਨੀ ਸੰਤ ਸਿੰਘ ਜੀ ਦੇ ਨਾਲ ਸੰਬੰਧਿਤ, ਉਹਨਾਂ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਨੇ ਨੇਸਤੋਂ ਨਾਬੂਦ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ। ਸਿੱਖ ਸੰਗਤਾਂ ਦੇ ਵਿੱਚ ਜਿਹੜਾ ਬੜਾ ਭਾਰੀ ਰੋਹ ਆ ਤੇ ਜਿਹੜਾ ਰੋਸ ਆ ਉਹ ਫੈਲਿਆ ਹੋਇਆ ਆ। ਹੁਣ ਸਿੱਖ ਸੰਗਤਾਂ ਜਗ੍ਹਾ ਜਗ੍ਹਾ ਤੇ ਇਕੱਤਰ ਹੋ ਰਹੀਆਂ ਤੇ ਇਹਨਾਂ ਦੇ ਖਿਲਾਫ ਇੱਕ ਠੋਸ ਫੈਸਲਾ ਲੈਣਾ ਚਾਹੁੰਦੀਆਂ ਆ ਕਿ ਇਹਨਾਂ ਬਾਦਲ ਦਲੀਆਂ ਨੂੰ, ਇਹਨਾਂ ਨਰੈਣੂ ਮਹੰਤ ਦੇ ਜਿਹੜੇ ਵਾਰਸਾਂ ਨੂੰ ਜਿਹੜਾ ਗੁਰੂ ਘਰਾਂ ਦੇ ਵਿੱਚੋਂ ਉਹ ਕੱਢਿਆ ਜਾਵੇ। ਅੱਜ ਭਾਈ ਬਲਦੇਵ ਸਿੰਘ ਵਡਾਲਾ ਨੇ ਇੱਥੇ ਜਿਹੜਾ ਪੰਥ ਦਾ ਇਕੱਠ ਸੀ ਉਹ ਸੱਦਿਆ ਆ। ਭਾਰੀ ਜਿਹੜਾ ਇੱਥੇ ਇਕੱਠ ਆ ਹੋਇਆ ਆ, ਜਿਹੜੇ ਵੱਡੇ ਜਿਹੜੇ ਫੈਸਲੇ ਆ ਉਹ ਲਏ ਗਏ ਆ। ਸੋ ਲੋੜ ਆ ਕਿ ਅਸੀਂ ਭਾਈ ਬਲਦੇਵ ਸਿੰਘ ਵਡਾਲਾ ਜੀ ਵਰਗੇ ਗੁਰਮੁਖਾਂ ਦਾ ਸਾਥ ਦੇ ਕੇ ਤੇ ਇਹ ਬਾਦਲ ਕੋੜਮੇ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜਿਹੜਾ ਬਾਹਰ ਕੱਢੀਏ। ਕਿਹੜੇ ਮਤੇ ਜਿਹੜੇ ਨੇ ਅੱਜ ਪਾਸ ਕੀਤੇ ਗਏ ਨੇ ਜਿਨ੍ਹਾਂ ਦੇ ਉੱਪਰ ਬੋਲਿਆ ਗਿਆ ਆ, ਜਿਹੜਾ 4 ਅਗਸਤ ਨੂੰ ਉੱਥੇ ਜਾਣ ਦੀ ਗੱਲ ਵੀ? ਦੇਖੋ, ਖਾਸ ਕਰਕੇ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਕਿ ਜਿਹੜੀ ਗੁਰੂ ਰਾਮਦਾਸ ਸਰਾਂ ਆ, ਜੂਨ 1984 ਦੇ ਘੱਲੂ ਘਾਰੇ ਦੀ ਨਿਸ਼ਾਨੀ ਆ, ਤਕਰੀਬਨ 800 ਸਿੰਘਾਂ ਦਾ ਉੱਥੇ ਜਿਹੜਾ ਕਤਲੇਆਮ ਆ ਉਹ ਹੋਇਆ ਆ, ਤੇ ਉਹਨੂੰ ਬਚਾਉਣ ਦੇ ਵਾਸਤੇ ਵੀ ਜਿਹੜਾ ਮਤਾ ਆ ਉਹ ਪਾਸ ਕੀਤਾ ਗਿਆ ਆ। ਤੇ ਇਸੇ ਤਰ੍ਹਾਂ ਜਿਹੜਾ ਇਤਿਹਾਸਕ ਬੁੰਗਾ ਆ ਉਹਨੂੰ ਬਚਾਉਣ ਦੇ ਵਾਸਤੇ ਵੀ ਜਿਹੜਾ ਮਤਾ ਆ ਉਹ ਪਾਸ ਹੋਇਆ। ਤੇ ਕਾਰ ਸੇਵਾ ਦੇ ਨਾਂ ਤੇ ਜਿਹੜੀ ਮਾਰ ਸੇਵਾ ਕੀਤੀ ਜਾ ਰਹੀ ਹੈ, ਜਿਹੜੀ ਵਿਰਾਸਤ ਦਾ ਜਿਹੜਾ ਉਜਾੜਾ ਕੀਤਾ ਜਾ ਰਿਹਾ ਆ, ਉਹਨੂੰ ਰੋਕਣ ਦੇ ਵਾਸਤੇ ਵੀ ਜਿਹੜੇ ਯਤਨ ਆ ਉਹ ਹੁਣ ਕੀਤੇ ਜਾਣਗੇ। ਮਤੇ ਜਿਹੜੇ ਪਾਸ ਆ ਉਹ ਇੱਥੇ ਹੋਏ ਆ, ਕਿਉਂਕਿ ਕਾਰ ਸੇਵਾ ਦੀ ਆੜ ਹੇਠ ਸਾਡਾ ਜਿਹੜਾ ਸਿੱਖ ਇਤਿਹਾਸ ਆ, ਸਿੱਖ ਵਿਰਾਸਤਾਂ ਆ, ਉਹਦੀ ਜਿਹੜੀ ਤਬਾਹੀ ਉਹ ਕੀਤੀ ਗਈ। ਜਿਵੇਂ ਚਮਕੌਰ ਦੀ ਗੜੀ ਹੋਵੇ, ਠੰਡਾ ਬੁਰਜ ਹੋਵੇ, ਲੋਹਗੜ੍ਹ ਦਾ ਕਿਲਾ ਹੋਵੇ, ਬੇਬੇ ਨਾਨਕੀ ਦਾ ਘਰ ਹੋਵੇ, ਜੂਨ 1984 ਦੇ ਘੱਲੂ ਘਾਰੇ ਦੀਆਂ ਜਿਹੜੀਆਂ ਨਿਸ਼ਾਨੀਆਂ ਹੋਣ, ਅਤੇ ਇਸ ਤੋਂ ਇਲਾਵਾ ਹੋਰ ਵੀ ਬੇਅੰਤ ਜਿਹੜੇ ਗੁਰਦੁਆਰੇ ਸਾਹਿਬ ਸੀ ਉਹ ਕਾਰ ਸੇਵਾ ਦੇ ਨਾਂ ਤੇ ਜਿਹੜੇ ਢਹਿ ਢੇਰੀ ਆ ਉਹ ਕਰ ਦਿੱਤੇ ਆ। ਤੇ ਇਹ ਜਿਹੜਾ ਬਾਦਸਤਰੂ ਅੱਜ ਵੀ ਇਹ ਜਿਹੜੇ ਕਾਰਜ ਆ ਉਹ ਜਾਰੀ ਆ। ਇਹਨੂੰ ਰੋਕਣ ਦੇ ਵਾਸਤੇ ਜਿਹੜਾ ਸੰਗਤਾਂ ਨੇ ਹੁਣ ਹੀਆ ਆ ਉਹ ਕੀਤਾ ਆ। ਇੱਕ ਬੜਾ ਵੱਡਾ ਸਵਾਲ ਹੈ, ਜਿਵੇਂ ਪੰਥਕ ਇਕੱਠ ਅੱਜ ਹੋਇਆ, ਕੁਝ ਦਿਨ ਪਹਿਲਾਂ ਵੀ ਪੰਥਕ ਇਕੱਠ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਵੱਲੋਂ ਸੱਦਿਆ ਜਾਂਦਾ ਹੈ। ਕੀ ਤੁਹਾਨੂੰ ਵੀ ਉਹਦੇ ਵਿੱਚ ਸੱਦਾ ਆਇਆ ਸੀਗਾ ਜਾਂ ਬਾਅਦ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਹੋਈ ਹੈ? ਕਿਉਂਕਿ ਬੇਅਦਬੀ ਮਾਮਲਿਆਂ ਨੂੰ ਲੈ ਕੇ ਉਹ ਪੰਥਕ ਇਕੱਠ ਕੀਤਾ ਗਿਆ ਸੀ, ਉਹਦੇ ਵਿੱਚ ਖੱਟੜਾ ਨੇ ਬਹੁਤ ਸਾਰੀਆਂ ਬਿਆਨਬਾਜ਼ੀਆਂ ਵੀ ਦਿੱਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਆ ਬੇਅਦਬੀਆਂ ਹੋਈਆਂ ਨੇ, ਕੌਣ ਜ਼ਿੰਮੇਵਾਰ ਸੀਗਾ, ਜਿਨ੍ਹਾਂ ਦੇ ਵਿੱਚ ਮੇਨ ਡੇਰਾ ਪ੍ਰੇਮੀ ਨੂੰ ਜਿਹੜਾ ਸੀਗਾ ਧੋਰਾ ਬਣਾ ਕੇ ਦੱਸਿਆ ਗਿਆ ਹੈ ਕਿ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਨਾਮ ਆਉਂਦਾ। ਦੇਖੋ, ਪੰਥਕ ਇਕੱਠ ਨਹੀਂ ਸੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ 26 ਜੁਲਾਈ ਨੂੰ ਸੱਦਿਆ ਸੀ। ਉੱਥੇ ਬਾਦਲ ਕੋੜਮਾ ਜਿਹੜਾ ਇਕੱਠਾ ਹੋਇਆ ਸੀ ਬਾਦਲਾਂ ਨੂੰ ਮਜ਼ਬੂਤ ਕਰਨ ਦੇ ਵਾਸਤੇ, ਉਹ ਇਹਨਾਂ ਨੇ ਜਿਹੜੀ ਆਪਣੀ ਮੀਟਿੰਗ ਆ ਉਹ ਕੀਤੀ ਆ। ਤੇ ਉਸ ਮੀਟਿੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਥਕ ਜਥੇਬੰਦੀਆਂ ਨੂੰ, ਸਤਿਕਾਰ ਕਮੇਟੀਆਂ ਨੂੰ ਅਤੇ ਸੰਗਤਾਂ ਨੂੰ ਨਿਸ਼ਾਨਾ ਬਣਾਇਆ ਆ, ਉਹ ਬਿਲਕੁਲ ਵੀ ਜਿਹੜਾ ਬਰਦਾਸ਼ਤ ਆ ਨਹੀਂ ਕੀਤਾ ਜਾ ਸਕਦਾ। ਜਿਵੇਂ ਜਿਹੜੀਆਂ ਸਿਆਸੀ ਪਾਰਟੀਆਂ ਆ ਉਹ ਬੇਅਦਬੀ ਦੇ ਨਾਂ ਤੇ ਉੱਤੇ ਸਿਆਸਤ ਕਰਦੀਆਂ ਆ, ਇਸੇ ਤਰ੍ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਬਾਦਲਾਂ ਵੱਲੋਂ ਥਾਪਿਆ ਹੋਇਆ ਜਥੇਦਾਰ ਆ, ਉਹ ਵੀ ਬੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਬੜੀ ਘਟੀਆ ਜਿਹੜੀ ਸਿਆਸਤ ਆ ਉਹ ਕਰ ਰਿਹਾ। ਬਾਦਲ ਕੋੜਮੇ ਨੂੰ ਉਹ ਬਚਾਉਣਾ ਚਾਹੁੰਦਾ ਆ। ਉੱਥੇ ਸ਼ਰੇਆਮ ਬੀਬੀ ਜਗੀਰ ਕੌਰ ਇਹ ਕਹਿੰਦੀ ਹੈ ਕਿ ਪੰਥਕ ਜਥੇਬੰਦੀਆਂ ਉਹ ਸ਼੍ਰੋਮਣੀ ਕਮੇਟੀ ਨੂੰ ਖਤਮ ਕਰਨਾ ਚਾਹੁੰਦੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਢਾਹ ਲਾਉਣਾ ਚਾਹੁੰਦੀਆਂ ਆ। 2-3 ਗੱਲਾਂ ਸੰਗਤ ਦੇ ਸਾਹਮਣੇ ਰੱਖਾਂਗਾ ਕਿ ਸ਼੍ਰੋਮਣੀ ਕਮੇਟੀ ਨੂੰ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਕਿਹੜੇ ਲੋਕ ਲਾ ਰਹੇ ਆ। 328 ਪਾਵਨ ਸਰੂਪ ਉਹ ਸ਼੍ਰੋਮਣੀ ਕਮੇਟੀ ਗਾਇਬ ਕਰਦੀ ਆ। ਤਖਤਾਂ ਦੇ ਜਿਹੜੇ ਜਥੇਦਾਰ ਸੀ ਜਿਹੜੇ ਬਾਦਲਾਂ ਵੱਲੋਂ, ਉਹ ਬਿਨਾਂ ਮੰਗਿਆਂ ਸਿਰਸੇ ਵਾਲੇ ਸਾਧ ਨੂੰ ਜਿਹੜੇ ਮਾਫੀ ਆ ਉਹ ਦਿੰਦੇ ਆ। ਤੇ ਇਸੇ ਤਰ੍ਹਾਂ ਹੁਕਮਨਾਮਾ ਜਿਹੜਾ ਉਹ ਜਾਰੀ ਕੀਤਾ ਜਾਂਦਾ ਕਿ ਉਹਨੂੰ ਮਾਫ ਕੀਤਾ ਗਿਆ, ਤੇ ਫਿਰ ਉਹਦੀ ਜਿਹੜੀ ਮਾਫੀ ਸਹੀ ਠਹਿਰਾਉਣ ਦੇ ਵਾਸਤੇ ਸ਼੍ਰੋਮਣੀ ਕਮੇਟੀ 95 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਆ ਉਹ ਗੁਰੂ ਦੀਆਂ ਗੋਲਕਾਂ ਦੇ ਵਿੱਚੋਂ ਦਿੰਦੀ ਏ। ਸਮੇਂ ਤੇ ਜਿਹੜੇ ਇਹ ਤਖਤਾਂ ਦੇ ਜਥੇਦਾਰ ਆ ਸਾਡੀ ਕੌਮ ਨੂੰ ਲੰਬੇ ਸਮੇਂ ਤੋਂ ਢਾਹ ਲਾਉਂਦੇ ਆ ਰਹੇ ਆ ਤੇ ਗੱਲ ਕਰਦੇ ਪਏ ਆ ਕਿ ਇਹ ਸਿਧਾਂਤਾਂ ਨੂੰ ਢਾਹ ਲਾ ਰਹੇ, ਜਦ ਕਿ ਪੰਥਕ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਆ। ਤੇ ਸਤਿਕਾਰ ਕਮੇਟੀਆਂ ਦੀ ਵੀ ਇੱਥੇ ਉਹਨਾਂ ਨੇ ਗੱਲ ਕੀਤੀ। ਸਤਿਕਾਰ ਕਮੇਟੀਆਂ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਸਤਿਕਾਰ ਆ ਉਹ ਬਹਾਲ ਕਰਵਾ ਰਹੀਆਂ। ਹੁਣ ਤਖਤ ਸਾਹਿਬ ਤੋਂ ਪਾਵਨ ਹੁਕਮਨਾਮਾ ਸਾਹਿਬ ਜਾਰੀ ਹੋਇਆ ਸੀ,
ਕਿ ਮੜੀਆਂ ਮਸਾਣਾ ਕਬਰਾਂ ਦੇ ਉੱਤੇ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਨਾ ਕੀਤੇ ਜਾਣ, ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਲਿਜਾਏ ਜਾਣ। ਪਰ ਸ਼੍ਰੋਮਣੀ ਕਮੇਟੀ ਦੀ ਗੁੰਡਾ ਫੋਰਸ ਨੇ ਜ਼ਮੀਨੀ ਪੱਧਰ ਤੇ ਉਸ ਕਾਰਜ ਵਿੱਚ ਕੀ ਕੀਤਾ, ਤਖਤਾਂ ਦੇ ਜਥੇਦਾਰਾਂ ਨੇ ਕੀ ਕੀਤਾ, ਜੇਕਰ ਉਹ ਸਰੂਪ ਨੂੰ ਅਮਲੀ ਜਾਮਾ ਪਹਿਨਾਇਆ ਤਾਂ ਉਹ ਦਮਦਮੀ ਟਕਸਾਲ ਦੇ ਸਿੰਘਾਂ ਨੇ, ਉਹ ਸਤਿਕਾਰ ਕਮੇਟੀ ਦੇ ਗੁਰਸਿੱਖਾਂ ਨੇ ਪਹਿਨਾਇਆ। ਉਹਨਾਂ ਨੇ ਜਗ੍ਹਾ ਜਗ੍ਹਾ ਤੇ ਜਿਹੜੇ ਅਖੰਡ ਪਾਠ ਸਾਹਿਬ ਹੁੰਦੇ ਸੀ, ਕਬਰਾਂ ਮੜੀਆਂ ਮਸਾਣਾ ਤੇ ਉਹ ਰੁਕਵਾਏ। ਜਿਹੜੇ ਪਖੰਡੀ ਜਿਹੜੇ ਜਗ੍ਹਾ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਬਰਾਬਰ ਮੂਰਤੀਆਂ ਲਾ ਕੇ ਜਾਂ ਆਪਣੀਆਂ ਗੱਦੀਆਂ ਲਾ ਕੇ ਉਹ ਬੇਹੁਰਮਤੀ ਕਰਦੇ ਸੀ, ਉਹ ਸਤਿਕਾਰ ਕਮੇਟੀ ਦੇ ਗੁਰਸਿੱਖਾਂ ਨੇ ਇਹ ਜਿਹੜਾ ਸਾਰਾ ਕੁਝ ਰੁਕਵਾਇਆ। ਪਰ ਉਲਟਾ ਹੁਣ ਸਤਿਕਾਰ ਕਮੇਟੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ। ਉੱਥੇ ਬੀਬੀ ਜਗੀਰ ਕੌਰ ਇਹ ਵੀ ਗੱਲ ਕਹਿੰਦੀ ਕਿ ਜਿਨ੍ਹਾਂ ਸੰਗਤਾਂ ਨੇ ਧਰਨਾ ਲਾਇਆ ਅਸਲ ਵਿੱਚ ਉਹ ਸੰਗਤਾਂ ਦੋਸ਼ੀ ਆ, ਉਹ ਪ੍ਰਚਾਰਕ ਦੋਸ਼ੀ ਆ। ਜਿਨ੍ਹਾਂ ਨੇ ਬੇਅਦਬੀ ਕੀਤੀ ਡੇਰਾ ਸਿਰਸਾ ਨੇ, ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਦੋਸ਼ੀ ਨਹੀਂ ਆ। ਜੇਕਰ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਦੋਸ਼ੀ ਹੁੰਦੇ ਤਾਂ ਜਦੋਂ ਬਾਦਲ ਸਰਕਾਰ ਸੀ, ਅਖੌਤੀ ਪੰਥਕ ਸਰਕਾਰ ਸੀ, ਤਾਂ ਉਦੋਂ ਹੀ ਫਿਰ ਡੇਰਾ ਪ੍ਰੇਮੀਆਂ ਨੂੰ ਜਿਹੜੀ ਨੱਥ ਸੀ ਉਹ ਪਾਈ ਜਾਂਦੀ। ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਹੁੰਦਾ ਆ 1 ਜੂਨ 2015 ਨੂੰ, ਪਰ ਬਾਦਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਤੇ ਉਸ ਤੋਂ ਬਾਅਦ ਜਿਹੜੇ ਗੁਰਸਿੱਖ ਉੱਥੇ ਮੋਰਚਾ ਲਾਉਂਦੇ ਆ, ਉੱਥੇ ਸ਼ਾਂਤਮਈ ਤਰੀਕੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ, ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਜਾਂਦੀਆਂ। ਹੁਣ ਗੋਲੀ ਚਲਾਉਣ ਵਾਲੇ ਇਹਨਾਂ ਦੀ ਨਜ਼ਰ ਦੇ ਵਿੱਚ ਦੋਸ਼ੀ ਨਹੀਂ ਆ, ਉਲਟਾ ਜਿਹਨਾਂ ਸੰਗਤਾਂ ਨੇ ਉਹ ਬੇਅਦਬੀ ਦੇ ਦੋਸ਼ੀ ਨੂੰ ਫੜਨ ਵਾਸਤੇ ਆਵਾਜ਼ ਬੁਲੰਦ ਕੀਤੀ, ਇਹ ਉਹਨਾਂ ਨੂੰ ਹੀ ਦੋਸ਼ੀ ਠਹਿਰਾਉਣ ਤੇ ਲੱਗੇ ਹੋਏ ਆ। ਜੇਕਰ ਬੇਅਦਬੀਆਂ ਦੇ ਸੰਬੰਧ ਵਿੱਚ ਗਿਆਨੀ ਹਰਪ੍ਰੀਤ ਸਿੰਘ ਸੱਚਮੁੱਚ ਹੀ ਗੰਭੀਰ ਹੁੰਦੇ ਤਾਂ ਜਿਨ੍ਹਾਂ ਬਾਦਲਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਤਾਂ ਉਹਨਾਂ ਦੇ ਖਿਲਾਫ ਜ਼ਰੂਰ ਫੈਸਲਾ ਲੈਂਦੇ, ਉਹਨਾਂ ਨੂੰ ਤਲਬ ਕਰਦੇ, ਇੱਥੋਂ ਤੱਕ ਕਿ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਦੇ। ਇਹ ਸ਼੍ਰੋਮਣੀ ਕਮੇਟੀ ਵਾਲੇ ਜਾਂ ਬਾਦਲ ਦਲੀਏ ਵੋਟਾਂ ਦੇ ਨਾਂ ਤੇ, ਵੋਟਾਂ ਦੇ ਕਰਕੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਸਾਰੀ ਜਿਹੜੀ ਸਮਰਥਨ ਆ ਉਹ ਲੈਂਦੇ ਰਹੇ। ਸੋ ਇਹਨਾਂ ਨੂੰ ਰੋਕਣਾ ਚਾਹੀਦਾ ਸੀ ਉਹ ਸਾਰਾ ਕੁਝ, ਕਿ ਇਹ ਸ਼ਰੇਆਮ ਇਹਨਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦਾ ਸਰੂਪ ਜਿਹੜਾ ਹੈਗਾ ਉਹ ਚੋਰੀ ਕੀਤਾ, ਪੋਸਟਰ ਲਾ ਕੇ ਕੌਮ ਨੂੰ ਵੰਗਾਰਿਆ। ਬਾਦਲ ਦਲੀਏ ਡੇਰਾ ਪ੍ਰੇਮੀਆਂ ਦੀ ਜਿਹੜੀ ਹਮਾਇਤ ਆ ਉਹ ਕਰਦੇ ਰਹੇ। ਤੇ ਮੈਂ ਵੀ ਸਮਝਦਾ ਜਿਹੜਾ ਉੱਥੇ DIG ਰਣਬੀਰ ਸਿੰਘ ਖੱਟਰਾਂ ਨੂੰ ਲਿਆਂਦਾ ਗਿਆ ਆ ਉਹ ਵੀ ਇੱਕ ਸਾਜ਼ਿਸ਼ ਤਹਿਤ ਲਿਆਂਦਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਜਿਹੜਾ ਬਰਾਬਰ ਇਹਨਾਂ ਨੇ DIG ਖੱਟਰਾਂ ਨੂੰ ਜਿਹੜਾ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਜਿਹੜਾ ਹੈਗਾ ਗੋਲੀ ਕਾਂਡ ਉਹਦੀ ਜਾਂਚ ਕਰ ਰਹੇ ਸੀਗੇ, ਇਹ ਬੇਅਦਬੀ ਕਾਂਡ ਦੀ। ਦੇਖੋ ਇੱਥੇ ਕਈ ਕਮਿਸ਼ਨ ਬਣ ਚੁੱਕੇ ਹੋਏ ਆ, ਇੱਥੇ ਰਣਜੀਤ ਸਿੰਘ ਕਮਿਸ਼ਨ ਵੀ ਬਣਿਆ, ਪਰ ਜਦੋਂ ਵੀ ਕੋਈ ਕਿਸੇ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਉਹ ਡੇਰਾ ਸਿਰਸਾ ਵੱਲ ਜਾਂਦੀ ਰਹੀ ਤਾਂ ਬਾਦਲ ਦਲੀਏ ਉਸੇ ਵੇਲੇ ਰਿਪੋਰਟ ਨੂੰ ਦੱਬ ਦਿੰਦੇ ਰਹੇ। ਜਦੋਂ ਬਰਗਾੜੀ ਮੋਰਚਾ ਲੱਗਾ ਤਕਰੀਬਨ 6 ਮਹੀਨੇ ਸੰਗਤਾਂ ਬਰਗਾੜੀ ਦੀਆਂ ਸੜਕਾਂ ਤੇ ਬੈਠੀਆਂ ਰਹੀਆਂ। ਬੜਾ ਵੱਡਾ ਜਿਹੜਾ ਪੰਥ ਨੇ ਜਦੋਂ ਦਬਾਅ ਪਾਇਆ ਉਦੋਂ ਜਿਹੜੇ ਇਹ ਬੇਅਦਬੀ ਦੇ ਜਿਹੜੇ ਦੋਸ਼ੀ ਸੀ ਉਹ ਬਾਹਰ ਆਏ ਆ। ਸੋ ਇੱਥੇ ਰਣਜੀਤ ਸਿੰਘ ਕਮਿਸ਼ਨ ਬਣਿਆ, ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਕਮਿਸ਼ਨ ਉਹ ਬਣਿਆ, ਜਿਹੜਾ ਕਾਟਜੂ ਕਮਿਸ਼ਨ ਆ ਉਹ ਵੀ ਪੰਥਕ ਜਥੇਬੰਦੀਆਂ ਦੇ ਵੱਲੋਂ ਜਿਹੜਾ ਬਣਾਇਆ ਗਿਆ ਸੀ। DIG ਰਣਬੀਰ ਸਿੰਘ ਖੱਟਰਾਂ ਨੇ ਵੀ ਦੋਸ਼ੀ ਲੱਭਣ ਦੇ ਉੱਤੇ ਜਿਹੜਾ 3 ਸਾਲ ਉਹ ਲਗਾ ਦਿੱਤੇ। ਜਦ ਕਿ ਕੋਈ ਸਿੱਖ ਨੌਜਵਾਨ ਜੇਕਰ ਫੇਸਬੁੱਕ ਦੇ ਉੱਤੇ ਖਾਲਿਸਤਾਨ ਲਿਖ ਦੇਵੇ ਜਾਂ ਕਿਤੇ ਹੋਰ ਕਿਤੇ ਖਾਲਿਸਤਾਨ ਦੇ ਪੋਸਟਰ ਹੀ ਲਾ ਦੇਵੇ, ਕੋਈ ਆਪਣੇ ਧਰਮ ਦੀ ਗੱਲ ਕਰ ਲਵੇ, ਤਾਂ ਇਹ ਉਸੇ ਵੇਲੇ ਸਿੱਖ ਨੌਜਵਾਨ ਦੇ ਉੱਤੇ UAPA ਲਗਾ ਕੇ ਉਹਨੂੰ ਲੰਬੀ ਕੈਦ ਜਿਹੜੀ ਆ ਉਹ ਸੁਣਾ ਦਿੰਦੇ ਆ। ਜੇਕਰ ਚੋਰੀ ਛਿਪੇ ਕੋਈ ਪੋਸਟਰ ਲਾ ਦੇਵੇ ਤਾਂ ਰਾਤੋਂ ਰਾਤ ਇਹ ਉਸ ਨੌਜਵਾਨ ਨੂੰ ਲੱਭ ਲਿਆਉਂਦੇ ਆ। ਇੱਥੋਂ ਤੱਕ ਕਿ ਭਾਈ ਜਗਤਾਰ ਸਿੰਘ ਤਾਰਾ ਵਰਗਿਆਂ ਨੂੰ ਇਹ ਥਾਈਲੈਂਡ ਤੋਂ ਵੀ ਗ੍ਰਿਫਤਾਰ ਕਰਕੇ ਲੈ ਆਉਂਦੇ ਆ। ਪਰ ਬੇਅਦਬੀ ਦੇ ਦੋਸ਼ੀ ਲੱਭਣ ਵਾਸਤੇ ਇਹਨਾਂ ਨੂੰ 3-4 ਸਾਲ ਦਾ ਜਿਹੜਾ ਸਮਾਂ ਆ ਉਹ ਲੱਗ ਗਿਆ। ਜੇਕਰ ਦੋਸ਼ੀ ਲੱਭੇ ਹੀ ਆ ਤੇ ਉਹਨਾਂ ਨੂੰ ਬਾਅਦ ਵਿੱਚ ਗਨਮੈਨ ਵੀ ਦਿੱਤੇ ਗਏ ਤੇ ਉਹਨਾਂ ਨੂੰ ਜਿਹੜਾ ਜ਼ਮਾਨਤਾਂ ਤੇ ਜਿਹੜਾ ਰਿਹਾ ਆ ਉਹ ਵੀ ਕਰ ਦਿੱਤਾ ਗਿਆ। ਅਸੀਂ ਸਮਝਦੇ ਹਾਂ ਕਿ ਇਹ ਗਿਆਨੀ ਹਰਪ੍ਰੀਤ ਸਿੰਘ, ਬੀਬੀ ਜਗੀਰ ਕੌਰ ਜਾਂ ਜਿਹੜੇ ਬਾਦਲ ਦਲੀਏ ਆ ਉਹ ਵੀ ਬੇਅਦਬੀ ਦੇ ਨਾਂ ਤੇ ਹੁਣ ਪੂਰੀ ਜਿਹੜੀ ਸਿਆਸਤ ਉਹ ਕਰ ਰਹੇ ਆ। ਪਹਿਲਾਂ ਕੈਪਟਨ ਨੇ ਜਿਹੜੀ ਸਿਆਸਤ ਆ ਉਹ ਕੀਤੀ, ਕੇਜਰੀਵਾਲ ਦੀ ਪਾਰਟੀ ਵੀ ਸਿਆਸਤ ਕਰਦੀ ਰਹੀ, ਤੇ ਹੁਣ ਬਾਦਲ ਦਲੀਏ ਉਹ ਗਿਆਨੀ ਹਰਪ੍ਰੀਤ ਸਿੰਘ ਰਾਹੀਂ ਤੇ ਗਿਆਨੀ ਹਰਪ੍ਰੀਤ ਸਿੰਘ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਇਹ ਜਿਹੜੀ ਸਿਆਸਤ ਆ ਉਹ ਕਰ ਰਿਹਾ ਆ। ਸੰਗਤਾਂ ਨੂੰ ਜਿਹੜਾ ਸੁਚੇਤ ਰਹਿਣਾ ਚਾਹੀਦਾ ਆ। ਭਾਈ ਭੁਪਿੰਦਰ ਸਿੰਘ ਜੀ 6 ਜੂਨ ਵੀ ਸਾਡੇ ਨਾਲ ਨੇ। ਭਾਈ ਭੁਪਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇਕੱਠ ਹੋਇਆ ਇਹਦੇ ਵਿੱਚ ਇੱਕ ਹੋਰ ਅਹਿਮ ਗੱਲ ਆਈ ਕਿ 10 ਕਰੋੜ ਰੁਪਇਆ 2013 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਇਮਾਰਤਾਂ ਸੀਗੀਆਂ ਉਹਦਾ ਕੇਸ ਕਰ ਲਿਆ, ਜਿਹੜਾ 1984 ਢਹਿ ਢੇਰੀ ਹੋਈਆਂ ਜਾਂ ਨੁਕਸਾਨੀਆਂ ਗਈਆਂ, ਉਹਦੇ ਲਈ 10 ਕਰੋੜ ਰੁਪਇਆ ਦਿੱਤਾ। ਔਰ ਜਦੋਂ ਵੀਡੀਓਗ੍ਰਾਫੀ ਦੀ ਗੱਲ ਕੀਤੀ ਗਈ ਤਾਂ ਉਦੋਂ SGPC ਵੱਲੋਂ ਕਿਹਾ ਗਿਆ ਕਿ ਸਾਡੇ ਕੋਲ 1984 ਨਾਲ ਸੰਬੰਧਿਤ ਇਮਾਰਤਾਂ ਦੀ ਵੀਡੀਓਗ੍ਰਾਫੀ ਨਹੀਂ ਹੈਗੀ। ਕੀ ਲੱਗਦਾ ਹੈ ਇਹ ਜਿਹੜਾ 10 ਕਰੋੜ ਰੁਪਇਆ ਦਿੱਤਾ ਗਿਆ ਫਿਰ ਕੇਸ ਦਰਜ ਹੋਇਆ, ਔਰ ਜੇ ਅੱਜ ਉਹ ਕੇਸ ਖੜਾ ਆ ਫਿਰ ਵੀ ਤਾਂ ਅੱਜ ਇਮਾਰਤ ਜਿਹੜੀ ਹੈ ਸਰਾਂ ਢਾਈ ਜਾ ਰਹੀ, ਤੁਹਾਡਾ ਜਿੱਦਾਂ ਸੰਗਤਾਂ ਦਾ ਕਹਿਣਾ ਹੈ ਕਿ ਉਹ 1984 ਨਾਲ ਸੰਬੰਧਿਤ ਹੈ, ਤੁਹਾਡਾ ਕੀ ਕਹਿਣਾ ਆ ਇਹ ਕੇਸ ਦਾ ਕੀ ਬਣੇਗਾ ਜਿੱਥੇ 10 ਕਰੋੜ ਰੁਪਇਆ ਸੰਗਤਾਂ ਦਾ ਲੱਗ ਚੁੱਕਿਆ? ਦੇਖੋ ਕੇਸ ਤੇ ਹੋਰ ਵੀ ਬੜੇ ਪੈਂਡਿੰਗ ਹੈ ਜਿਹੜੇ ਇਹਨਾਂ ਨੂੰ ਕਰਨੇ ਚਾਹੀਦੇ ਸੀਗੇ। ਇਹਨਾਂ ਨੇ ਆਪ ਹੀ ਜਿਹੜੀਆਂ ਇਤਿਹਾਸਿਕ ਇਮਾਰਤਾਂ ਸੀਗੀਆਂ ਜਿਹਦੇ ਉੱਤੇ ਗੋਲੀਆਂ ਦੇ ਨਿਸ਼ਾਨ ਸੀਗੇ,
ਜਾਂ ਹੋਰ ਇਮਾਰਤਾਂ ਜਿਹੜੀਆਂ ਜਿਵੇਂ ਹੁਣ ਆਪਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਜਿਹੜੀ ਬਣੀ ਹੋਈ ਸਰਾਂ ਆ ਉਹਦੇ ਸੰਬੰਧ 'ਚ ਹੀ ਗੱਲ ਕਰਦੇ ਆ ਤੇ ਉੱਥੇ ਛੋਟੇ ਛੋਟੇ ਭੁਚੰਗੀਆਂ ਨੂੰ ਲੱਤਾਂ ਤੋਂ ਫੜ ਕੇ ਪੁਲਿਸ ਵਾਲਿਆਂ ਨੇ ਜਾਂ ਆਰਮੀ ਵਾਲਿਆਂ ਨੇ ਕੰਧਾਂ ਨਾਲ ਮਾਰਿਆ ਗਿਆ ਜਿਸ ਚੀਜ਼ ਦੀ ਗਵਾਹੀ ਜਿਹੜੀ ਇਤਿਹਾਸ ਵੀ ਭਰਦਾ ਆ ਤੇ 10 ਕਰੋੜ ਰੁਪਈਆ ਸੰਗਤ ਦਾ ਗਿਆ ਵਾ, ਕੋਈ ਬਾਦਲ ਸਰਕਾਰ ਦਾ ਜਾਂ ਬਾਦਲ ਪਰਿਵਾਰ ਦਾ ਨਹੀਂ ਗਿਆ। ਇਸ ਕਰਕੇ ਇਹਨਾਂ ਨੂੰ ਪੈਸੇ ਦੀ ਕੋਈ ਮਤਲਬ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਵੀ ਇਹਨਾਂ ਨੂੰ ਪਤਾ ਵਾ ਵੀ ਜਨਤਾ ਜਿਹੜੀ ਹੈ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਬੇਅੰਤ ਜਿਹੜੀ ਮਾਇਆ ਚੜਾਉਣ ਦੀ ਆ। ਇਹ 10 ਕਰੋੜ ਰੁਪਈਆ ਤੇ ਇੱਕ ਪਾਸੇ ਰੱਖ ਦਈਏ, ਜਦੋਂ ਵੀ ਜਿਹੜਾ ਅਕਾਲੀ ਦਲ ਆਪਣੀਆਂ ਕੋਈ ਰੈਲੀਆਂ ਕਰਦਾ ਆ ਤੇ ਉਹਨਾਂ ਰੈਲੀਆਂ ਦੇ ਵਿੱਚ ਜਿਹੜਾ ਲੰਗਰ ਪ੍ਰਸ਼ਾਦਾ ਆ ਗੁਰੂ ਰਾਮਦਾਸ ਜੀ ਦੇ ਘਰ ਤੋਂ ਜਾਂਦਾ ਵਾ। ਇਸ ਕਰਕੇ ਇਹ ਜਿਹੜੀ ਐਸਜੀਪੀਸੀ ਆਪਣੇ ਕਬਜ਼ੇ ਦੇ ਹੇਠ ਜਿਹੜੇ ਰੱਖਦੇ ਆ ਸਿਰਫ ਮਾਇਆ ਕਰਕੇ ਹੀ ਰੱਖਦੇ ਆ। ਇਹਨਾਂ ਨੂੰ ਗੁਰੂ ਘਰਾਂ ਦੇ ਨਾਲ ਕੋਈ ਮਤਲਬ ਨਹੀਂਗਾ। ਇਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਇਮਾਰਤਾਂ ਜਿਹੜੀਆਂ ਨੇ ਨਾ ਉਹ ਢਹਿ ਢੇਰੀ ਕਰ ਦਿੱਤੀਆਂ ਨੇ। ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਪੁਰਾਤਨ ਸਮੇਂ ਦੇ ਵਿੱਚ ਜਦੋਂ ਇਮਾਰਤਾਂ ਬਣਦੀਆਂ ਸੀਗੀਆਂ, ਬਾਬਾ ਖੜਕ ਸਿੰਘ ਜੀ ਜਾਂ ਹੋਰ ਸੇਵਾਦਾਰ ਜਦੋਂ ਬਣਾਉਂਦੇ ਸੀਗੇ, ਉਹਦੇ ਵਿੱਚ ਪਿੰਡਾਂ ਦੇ ਵਿੱਚੋਂ ਜਿਹੜੀਆਂ ਸੰਗਤਾਂ ਆਉਂਦੀਆਂ ਸੀਗੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੀਗੀਆਂ ਤੇ ਉਹ ਸੰਗਤਾਂ ਜਿਹੜੀਆਂ ਕੋਈ ਮਾਇਆ ਨਹੀਂ ਸੀ ਲੈਂਦੀਆਂ, ਸੇਵਾ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਸੀਗੀਆਂ। ਪਰ ਅੱਜ ਜਿਹੜੀ ਮਾਰ ਸੇਵਾ ਵਾਲੇ ਬਾਬੇ ਨੇ ਸਿਰਫ ਇੱਕੋ ਚੀਜ਼ ਕਰਨ ਨੇ ਵੀ ਜਿਹੜੀਆਂ ਪੁਰਾਤਨ ਇਮਾਰਤਾਂ ਨੇ ਉਹਨਾਂ ਨੂੰ ਢਾਹ ਕੇ ਤੇ ਸਿਰਫ ਆਪਣੀ ਸਿੱਲ ਲਵਾਉਣੀ ਜਿਹੜੀ ਹੈ ਉਹ ਜ਼ਰੂਰੀ ਆ ਕਿ ਸਾਡੀ ਉਹ ਜਗ੍ਹਾ ਤੇ ਉੱਤੇ ਸਿੱਲ ਲੱਗ ਜੇ। ਚੰਗੀਆਂ ਭਲੀਆਂ ਜਿਹੜੀਆਂ ਇਮਾਰਤਾਂ ਲੰਗਰ ਘਰ ਦੇ ਆਪਾਂ ਗੱਲ ਕਰੀਏ ਤੇ ਲੰਗਰ ਘਰ ਦਾ ਉੱਪਰਾ ਪੋਰਸ਼ਨ ਜਿਹੜਾ ਸੀਗਾ ਬਿਲਕੁਲ ਠੀਕ ਸੀਗਾ, ਪੌੜੀਆਂ ਵੀ ਠੀਕ ਸੀਗੀਆਂ, ਸਿਰਫ ਉਹਦੇ ਉੱਤੇ ਆਪਣਾ ਇੱਕ ਸਿੱਲ ਲਾਉਣ ਵਾਸਤੇ ਉਹ ਜਿਹੜੀ ਆ ਉਹਨੂੰ ਢਹਿ ਢੇਰੀ ਕਰ ਦਿੱਤਾ ਗਿਆ ਤੇ ਉਹਨੂੰ ਇਹ ਦਾ ਪਰਿਕਰਮਾ ਦੇ ਵਿੱਚ ਅਜੇ ਵੀ ਉਹਦਾ ਜਿਹੜਾ ਮਾਡਲ ਆ ਉਹ ਲੱਗਿਆ ਹੋਇਆ ਆ ਤੇ ਉੱਥੇ ਇੱਕ ਜਿਹੜਾ ਕੀ ਕਹਿ ਲਈਏ ਕਿ ਦਾਨ ਦੇ ਲਈ ਇੱਕ ਪੇਟੀ ਵੀ ਜ਼ਰੂਰ ਰੱਖੀ। ਦੇਖੋ ਉਹ ਤੇ ਪਹਿਲਾਂ ਕਹਿ ਚੁੱਕੇ ਆ ਭਾਈ ਸਾਹਿਬ ਹੁਣਾਂ ਦੇ ਜਿਹੜਾ ਮਤਾ ਪਾਸ ਕੀਤਾ ਵੀ ਜਿਹੜੇ ਇਹਨਾਂ ਦੇ ਖੋਖੇ ਆ ਤੇ ਇਹਨਾਂ ਦੀਆਂ ਟੋਕਰੀਆਂ ਚਕਾਈਆਂ ਜਾਣੀਆਂ ਚਾਹੀਦੀਆਂ ਵਾ। ਮੈਂ ਬੇਨਤੀ ਕਰਦਾ ਵਾਂ ਵੀ ਜਦੋਂ ਕੋਈ ਸੰਗਤ 10 ਰੁਪਏ ਮੱਥਾ ਟੇਕਦੀ ਆ ਤੇ ਉਹ 10 ਰੁਪਏ ਇਹ ਥੋੜਾ ਟੇਕਦੀ ਹੈ ਵੀ ਅੱਧੇ ਪੈਸੇ ਉਧਰ ਦੇ ਦਿਓ, ਤੁਹਾਨੂੰ ਐਸਜੀਪੀਸੀ ਨੂੰ ਦੇ ਰਹੀ ਹੈ ਵੀ ਇਹ ਜਿਹੜੀ ਮਾਇਆ ਲੰਗਰਾਂ ਤੇ ਇਮਾਰਤਾਂ ਤੇ ਖਰਚ ਕੀਤੀ ਜਾਵੇ। ਤੇ ਫਿਰ ਜਿਹੜੇ ਮਾਰ ਸੇਵਾ ਵਾਲੇ ਬਾਬੇ ਇਹ ਦੁਬਾਰਾ ਟੋਕਰੀਆਂ ਕਿਉਂ ਰੱਖਦੇ ਨੇ ਗੁਰੂ ਘਰਾਂ ਦੇ ਵਿੱਚ? ਮਤਲਬ ਇਹ ਦੁਕਾਨਦਾਰੀ ਹੋ ਗਈ। ਜਿਵੇਂ ਆਪਾਂ ਭੰਡਦੇ ਆ ਵੀ ਫਲਾਣੀ ਜਗ੍ਹਾ ਤੇ ਆਪਾਂ ਜਿਵੇਂ ਹੋਰ ਜਿਵੇਂ ਕਹਿ ਦਈਏ ਵੀ ਆਪਾਂ ਮੰਦਿਰ ਦੇ ਵਿੱਚ ਕਹਿ ਦਿੰਦੇ ਆ ਵੀ ਮੰਦਿਰ ਦੇ ਵਿੱਚ ਇੰਨੇ ਮੰਦਿਰ ਬਣਾਏ ਹੁੰਦੇ, ਉੱਥੇ ਵੀ ਮੱਥਾ ਟੇਕੋ, ਉੱਥੇ ਵੀ ਇੱਥੇ ਵੀ ਹਿਸਾਬ ਨਾਲ ਗੱਲੇ ਲਾਏ ਗਏ ਆ। ਜੇ ਆਪਾਂ ਲੰਗਰ ਘਰ ਦੇ ਬਾਹਰ ਜਾਈਏ ਤੇ ਉੱਥੇ ਇੱਕ ਇਹਨਾਂ ਨੇ ਗੱਲਾ ਰੱਖਿਆ ਵਾ, ਜੇ ਅਸੀਂ ਸੱਚਖੰਡ ਦਰਸ਼ਨ ਕਰਨ ਜਾਂਦੇ ਤੇ ਉੱਥੇ ਗੱਲਾਂ ਰੱਖਿਆ ਵਾ। ਫਿਰ ਮਾਰ ਸੇਵਾ ਵਾਲੇ ਬਾਬੇ ਜਗ੍ਹਾ ਜਗ੍ਹਾ ਤੇ ਟੋਕਰੀਆਂ ਇਹਨਾਂ ਨੇ ਰੱਖੀਆਂ ਤੇ ਸੋ ਦੁਕਾਨਦਾਰੀਆਂ ਹੀ ਨੇ ਵੀ ਇੱਥੇ ਵੱਖਰੇ ਪੈਸੇ ਜਮ੍ਹਾਂ ਕਰਾਓ, ਉੱਥੇ ਵੱਖਰੇ ਕਰਾਓ। ਮਤਲਬ ਸਾਰਾ ਜਾਣਾ ਤੇ ਬਾਦਲ ਦੇ ਘਰ ਦੇ ਵਿੱਚ ਹੀ ਆ ਤੇ ਸਾਰਾ ਇੱਥੋਂ ਹੀ ਉਹ ਵਰਤਣ ਡੇ ਆ। ਫਿਰ ਮੈਂ ਇੱਕ ਆਪਣੇ ਵੱਲੋਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਗਿਆ ਸੀਗਾ, ਪੰਥ ਦੇ ਵਿੱਚੋਂ ਛੇਕਿਆ ਗਿਆ ਸੀਗਾ ਔਰ ਇਹ ਵੀ ਕਿਹਾ ਗਿਆ ਸੀਗਾ ਕਿ ਇਹਦੇ ਨਾਲ ਕੋਈ ਵੀ ਆਪਣਾ ਰੋਟੀ ਬੇਟੀ ਦੀ ਸਾਂਝ ਨਾ ਰੱਖੇ। ਅੱਜ ਸੁੱਚਾ ਸਿੰਘ ਲੰਗਾਹ ਆਪਣੇ ਨਾਲ 50 ਬੰਦੇ ਲੈ ਕੇ ਆਉਂਦਾ, ਜਿਹੜੇ ਦਸਤਾਰਾਂ ਵਾਲੇ ਲੈ ਕੇ ਆਉਂਦਾ। ਕਿਹਾ ਜਥੇਦਾਰ ਸਾਹਿਬ ਦੀਆਂ ਅੱਖਾਂ ਨਹੀਂ ਕੰਮ ਕਰਦੀਆਂ ਕਿ ਜਥੇਦਾਰ ਸਾਹਿਬ ਨੇ ਜਿਹੜਾ ਫੈਸਲਾ ਸੁਣਾਇਆ ਅਕਾਲ ਤਖਤ ਸਾਹਿਬ ਤੋਂ ਵੀ ਇਹਨਾਂ ਦੇ ਨਾਲ ਕੋਈ ਵੀ ਸਾਂਝ ਨਾ ਰੱਖੀ ਜਾਵੇ, ਤੇ ਉਹ ਜਿਹੜੇ ਦਸਤਾਰਾਂ ਵਾਲੇ ਆਉਂਦੇ ਨੇ ਸੁੱਚੇ ਲੰਗਾਹ ਦੇ ਨਾਲ ਉਹਨਾਂ ਨੂੰ ਕਿਉਂ ਨਹੀਂ ਛੇਕਿਆ ਜਾਂਦਾ? ਜਿਹੜੇ ਬਾਹਰ ਖਲੋ ਕੇ ਇਹ ਨਾਅਰੇ ਲਾਉਂਦੇ ਨੇ ਵੀ ਪਹਿਰਾ ਦਿਆਂਗੇ ਸੁੱਚੇ ਲੰਗਾਹ ਦੀ ਸੋਚ ਤੇ, ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ? ਸੋ ਇਹ ਭਾਵੇਂ ਬੀਬੀ ਜਗੀਰ ਕੌਰ ਹੋਵੇ ਜਿਹੜੀ ਮਤਲਬ ਆਪਣੇ ਰੋਮ ਨਹੀਂ ਸਾਂਭ ਸਕੀ, ਸਾਰੀ ਕੌਮ ਦੇ ਵਿੱਚ ਇੱਕ ਗੱਲ ਆ ਵੀ ਬੀਬੀ ਨੇ ਆਪਣੇ ਰੋਮਾਂ ਦੀ ਜਿਹੜੀ ਬੇਅਦਬੀ ਕੀਤੀ ਆ, ਜਿਹੜੀ ਆਪਣੇ ਰੋਮ ਨਹੀਂ ਸਾਂਭ ਸਕੀ, ਉਸ ਬੀਬੀ ਤੋਂ ਅਸੀਂ ਇਮਾਰਤਾਂ ਜਿਹੜੀਆਂ ਗੁਰੂ ਘਰ ਦੀਆਂ ਪੁਰਾਤਨ ਇਮਾਰਤਾਂ ਉਹਦੀ ਸਾਂਭ ਸੰਭਾਲ ਦਾ ਕਿਵੇਂ ਆਪਾਂ ਸੋਚ ਸਕਦੇ ਹਾਂ ਵੀ ਸਾਂਭ ਲੇਗੀ? ਸੋ ਭਾਵੇਂ ਜਥੇਦਾਰ ਆ ਤੇ ਭਾਵੇਂ ਬੀਬੀ ਜਗੀਰ ਕੌਰ ਆ, ਇਹ ਉਹਨਾਂ ਦੀਆਂ ਕਠਪੁਤਲੀਆਂ ਨੇ, ਇਹਨਾਂ ਦੇ ਤੇ ਸਾਨੂੰ ਰੋਸ ਵੀ ਨਹੀਂ ਕਰਨਾ ਚਾਹੀਦਾ। ਇਹਨਾਂ ਨੂੰ ਆਪਣੀਆਂ ਤਨਖਾਹਾਂ ਦੇ ਨਾਲ ਮਤਲਬ ਆ ਵੀ ਜਿਵੇਂ ਅੱਜ ਕੋਈ ਕਹਿ ਦਿੰਦੇ ਆਪਾਂ ਵੀ ਕੋਈ ਪੁਲਿਸ ਵਾਲਾ ਹੈ ਤੇ ਸਾਡੇ ਤੇ ਜ਼ਿਆਦਤੀ ਕਰਦਾ ਹੈ, ਉਹ ਕਹਿ ਦਿੰਦਾ ਜੀ ਮੇਰੀ ਤਾਂ ਨੌਕਰੀ ਦਾ ਸਵਾਲ ਹੈ। ਸੋ ਇਹਨਾਂ ਦੀ ਵੀ ਨੌਕਰੀ ਦਾ ਸਵਾਲ ਆ। ਇਹ ਸਾਰੇ ਜਿਹੜੇ ਬਾਦਲ ਦੀਆਂ ਕਠਪੁਤਲੀਆਂ ਨੇ ਤੇ ਬਾਦਲ ਜਿਹੜਾ ਹੈ ਉਹ ਸੈਂਟਰ ਸਰਕਾਰ ਦੀ ਕਠਪੁਤਲੀ ਆ। ਤੁਸੀਂ ਵੇਖ ਸਕਦੇ ਹੋ ਵੀ 2014 ਦੇ ਵਿੱਚ ਬੀਜੇਪੀ ਭਾਜਪਾ ਦੀ ਸਰਕਾਰ ਆਉਂਦੀ ਆ ਤੇ 2015 ਦੇ ਵਿੱਚ ਬੇਅਦਬੀਆਂ ਹੁੰਦੀਆਂ ਤੇ ਸਾਰੀਆਂ ਏਜੰਸੀਆਂ ਇਹਨਾਂ ਚੀਜ਼ਾਂ ਨੂੰ ਚਲਾ ਰਹੀਆਂ ਨੇ। ਤੇ ਮੈਂ ਇਹੋ ਹੀ ਬੇਨਤੀ ਕਰਦਾ ਵੀ ਇਹਨਾਂ ਨੂੰ ਕੱਢਣਾ ਚਾਹੀਦਾ ਵਾ, ਇਹਨਾਂ ਨੂੰ ਕੱਢੇ ਬਗੈਰ ਕੋਈ ਹੱਲ ਨਹੀਂਗਾ। ਤੁਹਾਡੇ ਖਿਲਾਫ ਵੀ ਇੱਕ ਐਫਆਈਆਰ ਦਰਜ ਹੋਈ ਸੀਗੀ ਔਰ ਬਾਅਦ ਦੇ ਵਿੱਚ ਸਿੱਖ ਸੰਗਤ ਭਾਈ ਰਣਜੀਤ ਸਿੰਘ ਹੋਣਾ ਜਾਂ ਹੋਰ ਸੰਗਤਾਂ ਦੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ ਸੂਰੀ ਦੇ ਖਿਲਾਫ। ਉਹ ਮਾਮਲੇ ਦੇ ਵਿੱਚ ਤੁਹਾਡੇ ਤੇ ਕਿਹੜੀ ਐਫਆਈਆਰ ਦਰਜ ਹੋਈ ਹੈ ਤੇ ਜਿਹੜਾ ਸੂਰੀ ਹੈ ਉਹਦੇ ਤੇ ਕੀ ਐਫਆਈਆਰ ਦਰਜ? ਸਾਡੇ ਤੇ ਦੇਖੋ ਸੇਮ ਹੀ ਐਫਆਈਆਰ ਦਰਜ ਹੁੰਦੀ ਆ। ਜਿਹੜਾ ਸ਼ਿਵ ਸੈਨਾ ਦਾ ਕਾਰਕੁਨ ਆ ਉਹਦੇ ਉੱਤੇ ਉਹ 29 ਤਰੀਕ ਨੂੰ ਇੱਕ ਵੀਡੀਓ ਪਾਉਂਦਾ ਵਾ ਜਿਹਦੇ ਵਿੱਚ ਗੁਰੂ ਰਾਮਦਾਸ ਜੀ ਦੇ ਲੰਗਰਾਂ ਨੂੰ ਭੰਡਿਆ ਜਾਂਦਾ ਵਾ ਔਰ ਇਹਨੂੰ ਦਰਬਾਰ ਸਾਹਿਬ ਨੂੰ ਹਰੀਮੰਦਰ ਕਿਹਾ ਜਾਂਦਾ। ਅਕਾਲ ਤਖਤ ਸਾਹਿਬ ਦੇ ਉੱਤੇ ਬੇਤੁਕੀਆਂ ਗੱਲਾਂ ਕੀਤੀਆਂ ਜਾਂਦੀਆਂ ਵਾ ਤੇ ਜਦੋਂ 3 ਦਿਨ ਉਹ 4 ਦਿਨ ਵੀਡੀਓ ਚੱਲ ਜਾਂਦੀ ਆ, ਕਿਸੇ ਦਾ ਕੋਈ ਧਿਆਨ ਨਹੀਂ ਹੁੰਦਾ।
ਏਜੰਸੀਆਂ ਵੀ ਸਾਰੀਆਂ ਵੇਖਦੀਆਂ ਵਾ, CID ਵੀ ਵੇਖਦੀ ਆ, ਪੁਲਿਸ ਪ੍ਰਸ਼ਾਸਨ ਵੀ ਵੇਖਦਾ ਵਾ, ਤੇ ਉਹਨੂੰ ਕਿਤੇ ਵੀ ਟੋਕਿਆ ਨਹੀਂ ਜਾਂਦਾ। ਤੇ ਜਦੋਂ ਮੇਰੇ ਵੱਲੋਂ ਉਸ ਵੀਡੀਓ ਦਾ ਜਵਾਬ ਦਿੱਤਾ ਜਾਂਦਾ, ਜਦੋਂ ਉਹਨਾਂ ਦੇ ਉਂਗਲਾਂ ਚੁੱਕੀਆਂ ਜਾਂਦੀਆਂ ਨੇ, ਤੇ ਮੇਰੇ ਤੇ 2 ਦਿਨਾਂ ਬਾਅਦ ਹੀ ਪਰਚਾ ਦਰਜ ਹੋ ਜਾਂਦਾ ਆ। ਜਦ ਕਿ ਵੀਡੀਓ ਜਿਹੜੀ ਆ ਉਹ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ ਪਹਿਲੋਂ ਪਾਈ ਜਾਂਦੀ ਆ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਤੇ ਮੇਰੇ ਤੇ ਪਰਚਾ ਵੀ ਪਹਿਲੋਂ ਹੋ ਜਾਂਦਾ ਹੈ, ਤੇ ਮੈਨੂੰ ਫੜਿਆ ਵੀ ਪਹਿਲੋਂ, ਗ੍ਰਿਫਤਾਰ ਪਹਿਲੋਂ ਕਰ ਲਿਆ ਜਾਂਦਾ ਹੈ, ਤੇ ਉਹਨੂੰ ਬਾਅਦ ਚ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਮੈਂ ਇਹ ਬੇਨਤੀ ਕਰਦਾ ਮੈਂ ਵੀ ਜਦੋਂ ਕੋਈ ਬੰਦਾ ਇਹੋ ਜੀ ਗਲਤੀ ਕਰਦਾ, ਇੱਕ ਵਾਰੀ ਗਲਤੀ ਕਰੇ ਤੇ ਉਹਨੂੰ ਆਪਾਂ ਗਲਤੀ ਸਮਝ ਸਕਦੇ ਹਾਂ ਵੀ ਮੇਰੇ ਤੇ ਪਹਿਲੀ ਵਾਰੀ ਇਹ ਕਾਰਵਾਈ ਹੋਈ 295 ਦੀ, ਤੇ ਮੈਨੂੰ ਤੇ ਚਲੋ ਅਦਾਲਤ ਨੇ ਛੱਡ ਦਿੱਤਾ। ਤੇ ਜਦੋਂ ਉਹ ਜਿਹੜਾ ਕਾਰਕੁਨ ਹੈ ਸ਼ਿਵ ਸੈਨਾ ਦਾ, ਉਹਦੇ ਵੱਲੋਂ ਇਹ 9ਵੀਂ ਕਿ 8ਵੀਂ ਗਲਤੀ ਆ ਜਦੋਂ 295 ਦਾ ਪਰਚਾ ਹੋਇਆ, ਔਰ 295 ਜਿੰਨੀ ਵਾਰੀ ਵੀ ਉਹਦੇ ਤੇ ਲੱਗੀ ਆ, ਉਹਨੂੰ ਸਿੱਖਾਂ ਦੇ ਉੱਤੇ ਬੋਲਣ ਦੇ ਉੱਤੇ ਲੱਗੀ ਆ, ਸਿੱਖ ਧਾਰਨਾਵਾਂ ਨੂੰ ਭੜਕਾਉਣ ਦੇ ਉੱਤੇ ਲੱਗੀ ਆ, ਭਾਵਨਾਵਾਂ ਨੂੰ ਭੜਕਾਉਣ ਦੇ ਉੱਤੇ। ਉਹ ਬੰਦੇ ਨੂੰ 9ਵੀਂ ਵਾਰੀ ਜਿਹੜੀ ਆ ਉਹਨੂੰ ਜ਼ਮਾਨਤ ਮਿਲ ਜਾਂਦੀ ਆ ਇੱਕੋ ਪਰਚੇ ਦੇ ਉੱਤੇ। ਤੇ ਸਾਡੇ ਵਾਰੀ ਕੀ ਹੁੰਦਾ ਵਾ ਵੀ ਸਾਨੂੰ ਵੀ ਉਹਨੇ ਦਿਨ ਲਵਾਏ ਜਾਂਦੇ ਆ ਬਰਾਬਰ ਤੇ ਸਾਡੀ ਵਾਰੀ ਕੋਈ ਸੰਸਥਾ, ਕੋਈ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਸੰਸਥਾਵਾਂ ਕਦੀ ਨਹੀਂ ਖਿਲਾਉਂਦੀਆਂ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜਿਹੜੇ ਉਹਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਵੀ ਬੜੀ ਭੱਦੀ ਸ਼ਬਦਾਵਲੀ ਬੋਲੀ, ਤੇ ਮੈਂ ਇਹ ਬੇਨਤੀ ਕਰਦਾ ਵਾਂ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਸੰਤਾਂ ਦੇ ਭਤੀਜੇ ਆ, ਅਸੀਂ ਸੰਤਾਂ ਦੇ ਪੋਤਰੇ ਆ, ਅਸੀਂ ਸੰਤਾਂ ਦੀ ਗੱਦੀ ਦੇ ਵਾਰਸ ਆ, ਉਹ ਲੋਕ ਕਿੱਥੇ ਨੇ ਜਿਹੜੇ ਸੰਤਾਂ ਦੇ ਨਾਂ ਤੇ ਪੈਸਾ ਖਾਂਦੇ ਨੇ? ਤੇ ਸੰਤਾਂ ਨੂੰ ਹਰੇਕ ਵਾਰੀ ਜਿਹੜੀਆਂ ਵਾ ਕੋਈ ਨਾ ਕੋਈ ਜਿਹੜਾ ਸ਼ਿਵ ਸੈਨਾ ਦਾ ਕਾਰਕੁਨ ਆ ਭੱਦੀ ਸ਼ਬਦਾਵਲੀ ਬੋਲਦਾ ਵਾ। ਔਰ ਅਕਾਲ ਤਖਤ ਸਾਹਿਬ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਦਾ ਦਰਜਾ ਦਿੱਤਾ ਗਿਆ ਆ। ਮੈਂ ਸੋਚਦਾ ਵਾਂ ਵੀ ਜੇ ਆਪਾਂ ਉਹਨਾਂ ਨੂੰ ਦਰਜਾ ਦਿੱਤਾ ਸ਼ਹੀਦ ਦਾ, ਤੇ ਉਹਨਾਂ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਵਾ। ਤੇ ਜੇ ਸੰਸਥਾਵਾਂ ਮਾਣ ਮਰਿਆਦਾ ਦਾ ਖਿਆਲ ਨਹੀਂ ਰੱਖ ਸਕਦੀਆਂ, ਤੇ ਫਿਰ ਮੈਨੂੰ ਲੱਗਦਾ ਵਾ ਵੀ ਸਾਨੂੰ ਚਾਹੀਦਾ ਵਾ ਵੀ ਉੱਥੋਂ ਜਿਹੜਾ ਸ਼ਹੀਦੀ ਦਾ ਦਰਜਾ ਉਹ ਕੈਂਸਲ ਕਰਾ ਦੇਣਾ ਚਾਹੀਦਾ ਵਾ, ਕਿਉਂਕਿ ਤੁਸੀਂ ਉਹਨਾਂ ਦਾ ਮਾਣ ਮਰਿਆਦਾ ਜਿਹੜਾ ਸਾਂਭਣ ਦੇ ਵਿੱਚ ਬਿਲਕੁਲ ਫੇਲ ਹੋ ਚੁੱਕੇ ਹੋ। ਜਦੋਂ ਸੰਤ ਜਰਨੈਲ ਸਿੰਘ ਸੀਗੇ ਇੱਥੇ ਮੌਜੂਦ ਸੀਗੇ ਅੰਮ੍ਰਿਤਸਰ ਦੇ ਵਿੱਚ, ਜੇ ਉਹਨਾਂ ਦੇ ਹੁੰਦਿਆਂ ਇਹੋ ਜਿਹੀ ਕੋਈ ਵਿਰਾਸਤੀ ਇਮਾਰਤ ਨਿਕਲਦੀ, ਕੋਈ ਇਤਿਹਾਸਿਕ ਇਮਾਰਤ ਨਿਕਲਦੀ, ਤਾਂ ਫਿਰ ਉਹਦੇ ਨਾਲ ਕੀ ਕੀਤਾ ਜਾਂਦਾ? ਦੇਖੋ ਉਹਨਾਂ ਦੇ ਨਾਲ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜਿਹੜਾ ਨਿੱਘ ਮਾਣਦੇ ਸੀਗੇ ਉਹਨਾਂ ਦੀ ਗੋਦ ਦਾ, ਉਹ ਤੇ ਆਪ ਬਾਦਲਾਂ ਦੇ ਪੈਰੀ ਬਹਿ ਗਏ ਨੇ। ਤੁਸੀਂ ਵੇਖ ਸਕਦੇ ਹੋ ਵੀ ਕਿੰਨੀਆਂ ਫੈਡਰੇਸ਼ਨਾਂ ਜਿਹੜੀਆਂ ਸੀਗੀਆਂ ਬਾਦਲਾਂ ਦੇ ਵਿੱਚ ਰਲ ਗਈਆਂ ਨੇ। ਤੇ ਤੁਸੀਂ ਕਿਹਦੇ ਤੋਂ ਉਮੀਦ ਕਰੋਗੇ? ਜਿਹੜੇ ਉਸ ਵੇਲੇ ਦੇ ਚੰਗੇ ਚੰਗੇ ਖਾੜਕੂ ਸੀਗੇ, ਉਹ ਖਾੜਕੂ ਵੀ ਜਿਹੜੇ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਆ, ਤੇ ਕਿਸੇ ਤੋਂ ਇਸ ਵੇਲੇ ਕੋਈ ਉਮੀਦ ਨਹੀਂ ਗੀ। ਮੈਂ ਕਹਿ ਸਕਦਾ ਵੀ ਅਸੀਂ ਲੀਡਰਲੈਸ ਕੌਮ ਹੈ ਇਸ ਵੇਲੇ, ਵੀ ਸਾਡੀ ਜਿਹੜੀ ਸੁਣਾਈ ਨਹੀਂ ਹੋ ਰਹੀ, ਸਾਡੇ ਕੋਲ ਲੀਡਰ ਕੋਈ ਨਹੀਂ ਹੈਗਾ ਇਸ ਸਮੇਂ ਲੱਗ ਰਿਹਾ ਹੈ, ਕਿਉਂਕਿ ਸੰਤ ਜਰਨੈਲ ਸਿੰਘ ਨੂੰ ਇੱਕ ਜੇ ਅਸੀਂ ਕਹਿ ਲਈਏ ਤਾਂ ਬਹੁਤ ਵੱਡਾ ਵਿਦਵਾਨ, ਬਹੁਤ ਵੱਡੇ ਲੀਡਰ ਮੰਨਿਆ ਜਾਂਦਾ ਸੀ, ਤੇ ਅੱਜ ਕੌਮ ਲੀਡਰ ਹੋਣਹੀਣ ਹੋ ਚੁੱਕੀ ਹੈ। ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਸੋ ਇੱਥੇ ਪਰਮਜੀਤ ਸਿੰਘ ਅਕਾਲੀ ਵੀ ਜਿਹੜੇ ਸਾਡੇ ਨਾਲ ਮੌਜੂਦ ਨੇ, ਔਰ ਇਹਨਾਂ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਸੀਗਾ ਸਟੇਜ ਤੇ ਕਿ ਸਾਰੀਆਂ ਜਥੇਬੰਦੀਆਂ ਨੂੰ ਹੁਣ ਇੱਕਮਤ ਹੋਣਾ ਚਾਹੀਦਾ ਹੈ, ਕਿਉਂਕਿ ਇਸ ਸਮੇਂ ਜਿਹੜਾ ਮਾਹੌਲ ਹੈਗਾ ਆ ਉੱਥੇ ਜੇ ਪੰਥ ਇੱਕਮਤ ਨਹੀਂ ਹੁੰਦਾ ਤਾਂ ਨੁਕਸਾਨ ਜਿਹੜਾ ਆ ਇਤਿਹਾਸਕ ਇਮਾਰਤਾਂ ਦਾ ਜ਼ਰੂਰ ਹੋਵੇਗਾ। ਸਭ ਤੋਂ ਪਹਿਲਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਅੱਜ ਜਿਹੜੇ ਅਨਾਉਂਸਮੈਂਟ ਹੋਈ ਆ, ਮਤੇ ਜਿਹੜੇ ਪਾਸ ਹੋਏ ਨੇ, ਕੀ ਕਹਿਣਾ ਉਹਨਾਂ ਮਤਿਆਂ ਤੇ? ਵੇਖੋ ਜੀ, ਉਹਨਾਂ ਦੇ ਵੱਲੋਂ, ਭਾਈ ਸਾਹਿਬ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ। ਸੋ ਆਪੋ ਆਪਣਾ ਪਹਿਰਾ ਹੁੰਦਾ ਵਾ, ਮੈਨੂੰ ਲੱਗਦਾ ਆਪੋ ਆਪਣੀ ਵਿਚਾਰ ਹੁੰਦੇ ਨੇ, ਹਰ ਇੱਕ ਦਾ ਆਪੋ ਆਪਣਾ ਤਰੀਕਾ ਹੁੰਦਾ ਕੰਮ ਕਰਨ ਦਾ। ਜਿਵੇਂ ਕੋਈ ਚੰਗਾ ਲਿਖਾਰੀ ਹੁੰਦਾ ਵਾ, ਕੋਈ ਚੰਗਾ ਬੁਲਾਰਾ ਹੁੰਦਾ, ਕੋਈ ਚੰਗਾ ਲੜਾਕੂ ਹੁੰਦਾ। ਸੋ ਉਹਨਾਂ ਭਾਈ ਸਾਹਿਬ ਦੇ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਵਾ, ਉਹਨਾਂ ਦੇ ਹਿਸਾਬ ਨਾਲ ਬਿਲਕੁਲ ਠੀਕ ਆ, ਕਿਉਂਕਿ ਉਹ ਜਿਵੇਂ ਇਹ ਵੀ ਇੱਕ ਤਰੀਕੇ ਦਾ ਲੜਾਈ ਹੁੰਦੀ ਆ, ਇੱਕ ਤਰ੍ਹਾਂ ਦਾ ਚਿਹਰਾ ਨੰਗਾ ਕਰਨ ਦਾ ਤਰੀਕਾ ਹੁੰਦਾ ਕਿ ਅਸੀਂ ਤਾਂ ਸ਼ਾਂਤਮਈ ਸੰਘਰਸ਼ ਲੜ ਰਹੇ ਹਾਂ, ਤੁਸੀਂ ਸਾਡੇ ਤੇ ਡਾਂਗਾ ਭਰਾਉਂਦੇ ਹੋ। ਸੋ ਉਹਨਾਂ ਦੀ ਜਿਹੜੀ ਟਾਸਕ ਫੋਰਸ ਉਹਨਾਂ ਰੱਖੀ ਹੋਈ ਆ ਆਪਣੇ ਹੀ ਭੈਣਾਂ ਭਰਾਵਾਂ ਨੂੰ ਕੁੱਟਣ ਦੇ ਵਾਸਤੇ, ਇਹ ਵੀ ਮੈਨੂੰ ਲੱਗਦਾ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਚਿਹਰਾ ਹੀ ਨੰਗਾ ਹੋਣਾ। ਪਰ ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚ ਤਾਂ ਸਪਸ਼ਟ ਹੀ ਆ ਕਿ ਉਹ ਲੋਕਾਂ ਦਾ ਤਰੀਕਾ ਕੀ ਆ, ਉਹ ਲੋਕ ਵਿਹਾਰ ਕਿਦਾਂ ਦਾ ਕਰਦੇ ਨੇ, ਉਹ ਲੋਕ ਹੰਕਾਰ ਦੇ ਵਿੱਚ ਨੇ, ਇੰਨਾ ਕਿ ਜ਼ਿਆਦਾ ਗਲਤਾਨ ਨੇ ਕੁਰਸੀਆਂ ਦੇ ਉੱਤੇ ਕਿ ਉਹ ਭੁੱਲ ਬੈਠੇ ਨੇ ਕਿ ਉਹ ਇੱਥੇ ਸੇਵਾਦਾਰ ਨੇ। ਬੇਸ਼ੱਕ ਉਹ ਤਨਖਾਹਾਂ ਲੈ ਰਹੇ ਨੇ, ਪਰ ਉਹ ਹੈਗੇ ਸੇਵਾਦਾਰ ਨੇ, ਚੌਧਰੀ ਨਹੀਂ ਹੈਗੇ, ਮਾਲਕ ਨਹੀਂ ਹੈਗੇ। ਇਹ ਜਿਹੜੀ ਸੰਪਰਦਾ ਵਾ, ਇਹ ਸਾਡੀ ਸੰਸਥਾ ਜਿਹੜੀ ਆ ਬੜੀਆਂ ਕੁਰਬਾਨੀਆਂ ਦੇ ਨਾਲ ਹੋਂਦ ਵਿੱਚ ਆਈ ਆ, ਤੇ ਇਹ ਕਿਸੇ ਇੱਕ ਦੇ ਪਿਓ ਦੀ ਜ਼ਗੀਰ ਨਹੀਂ ਹੈਗੀ, ਇਹ ਸਾਂਝੀ ਆ। ਬੜੀ ਵੱਡੀ ਗੱਲ ਤੁਸੀਂ ਹੁਣੇ ਕਿਹਾ ਕਿ ਇਹ ਸੰਸਥਾ ਬੜੀਆਂ ਕੁਰਬਾਨੀਆਂ ਦੇ ਨਾਲ ਹੋਂਦ ਵਿੱਚ ਆਈ ਆ। ਇੱਕ ਹੋਰ ਬੜੀ ਖਾਸ ਗੱਲ ਦੇਖਣ ਨੂੰ ਮਿਲੀ, ਬੀਬੀ ਜਗੀਰ ਕੌਰ ਜੀ ਨੇ ਇੱਕ ਚੈਨਲ ਨੂੰ ਆਪਣੇ ਇੰਟਰਵਿਊ ਦੇ ਦੌਰਾਨ ਕਿਹਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ। ਕੀ ਕਹੋਗੇ ਤੁਸੀਂ? ਅੱਛਾ ਚਲੋ, ਜੇ ਸ਼੍ਰੋਮਣੀ ਅਕਾਲੀ ਦਲ ਵੀ ਆ ਤੇ ਸ਼੍ਰੋਮਣੀ ਅਕਾਲੀ ਦਲ ਕਿੱਥੋਂ ਆਇਆ? ਅਕਾਲੀ ਦਲ ਵੀ ਤਾਂ ਕੁਰਬਾਨੀਆਂ ਦੇ ਨਾਲ ਹੋਂਦ ਵਿੱਚ ਆਇਆ।
ਇਹ ਕੋਈ ਕਿਸੇ ਬਾਦਲਾਂ ਦੀ ਜ਼ਗੀਰ ਥੋੜੀ ਆ ਜਾਂ ਕਿਸੇ ਹੋਰ ਦੀ ਜ਼ਗੀਰ ਥੋੜੀ ਆ, ਉਹ ਵੀ ਇਹ ਆਮ ਸਿੱਖਾਂ ਦੀ ਕੁਰਬਾਨੀ ਨਾਲ ਹੀ ਬਣਿਆ। ਸੋ ਜੇਕਰ ਉਹਦੇ ਵੱਲੋਂ ਹੀ ਹੋਂਦ ਵਿੱਚ ਆਇਆ ਵਾ ਨਾ, ਤੇ ਉਹ ਵੀ ਬੜੀਆਂ ਕੁਰਬਾਨੀਆਂ ਦੇ ਨਾਲ ਬਣੀਆਂ, ਜਿਹਦੇ ਉੱਤੇ ਅੱਜ ਚੰਦ ਲੋਕ ਕਾਬਜ ਨੇ ਜਿਨ੍ਹਾਂ ਨੇ ਸਿਆਸਤ ਨੂੰ ਇੰਨਾ ਗੰਦਾ ਕਰ ਦਿੱਤਾ ਵਾ ਕਿ ਲੋਕ ਉਸ ਸਿਆਸਤ ਵਿੱਚ ਵੜਨ ਤੋਂ ਡਰਦੇ ਨੇ। ਜਿਵੇਂ ਐਗਜ਼ਾਮਪਲ, ਅੱਜ ਜੇ ਕੋਈ ਚੰਗਾ ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜੇ ਜਾਂ ਐਸਜੀਪੀਸੀ ਵਿੱਚ ਜਾਣ ਦੀ ਗੱਲ ਕਰੇ ਤਾਂ ਲੋਕ ਸਾਡੇ ਵਾਲੇ ਨੂੰ ਗਦਾਰ ਦਾ ਡੱਬਾ ਲਾ ਦਿੰਦੇ ਨੇ। ਪਰ ਜਿਵੇਂ ਵਡਾਲਾ ਸਾਹਿਬ ਨੇ ਗੱਲ ਕੀਤੀ ਵੀ ਛੱਪੜ ਦੇ ਵਿੱਚ ਵੜ ਕੇ ਹੀ ਸਫਾਈ ਹੋਣੀ ਆ ਨਾ, ਬਾਹਰ ਖੜੇ ਤਾਂ ਅਸੀਂ ਗਾਲਾਂ ਹੀ ਕੱਢੀ ਜਾਂਦੇ ਆ, ਬਾਹਰ ਖੜੇ ਤਾਂ ਅਸੀਂ ਨਿੰਦੀ ਜਾਂਦੇ ਆ, ਪਰ ਜੇਕਰ ਵਿੱਚ ਵੜਾਂਗੇ ਤਾਂ ਨਿਜ਼ਾਮ ਚੇਂਜ ਹੋਊਗਾ। ਸੋ ਜਿਹੜੇ ਸਿਆਸਤ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦੀ ਬਿਰਤੀ ਸਿਆਸਤ ਦੀ ਆ, ਉਹ ਮੈਨੂੰ ਲੱਗਦਾ ਚੰਗੇ ਨੌਜਵਾਨ, ਚੰਗੇ ਆਗੂ ਉਹਦੇ ਵਿੱਚ ਜਾਣੇ ਚਾਹੀਦੇ ਨੇ ਅਕਾਲੀ ਦਲ ਦੇ ਵਿੱਚ, ਤੇ ਮਾੜੇ ਲੋਕਾਂ ਨੂੰ ਬਾਹਰ ਕੱਢ ਕੇ ਚੰਗਿਆਂ ਦਾ ਕਾਬਜ ਹੋਣਾ ਬਹੁਤ ਜ਼ਰੂਰੀ ਆ। ਕਿੰਨੇ ਜਿਹੜੇ ਜਥੇਬੰਦੀਆਂ ਨੇ ਅੱਜ ਸ਼ਾਮਿਲ ਹੋਈਆਂ ਨੇ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਨਾਲ ਨੇ, ਜਿਹੜਾ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਕਿ 4 ਅਗਸਤ ਨੂੰ ਦੁਬਾਰਾ ਫੇਰ ਜਾਣਗੇ, ਉੱਥੇ ਰੁਕਵਾਉਣਗੇ, ਪ੍ਰਸ਼ਾਸਨ ਨੂੰ ਵੀ ਕਹਿ ਦਿੱਤਾ ਗਿਆ ਉਹਨਾਂ ਦੇ ਵੱਲੋਂ, ਕਿੰਨੀਆਂ ਕੁ ਜਥੇਬੰਦੀਆਂ ਉਹਨਾਂ ਦੇ ਨਾਲ? ਭੈਣ, ਇਹੀ ਤਰਾਸਦੀ ਆ ਸਾਡੀ ਕੌਮ ਦੀ ਕਿ ਅਸੀਂ ਇੱਕ ਨਹੀਂ ਹੈਗੇ, ਅਸੀਂ ਇਕੱਠੇ ਹੋ ਕੇ ਨਹੀਂ ਤੁਰਦੇ। ਸਟੇਜਾਂ ਦੇ ਉੱਤੇ ਵੀ ਬੋਲਦੇ ਆ, ਮੀਡੀਆ ਰਾਹੀਂ ਵੀ ਬੋਲਦੇ ਆ, ਹਰ ਜਗ੍ਹਾ ਦੇ ਉੱਤੇ ਅਸੀਂ ਉਹ ਪੰਕਤੀ ਵੀ ਪਵਿੱਤਰ ਪੜ੍ਹਦੇ ਆ, ਪਰ ਉਹਨੂੰ ਪ੍ਰੈਕਟੀਕਲ ਨਹੀਂ ਕਰਦੇ। ਅੱਜ ਤੁਸੀਂ ਵੀ ਦੇਖਿਆ ਕਿ ਕਿੰਨੀਆਂ ਕਿ ਜਥੇਬੰਦੀਆਂ ਇੱਥੇ ਆਈਆਂ ਨੇ, ਆਮ ਸਿੱਖ ਸੰਗਤਾਂ ਨੇ, ਜੇ ਲੋਕਲ ਸਾਡੇ ਅੱਗੇ ਜਥੇਬੰਦੀਆਂ ਨੇ ਉਹ ਆਈਆਂ ਨੇ, ਪਰ ਮੈਨੂੰ ਲੱਗਦਾ ਇੱਥੇ ਸਾਰਿਆਂ ਦਾ ਅੱਜ ਆਉਣ ਦਾ ਫਰਜ਼ ਬਣਦਾ ਸੀ। ਉਹ ਇਨਸਾਨ ਜਿਹੜਾ ਇਹ ਕਹਿੰਦਾ ਕਿ ਬਾਦਲ ਕਾਬਜ ਨੇ, ਬਾਦਲ ਖਾ ਰਹੇ ਨੇ, ਬਾਦਲ ਮਾੜੇ ਨੇ, ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਸਟਮ ਗੰਦਲਾ ਵਾ, ਉਹ ਨਿਜ਼ਾਮ ਬਦਲਣ ਦੀ ਲੋੜ ਆ, ਉਹ ਕਹਿੰਦੇ ਨੇ ਜਿਹੜੇ, ਉਹਨੂੰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਸੀ। ਇਹ ਪ੍ਰੋਗਰਾਮ ਸਦਭਾਵਨਾ ਦਲ ਦਾ ਜਾਂ ਵਡਾਲਾ ਜੀ ਦਾ ਨਹੀਂ, ਇਹ ਪ੍ਰੋਗਰਾਮ ਕੌਮ ਦਾ। ਆਪਾਂ ਪੰਥਕ ਇਕੱਠ ਕਿਹਨੂੰ ਕਹਿੰਦੇ ਆ? ਜਿਹੜਾ ਪੰਥ ਦਾ ਇਕੱਠ ਹੁੰਦਾ। ਸੋ ਜੇਕਰ ਆਪਾਂ ਇਹ ਸੋਚ ਕੇ ਚੱਲਦੇ ਹਾਂ ਕਿ ਸਿਰਫ ਵਡਾਲਾ ਸਾਹਿਬ ਨੇ ਪ੍ਰੋਗਰਾਮ ਦਿੱਤਾ, ਸਾਨੂੰ ਕੀ ਲੋੜ ਹੈ ਜਾਣ ਦੀ, ਉਹ ਕਰਨ, ਫਿਰ ਸਾਡੀ ਸੌੜੀ ਸੋਚ ਆ, ਸਾਨੂੰ ਫਿਰ ਚੌਧਰਾਂ ਸ਼ਾਇਦ ਮਾਰ ਜਾਂਦੀਆਂ ਨੇ ਸਾਡੀਆਂ। ਸਾਡੇ ਵਿਚਾਰਕ ਮਤਭੇਦ 100 ਹੋ ਸਕਦੇ ਨੇ, ਪਰ ਜਿੱਥੇ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਆ ਨਾ, ਉੱਥੇ ਸਾਨੂੰ ਇੱਕਮੁੱਠ ਹੋਣਾ ਚਾਹੀਦਾ। ਮੈਨੂੰ ਲੱਗਦਾ ਅੱਜ ਬੜੀ ਘਾਟ ਰਹੀ। ਸਾਡੇ ਜਿਹੜੇ ਵੱਡੇ ਆਗੂ ਨੇ, ਜਿਹੜੇ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੇ ਨੇ, ਭਾਵੇਂ ਉਹ ਬਰਗਾੜੀ ਵਾਲੇ ਸੰਘਰਸ਼ ਦੇ ਭਾਈ ਮੰਡ ਜੀ ਹੋਣ, ਦਾਦੂਵਾਲ ਸਾਹਿਬ ਹੋਣ, ਜਾਂ ਹੋਰ ਸਰਕਾਰ ਕਮੇਟੀਆਂ ਦੇ ਆਗੂ ਨੁਮਾਇੰਦੇ ਹੋਣ, ਹੋਰ ਜਥੇਬੰਦੀਆਂ ਦੇ ਨੁਮਾਇੰਦੇ ਹੋਣ, ਸਾਰਿਆਂ ਦਾ ਫਰਜ਼ ਬਣਦਾ ਸੀ ਇੱਥੇ ਆਉਂਦੇ, ਸ਼ਮੂਲੀਅਤ ਕਰਦੇ, ਆਪਣਾ ਜਿਹੜਾ ਸਹਿਯੋਗ ਪ੍ਰਗਟ ਕਰਦੇ, ਕਿਉਂਕਿ ਇਕਮੁੱਠਤਾ ਦੇ ਨਾਲ ਪ੍ਰਭਾਵ ਪੈਂਦਾ, ਡਰ ਪੈਂਦਾ। ਹੁਣ ਜਿਵੇਂ ਵਡਾਲਾ ਸਾਹਿਬ ਨੇ ਇਹ ਗੱਲ ਕਹੀ ਆ ਕਿ ਮੈਨੂੰ ਲੱਗਦਾ ਉਹਨਾਂ ਨੂੰ ਸ਼ਾਇਦ ਕਹਿਣੀ ਨਹੀਂ ਸੀ ਚਾਹੀਦੀ ਵੈਸੇ, ਕਿ ਅਸੀਂ ਇਕੱਲੇ ਜਾਵਾਂਗੇ। ਮੈਨੂੰ ਲੱਗਦਾ ਉਹਨਾਂ ਨੂੰ ਕਹਿਣਾ ਵੀ ਆਪਾਂ ਸਾਰੇ ਚੱਲੀਏ, ਜਿਹਦੀ ਸਿਰ ਦੇਣ ਦੀ ਸਮਰੱਥਾ ਉਹ ਸਿਰ ਦੇਵੇ, ਜਿਹੜਾ ਖੜ ਕੇ ਵਿਚਾਰ ਕਰ ਸਕਦਾ ਵਿਚਾਰ ਕਰੇ, ਜਿਹੜਾ ਖੜ ਕੇ ਉੱਥੇ ਕੋਈ ਹੋਰ ਕਾਜ ਕਰ ਸਕਦਾ ਕਰੇ, ਆਪੋ ਆਪਣੀ ਸੇਵਾ ਜਿਸ ਤਰ੍ਹਾਂ ਦੀ ਕੋਈ ਕਰ ਸਕਦਾ। ਪਰ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੇ ਇਸ ਗੱਲੇ ਇਹ ਕਹਿ ਦਿੱਤਾ ਕਿ ਉਹਨਾਂ ਨੂੰ ਦਿਖਿਆ ਨਹੀਂ, ਕੋਈ ਨਾਲ ਬਾਹਾਂ ਦਿਖੀਆਂ ਨਹੀਂ ਖੜਨ ਵਾਲੀਆਂ, ਸ਼ਾਇਦ ਉਹਨਾਂ ਦੀ ਇਹ ਭਾਵਨਾ ਤਾਂ ਹੋਈ ਹੋਊਗੀ। ਸੋ ਇੱਥੇ ਹਾਲਾਤ ਜਿਹੜੇ ਨੇ, ਜਿੱਥੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਸੀ, ਉੱਥੇ ਇੰਜ ਲੱਗ ਰਿਹਾ ਹੈ ਕਿ ਪੰਥ ਅਜੇ ਵੀ ਕਿਤੇ ਨਾ ਕਿਤੇ ਦੂਰੀ ਬਣਾਈ ਹੋਈ, ਪਰ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਠਾਠਾ ਮਾਰਦਾ ਹੈ। ਤੁਸੀਂ ਆਮ ਸਿੱਖ ਜਿਹੜਾ ਬਿਨਾਂ ਕਿਸੇ ਪੰਥ ਤੋਂ, ਬਿਨਾਂ ਕਿਸੇ ਅਸੀਂ ਕਹਿ ਲਈ ਆਗੂ ਤੋਂ ਜਿਹੜਾ ਆ ਡਾਵਾਂ ਡੋਲ ਫਿਰ ਰਿਹਾ ਹੈ। ਇੱਥੇ ਵੀ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਸਿੱਖਾਂ ਦੇ ਮਨ ਦੇ ਵਿੱਚ ਇੱਕ ਆਸ ਜ਼ਰੂਰ ਹੁੰਦੀ ਕਿਸੇ ਕੰਮ ਨੂੰ ਕਰਨ ਦੀ, ਅਸੀਂ ਆਹ ਕਰਨਾ ਹੈ, ਉਹ ਕਰਨਾ ਹੈ, ਪਰੰਤੂ ਉਹਨਾਂ ਦੇ ਲਈ ਕੋਈ ਖਾਸ ਆਗੂ ਦਿਖਾਈ ਨਹੀਂ ਦਿੰਦਾ। ਜਿਹੜੇ ਮੌਜੂਦ ਵੀ ਨੇ ਉਹਨਾਂ ਤੋਂ ਵੀ ਕਿਤੇ ਨਾ ਕਿਤੇ ਉਹਨਾਂ ਦਾ ਲੱਗਦਾ ਹੈ ਕਿ ਭਰੋਸਾ ਉੱਠ ਚੁੱਕਿਆ। ਕੌਮ ਦੇ ਵਿੱਚ ਜਜ਼ਬੇ ਦੀ ਘਾਟ ਨਹੀਂ, ਨਾ ਕੁਰਬਾਨੀ ਦੇਣ ਦਾ ਇਹਨਾਂ ਦਾ ਕੁਝ ਪਿੱਛੇ ਹਟਦੇ ਨੇ। ਹਮੇਸ਼ਾ ਕੌਮ ਸਿੱਖ ਕੌਮ ਹੀ ਲੜਦੀ ਆ, ਸਿੱਖ ਕੌਮ ਹੀ ਖੜਦੀ ਆ। ਕੁੱਲੀਆਂ ਵਾਲੇ ਲੜਦੇ ਹੁੰਦੇ ਨੇ, ਮਹਿਲਾਂ ਵਾਲੇ ਤਾਂ ਬਹੁਤ ਘੱਟ ਲੜਦੇ ਵੇਖੇ ਨੇ ਆਪਾਂ। ਇਹਨਾਂ ਵੱਲੋਂ ਘਾਟ ਨਹੀਂ ਹੈਗੀ, ਘਾਟ ਸਾਡੀ ਲੀਡਰਸ਼ਿਪ ਦੀ ਆ। ਜਿਹੜੀ ਲੀਡਰਸ਼ਿਪ ਅੱਜ ਫੀਲਿੰਗ ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਦੀ ਲੈਂਦੀ ਆ, ਬਟ ਉਹਨਾਂ ਦੇ ਅੰਦਰ ਉਹ ਸਿਸਟਮ, ਉਸ ਜਿਹੜੀ ਉਹਨਾਂ ਦੀ ਸਮਰੱਥਾ ਸੀ, ਉਹਨਾਂ ਦੇ ਅੰਦਰ ਉਹ ਸੱਚ ਸੀਗਾ, ਉਹਨਾਂ ਦੇ ਅੰਦਰ ਜਿਹੜੀ ਸੇਵਾਦਾਰ ਵਾਲੀ ਭਾਵਨਾ ਸੀ, ਉਹ ਸ਼ਾਇਦ ਨਹੀਂ ਹੈਗੀ। ਕਿਉਂਕਿ ਬੜੀ ਸਪਸ਼ਟ ਜੀ ਗੱਲ ਆ ਭੈਣ, ਇਤਿਹਾਸ ਤੋਂ ਸੇਧ ਲਈਏ ਤੇ ਜਿੰਨਾ ਚਿਰ ਸਾਡੇ ਅੰਦਰ ਭਾਵਨਾ ਸੇਵਾਦਾਰ ਵਾਲੀ ਨਹੀਂ ਆਈ, ਉਹਨਾਂ ਚਿਰ ਗੱਲ ਬਣਨੀ ਵੀ ਨਹੀਂ। ਕਿਉਂਕਿ ਜਿੰਨਾ ਚਿਰ ਸਾਡੇ ਅੰਦਰ ਇਹ ਰਹੂ ਕਿ ਮੈਂ ਆਪਣੀ ਜਥੇਬੰਦੀ ਵੱਡੀ ਕਰਾਂ, ਆਪਣੀ ਸੰਪਰਦਾ ਵੱਡੀ ਕਰਾਂ, ਮੈਂ ਆਪਣੇ ਆਪ ਨੂੰ ਵੱਡਾ ਕਰਾਂ, ਉਹਨਾਂ ਚਿਰ ਗੱਲ ਨਹੀਂ ਬਣਨੀ। ਜਦੋਂ ਮੈਂ ਇਹ ਸੋਚ ਕੇ ਚੱਲੂੰਗਾ ਕਿ ਬੋਤਾ ਸਿੰਘ ਗਰਜਾ ਸਿੰਘ ਦੇ ਵਾਰਸ ਬਣੀਏ, ਪਿੱਠ ਨਾਲ ਪਿੱਠ ਜੋੜ ਕੇ ਲੜੀਏ, ਉਦੋਂ ਜਿੱਤ ਪ੍ਰਾਪਤ ਹੋਣੀ ਆ। ਸੋ ਜਿਹੜੀ ਬੁੰਗਾ ਗਿਆਨੀਆਂ ਦਾ ਨਿਕਲੀ ਹੋਈ ਹੈ, ਇਤਿਹਾਸ ਦੇ ਮੁਤਾਬਿਕ ਜਿਵੇਂ ਕਿਹਾ ਜਾ ਰਿਹਾ ਹੈ ਕਿ ਇਹ ਗਿਆਨੀਆਂ ਦਾ ਬੁੰਗਾ ਹੀ ਹੈ। ਕੁਝ ਅਖਬਾਰਾਂ ਤੇ ਇੱਕਾ ਦੁੱਕਾ ਤੇ ਆਇਆ ਹੈ ਕਿ ਇਹ ਗਿਆਨੀਆਂ ਦਾ ਬੁੰਗਾ ਨਹੀਂ, ਪਰੰਤੂ ਬਾਕੀ ਸਾਰਿਆਂ ਤੇ ਇਹ ਹੈ ਕਿ ਇਹ ਵਿਰਾਸਤੀ ਇਮਾਰਤ ਹੈਗੀ ਆ। ਤੁਹਾਡਾ ਕੀ ਕਹਿਣਾ ਹੈ ਜਦੋਂ ਤੁਸੀਂ ਇਤਿਹਾਸ ਨੂੰ ਵਾਚਦੇ ਹੋ, ਦੇਖਦੇ ਹੋ ਕਿ ਬੁੰਗੇ ਕਿੰਨੇ ਕੁ ਜ਼ਰੂਰੀ ਹੈਗੇ ਨੇ ਇਤਿਹਾਸਕ ਸਾਹਮਣੇ? ਬੁੰਗਿਆਂ ਦਾ ਇਤਿਹਾਸ ਕੀ ਆ ਸਿੱਖ ਧਰਮ ਦੇ ਵਿੱਚ? ਇਹ ਸਭ ਤੋਂ ਪਹਿਲਾਂ ਹੀ ਸਾਨੂੰ ਸਾਹਮਣੇ ਚਾਹੀਦੇ ਸੀ। ਮੈਨੂੰ ਤਾਂ ਇਹ ਲੱਗਦਾ ਸਾਨੂੰ ਇਹ ਜ਼ਮੀਨਦੋਜ਼ ਕਰਨੇ ਨਹੀਂ ਸੀ ਚਾਹੀਦੇ।
ਪਰ ਮੈਨੂੰ ਲੱਗਦਾ ਵੀ ਚਲੋ ਇਹ ਤਾਂ ਜ਼ਮੀਨਦੋਜ਼ ਹੋ ਗਿਆ ਤੇ ਅੱਜ ਸਾਹਮਣੇ ਆ ਗਿਆ। ਸਾਡੀਆਂ ਪ੍ਰਗਟ ਜਿਹੜੀਆਂ ਸਾਡੇ ਉਹ ਇਤਿਹਾਸ ਜਿਹੜੀਆਂ ਸਾਡੇ ਢਾਹ ਦਿੱਤੇ ਗਏ ਨੇ 84 ਦੀਆਂ ਉਹ ਸਾਰੀਆਂ ਯਾਦਗਾਰਾਂ 84 ਦੇ ਉਹ ਜ਼ਖਮ ਜਿਹੜੇ ਅੱਲੇ ਰਹਿੰਦੇ ਨੇ ਤੇ ਰਹਿਣੇ ਨੇ ਸਾਰੀ ਉਮਰ ਕੌਮ ਦੇ ਉਹ ਮਿਟਾ ਦਿੱਤੇ ਗਏ ਨੇ। ਤਿਆਰੀਆਂ ਸਰਾਂ ਨੂੰ ਢਾਉਣ ਦੀਆਂ ਨੇ ਜਿਹੜੀ 99 ਸਾਲ 100 ਸਾਲ ਦੀ ਸਾਡੀ ਉਹ ਪੁਰਾਣੀ ਸਰਾਂ ਜਿਹਦੇ ਨਾਲ ਸਾਡਾ ਐਡਾ ਕੁ ਵੱਡਮੁੱਲਾ ਇਤਿਹਾਸ ਜੁੜਿਆ ਹੋਇਆ ਇੰਨੀਆਂ ਸਿਰ ਲੱਗੇ ਨੇ ਉੱਥੇ ਤੇ ਉਹ ਮਿਟਾਉਣ ਦੀਆਂ ਤਿਆਰੀਆਂ ਨੇ। ਆਪਾਂ ਮੈਨੂੰ ਲੱਗਦਾ ਬੁੰਗਾ ਤਾਂ ਇਸ ਸਮੇਂ ਇੱਕ ਛੋਟਾ ਮੁੱਦਾ ਹੋ ਸਕਦਾ ਕਿਉਂਕਿ ਬੁੰਗਾ ਤਾਂ ਜੇ ਪਟਾਈ ਕੀਤੀ ਤੇ ਨਿਕਲਿਆ, ਪਰ ਇੱਕ ਬੁੰਗਾ ਜਿਹੜਾ ਅੱਜ ਆ ਉਹ ਕਾਰਨ ਬਣ ਗਿਆ ਵਾ ਇਹ ਸਾਰੀਆਂ ਚੀਜ਼ਾਂ ਨੂੰ ਬਚਾਉਣ ਦਾ। ਕਿਵੇਂ ਕੋਈ ਨਾ ਕੋਈ ਮਹਾਰਾਜ ਨਾ ਖੇਡ ਦਿੰਦੇ ਹੁੰਦੇ ਨੇ, ਸਮਾਂ ਬਣਾ ਦਿੰਦੇ ਨੇ, ਵਿਧ ਬਣਾ ਦਿੰਦੇ ਨੇ। ਮੈਨੂੰ ਲੱਗਦਾ ਇਹ ਬੁੰਗਾ ਵਿਧ ਬਣ ਗਿਆ, ਪਰ ਹੁਣ ਸਟੈਂਡ ਲੈਣ ਦੀ ਵਾਰੀ ਆ। ਹੁਣ ਮਸਲਾ ਇੱਥੇ ਫਿਰ ਉਹ ਆ ਜਾਣਾ ਵੀ ਕੀ ਅਸੀਂ ਸਟੈਂਡ ਲੈਨੇ ਆ, ਕੀ ਅਸੀਂ ਖੜਦੇ ਆ ਕਿ ਜਾਂ ਸਿਰਫ ਅਸੀਂ ਗੱਲਾਂ ਕਰਕੇ ਘਰਾਂ ਨੂੰ ਚੱਲ ਜਾਂਦੇ ਆ। ਹੋ ਸਕਦਾ ਹੈ ਤੁਹਾਨੂੰ ਨਹੀਂ ਲੱਗਦਾ ਲక్ష్మణ ਸਿੰਘ ਧਾਰੋਵਾਲ ਹੁਣਾਂ ਦੇ ਵਾਂਗੂ ਜਿੱਦਾਂ ਜਿੰਨੇ ਕੁ ਸਿੰਘਾਂ ਨੇ ਅਰਦਾਸ ਕੀਤੀ ਸੀ ਉਹਨਿਆਂ ਕੁ ਨੇ ਜਾ ਕੇ ਸਿਰ ਦੇ ਦਿੱਤਾ ਸੀਗਾ, ਇਹੋ ਜਿਹੇ ਹਾਲਾਤ ਤਾਂ ਨਹੀਂ ਪੈਦਾ ਹੋਣਗੇ? ਨਹੀਂ ਮੈਟਰ ਨਹੀਂ ਕਰਦਾ ਸਰ, ਇਹ ਗੱਲ ਤਾਂ ਹੈ ਕਿ ਆਪਾਂ ਗਿਣਤੀਆਂ ਮਿਣਤੀਆਂ 'ਚ ਪੈਣ ਵਾਲੇ ਨਹੀਂ ਹੈਗੇ। ਸਿਰ ਤਾਂ ਇੱਕ ਹੀ ਬਹੁਤ ਹੁੰਦਾ, ਕੁਰਬਾਨੀ ਦੇਣ ਵਾਲਾ ਸਿਰ ਹੋਵੇ ਸਹੀ ਉਹ ਇੱਕ ਹੀ ਬਹੁਤ ਆ। ਪਰ ਦੂਜੀ ਗੱਲ ਇਹ ਵੀ ਹੈਗੀ ਆ ਨਾ ਕਿ ਸਿਰਫ ਆਪਾਂ ਇੱਕ ਸਿਰ ਦੇ ਉੱਤੇ ਜ਼ਿੰਮੇਵਾਰੀ ਪਾ ਦਈਏ, ਮੈਨੂੰ ਲੱਗਦਾ ਉਹ ਵੀ ਬੜੀ ਮਾੜੀ ਗੱਲ ਆ। ਸਾਰਿਆਂ ਦਾ ਫਰਜ਼ ਬਣਦਾ, ਹਰ ਇੱਕ ਦਾ ਫਰਜ਼ ਬਣਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਪੰਥ ਨੂੰ ਸਮਰਪਿਤ ਆ। ਪਰ ਫਿਰ ਗੱਲ ਭੈਣ ਘੁੰਮ ਕੇ ਉੱਥੇ ਹੀ ਆਉਣੀ ਆ ਵੀ ਜਿੰਨਾ ਚਿਰ ਇੱਕ ਨਿਸ਼ਾਨ ਦੀ ਆਪਾਂ ਗੱਲ ਕਰਦੇ ਨਾ ਜਿਹੜੇ ਦੀ ਉਹ ਜਜ਼ਬਾ ਲੈ ਕੇ ਤੇ ਸੇਵਾਦਾਰ ਵਾਲੀ ਭਾਵਨਾ ਲੈ ਕੇ ਨਾ ਤੁਰਦੇ। ਕਿਉਂਕਿ ਵੇਖੋ ਭੈਣੋ ਕਾਬਜ ਨੇ, ਉਹਨਾਂ ਕੋਲ ਤਾਕਤ ਆ, ਸਰਕਾਰੀ ਵੀ ਤਾਕਤ ਆ, ਜਰਵਾਣੇ ਕਾਬਜ ਨੇ, ਕੁਰਸੀਆਂ ਤੇ ਬੈਠੇ ਨੇ, ਉਹਨਾਂ ਕੋਲ ਪੈਸਾ ਵੀ ਆ, ਉਹਨਾਂ ਕੋਲ ਮੈਨ ਪਾਵਰ ਮਨੀ ਪਾਵਰ ਸਭ ਕੁਝ ਹੀ ਆ, ਉਹ ਇੱਕ ਮੁੱਠ ਵੀ ਨੇ। ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ। ਉਦੋਂ ਦੇ ਸਮੇਂ ਦੇ ਵਿੱਚ ਵੀ ਸਿੱਖ ਕੱਲੇ ਵੀ ਤੁਰ ਪੈਂਦੇ ਸੀਗੇ, ਲక్ష్మణ ਸਿੰਘ ਧਾਰੋਵਾਲ ਨਾਲ ਜਿਵੇਂ ਹੁਣੇ ਗੱਲ ਕੀਤੀ ਹੈ। ਉਹੀ ਸਮਾਂ ਜੇ ਹੁਣ ਸਿੱਖਾਂ ਨੂੰ ਫਿਰ ਲੱਗਦਾ ਹੈ ਕਿ ਸਾਡੀਆਂ ਗੱਲਾਂ ਨਹੀਂ ਮੰਨੀਆਂ ਜਾ ਰਹੀਆਂ ਤਾਂ ਫਿਰ ਉਹੀ ਕੁਛ ਆ ਰਿਹਾ, ਇਤਿਹਾਸ ਦੁਹਰਾਇਆ। ਕੋਈ ਸ਼ੱਕ ਨਹੀਂ, 100 ਸਾਲ ਹੋ ਗਿਆ, 100 ਸਾਲ ਬਾਅਦ ਇਤਿਹਾਸ ਦੁਹਰਾਇਆ ਜਾ ਰਿਹਾ। ਗੁਰੂ ਸਾਹਿਬ ਕਿਰਪਾ ਕਰਨ ਕਿ ਇਹ ਇਤਿਹਾਸ ਜੇ ਦੁਹਰਾਇਆ ਜਾਵੇ ਤੇ ਅਸੀਂ ਜਾਗ ਜੀਏ, ਅਸੀਂ ਉੱਠ ਜੀਏ। ਇਹ ਨਾ ਹੋਵੇ ਵੀ ਜਦੋਂ ਵੋਟਾਂ ਆਉਣ ਅਸੀਂ ਫਿਰ ਆਪੋ ਆਪਣੇ ਸਰਪੰਚਾਂ ਦੇ ਮਗਰ ਲੱਗ ਕੇ, ਆਪੋ ਆਪਣੇ ਮੈਂਬਰਾਂ ਦੇ ਮਗਰ ਲੱਗ ਕੇ, ਐਮਐਲਏਸ ਦੇ ਮਗਰ ਲੱਗ ਕੇ ਇੱਕ ਬੋਤਲ ਸ਼ਰਾਬ ਦੀ ਮਗਰ ਅਸੀਂ ਆਪਣੀ ਜ਼ਮੀਰ ਵੇਚ ਦਈਏ। ਮੈਟਰ ਤੇ ਫਿਰ ਘੁੰਮ ਕੇ ਸਾਡੀ ਜ਼ਮੀਰ ਤੇ ਆ ਜਾਣਾ ਕਿ ਜੇ ਤਾਂ ਜਾਗਦੀ ਆ, ਜੇ ਤਾਂ ਸੱਚਮੁੱਚ ਗੁਰੂ ਗ੍ਰੰਥ ਨੂੰ ਮੰਨਦੇ ਆ ਗੁਰੂ ਤੇ ਫੇਰ ਤੇ ਚੜ੍ਹਦੀ ਕਲਾ। ਪਰ ਜੇਕਰ ਮਾੜੀ ਗੱਲ ਹੈ ਕਿ ਸਿੱਖ ਹੋਣ ਤੇ ਸਿੱਖਾਂ ਨੂੰ ਉਦਾਹਰਨਾਂ ਦੇਣੀਆਂ ਪੈਣ ਕਿ ਅਸੀਂ ਇੱਕ ਬੋਤਲ ਸ਼ਰਾਬ ਦੇ ਉੱਤੇ, ਕਿਉਂਕਿ ਸਿੱਖ ਤਾਂ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦੇ। ਇਹੀ ਤੇ ਗੱਲ ਆ ਨਾ। ਵੇਖੋ ਨਾ ਉਹਨਾਂ ਨੇ ਤੁਹਾਡੀ ਨਸਲ ਕੁਸ਼ੀ ਕਿਸ ਤਰੀਕੇ ਨਾਲ ਕੀਤੀ ਹੋਈ ਆ। ਤੁਹਾਡੇ ਆਲੇ ਦੁਆਲੇ ਇੱਥੇ ਸ਼ਾਇਦ ਹੁਣ ਤੁਸੀਂ ਸਕੂਲ ਬੰਦ ਨੇ, ਸ਼ਰਾਬਾਂ ਦੇ ਠੇਕੇ ਖੁੱਲੇ ਹੋਏ ਨੇ। ਇਸ ਤੋਂ ਵੱਡੀ ਤਰਾਸਦੀ ਪੰਜਾਬ ਵਾਸਤੇ ਕੀ ਹੋਊਗੀ? ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਾਣਿਆ ਜਾਂਦਾ, ਅੱਜ ਪੰਜਾਬ ਦਾ ਰੈਵਨਿਊ, ਪੰਜਾਬ ਸਰਕਾਰ ਦਾ ਰੈਵਨਿਊ ਸਭ ਤੋਂ ਵੱਧ ਸ਼ਰਾਬ ਤੋਂ, ਸਭ ਤੋਂ ਵੱਧ ਸ਼ਰਾਬ ਦੀ ਵਿਕਰੀ ਹੁੰਦੀ ਆ ਤੇ ਉੱਥੋਂ ਰੈਵਨਿਊ ਆਉਂਦਾ। ਕਮਾਈ ਸਰਕਾਰ ਨੂੰ। ਕਿੱਡੇ ਮਾੜੇ ਹਾਲਾਤ ਨੇ ਸਾਡੇ। ਕੌਣ ਸੀ ਅਸੀਂ, ਵਾਰਸ ਕਿਹਨਾਂ ਦੇ ਸੀ ਤੇ ਅਸੀਂ ਖੜੇ ਕਿੱਥੇ ਆ? ਹੋਰ ਵੀ ਹੈ, ਇਸ ਇਮਾਰਤ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਰਾਮਬਾਗ ਦੇ ਵਿੱਚ ਵੀ ਬਹੁਤ ਇਮਾਰਤ ਪਈ ਹੋਈ ਆ, ਖੰਡਰ ਹੋ ਰਹੀ ਆ। ਉੱਥੇ ਸਾਹਮਣੇ ਵਾਲੇ ਪਾਸੇ ਠੇਕੇ ਖੁੱਲੇ ਹੋਏ ਨੇ, ਠੀਕ ਹੈ। ਉਹਨਾਂ ਦੇ ਲਈ ਕਦੀ ਤਹੀਆ ਨਹੀਂ ਕੀਤਾ ਹੈਗਾ ਸਿੱਖ ਸੰਗਤ ਨੇ ਕਿ ਉਹ ਕਦੀ ਦਿਖਾਈ ਨਹੀਂ ਦਿੱਤੇ ਕਿ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ, ਸਿੱਖ ਰਾਜ ਨੇ, ਰਾਮਬਾਗ ਗੁਰੂ ਰਾਮਦਾਸ ਜੀ ਦੇ ਨਾਮ ਤੇ ਬਣਿਆ ਹੋਇਆ। ਉੱਥੇ ਕੀ ਹੋ ਰਿਹਾ ਅੱਜ ਅਸੀਂ ਦੇਖਦੇ ਹਾਂ ਕਿਸੇ ਵੀ ਜਗ੍ਹਾ ਦੇ ਉੱਤੇ ਤਾਂ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵੇਖਦੇ ਹਾਂ ਤਾਂ ਅਸੀਂ ਜੋੜੇ ਵੀ ਪਰਾਂ ਕਰਦੇ ਹਾਂ। ਫਿਰ ਜੋੜੇ ਵੀ ਇੱਥੇ ਅਸੀਂ ਹੁਣੇ ਦੇਖਿਆ ਕਿ ਨਿਹੰਗ ਸਿੰਘ ਜੋੜੇ ਵੀ ਉੱਪਰ ਨਹੀਂ ਸੀ ਰੱਖਣ ਦੇ ਰਹੇ, ਪਰ ਉੱਥੇ ਰਾਮਬਾਗ ਹੈ ਗੁਰੂ ਰਾਮਦਾਸ ਜੀ ਦੇ ਨਾਮ ਤੇ। ਉਸ ਰਾਮਬਾਗ ਦੇ ਵਿੱਚ ਸ਼ਰਾਬ ਵਿਕਦੀ ਹੈ। ਉਹਦੇ ਲਈ ਕਦੀ ਸਿੱਖ ਸੰਗਤ, ਅੰਮ੍ਰਿਤਸਰ ਦੇ ਵਾਸੀ, ਇਸ ਜ਼ਿਲ੍ਹੇ ਦੇ ਵਾਸੀ ਜਾਂ ਜਿੰਨੀਆਂ ਵੀ ਸੰਗਤਾਂ ਨੇ ਉਹ ਕਦੀ ਇਕੱਠੀਆਂ ਨਹੀਂ? ਲੋੜ ਆ ਭੈਣ, ਬਿਲਕੁਲ ਤੁਹਾਡਾ ਗੱਲ ਬਿਲਕੁਲ ਸਹੀ ਹੈ ਤੇ ਬਿਲਕੁਲ ਰਾਈਟ ਪੁਆਇੰਟ ਆ। ਅਸੀਂ ਸਿਰਫ ਇਹ ਨਾ ਵੇਖਿਆ ਕਰੀਏ ਵੀ ਸਾਨੂੰ ਇੱਥੇ ਗੱਲ ਕਰ ਰਹੇ ਆ ਜਾਂ ਸ਼ਾਇਦ ਸਾਨੂੰ ਇੱਥੋਂ ਕੁਝ ਪ੍ਰਾਪਤ ਹੋ ਜਾਊਗਾ ਜਾਂ ਅਸੀਂ ਇਸ ਮੁੱਦੇ ਕੋਈ ਬੈਨੀਫਿਟ ਲੈ ਲਈਏ, ਫਿਰ ਤਾਂ ਬੜੀ ਮਾੜੀ ਗੱਲ ਆ। ਹਾਂ, ਭਾਵਨਾ ਨਾਲ ਕੁਝ ਕਰ ਰਹੇ ਹਾਂ ਤੇ ਚੜ੍ਹਦੀ ਕਲਾ, ਬਿਲਕੁਲ ਬੋਲਣਾ ਚਾਹੀਦਾ, ਕਰਾਂਗੇ। ਬਿਲਕੁਲ ਮੇਰੇ ਨੋਟਿਸ ਵਿੱਚ ਨਹੀਂ ਸੀ ਵੈਸੇ ਭੈਣ, ਜੇ ਤੁਸੀਂ ਲਿਆਂਦਾ ਵਾ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਜੋ ਵੀ ਸਾਡੇ ਕੋਲ ਸਰੂ ਬਣੂਗਾ ਇਹਦੇ ਵਾਸਤੇ। ਤੁਹਾਡੇ ਰਾਹੀਂ ਅਸੀਂ ਸੰਪਰਕ ਕਰਕੇ ਜਾਣਕਾਰੀ ਲੈ ਲਾਂਗੇ ਸਾਰੀ। ਸਾਡੇ ਕੋਲ ਜੋ ਵੀ ਬਣੂ ਸਰੂਗਾ ਕੋਸ਼ਿਸ਼ ਕਰਾਂਗੇ, ਹੋਕਾ ਵੀ ਦੇਵਾਂਗੇ ਸੰਗਤ ਨੂੰ ਕਿ ਆਪਾਂ ਜੋ ਵੀ ਇਹਦੇ ਵਾਸਤੇ ਕਰ ਸਕੀਏ ਜ਼ਰੂਰ ਕਰੀਏ। ਸੋ ਅਗਲੀਆਂ ਆਉਣ ਵਾਲੀਆਂ ਕਾਰਵਾਈਆਂ ਕੀ ਹੋਣਗੀਆਂ? ਸਿੱਖ ਸੰਗਤ ਦੀਆਂ ਪੰਥਕ ਇਕੱਠ ਹੋਇਆ ਹੈ 4 ਅਗਸਤ ਦਾ। ਫਿਲਹਾਲ ਤੇ ਜਿਹੜਾ ਹੋਕਾ ਉਹ ਦਿੱਤਾ ਜਾ ਚੁੱਕਿਆ ਹੈ ਕਿ 4 ਅਗਸਤ ਨੂੰ ਜਿਹੜਾ ਆ ਉਹ ਸਾਰੀ ਜਿਹੜੀ ਕਾਰਵਾਈ ਹੈ ਭਾਈ ਬਲਦੇਵ ਸਿੰਘ ਵਡਾਲਾ ਜੀ ਉੱਥੇ ਜਾਣਗੇ ਤੇ ਆਪ ਖੁਦ ਉਹ ਸਾਰਾ ਕੰਮ ਕਰਨਗੇ, ਅੱਗੇ ਸਿਰ ਦੇਣਗੇ ਵਾਲੀ ਗੱਲ ਜੇ ਅਸੀਂ ਕਹਿ ਲਈਏ ਤਾਂ ਉਹ ਵੀ ਕਿਤੇ ਝੂਠੀ ਨਹੀਂ ਹੈ ਕਿ ਉਸ ਦਿਨ ਦੇ ਅਸੀਂ ਦੇਖੀਏ ਤਾਂ ਉਸ ਦਿਨ ਵੀ ਭਾਈ ਬਲਦੇਵ ਸਿੰਘ ਵਡਾਲਾ ਆਪਣੇ ਸਾਥੀਆਂ ਦੇ ਨਾਲ ਇਕੱਲੇ ਹੀ ਗਏ ਸੀਗੇ। ਉਸ ਦਿਨ ਵੀ ਰੁਕਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰੰਤੂ
4 ਅਗਸਤ ਨੂੰ ਦੁਬਾਰਾ ਫਿਰ ਜਾਣਗੇ। ਦੁਬਾਰਾ ਕੀ ਅੱਗੇ ਸਾਹਮਣੇ ਆਉਂਦਾ ਹੈ, ਇੱਥੇ ਸਾਡੇ ਨਾਲ ਸਿੰਘ ਸਾਹਿਬ ਜੀ ਵੀ ਮੌਜੂਦ ਨੇ। ਸਭ ਤੋਂ ਪਹਿਲਾਂ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਅੱਜ ਪੰਥਕ ਇਕੱਠ ਹੋਇਆ ਆ, ਬੜੇ ਵੱਡੇ ਫੈਸਲੇ ਲੈ ਗਏ ਆ। ਕੀ ਲੱਗਦਾ ਹੈ ਕਿ ਸਿੱਖ ਸੰਗਤਾਂ ਅਮਲ ਕਰਨਗੀਆਂ ਇਹਨਾਂ ਫੈਸਲਿਆਂ ਦੇ ਉੱਪਰ? ਕੀ ਆਗੂ ਜਿਹੜੇ ਨੇ ਉਹ ਸਥਿਰ ਰਹਿਣਗੇ ਉਹਨਾਂ ਫੈਸਲਿਆਂ ਦੇ ਉੱਪਰ ਜਿਹੜੇ ਲੈ ਗਏ ਨੇ? ਕਿਉਂਕਿ ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰਦੇ ਸਰਬੱਤ ਖਾਲਸਾ ਵੀ ਹੋਇਆ, ਉਹਦੇ ਚੋਂ 5 ਜਥੇਦਾਰ ਵੀ ਕੱਢੇ ਗਏ ਨੇ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਬੜੀਆਂ ਵੱਡੀਆਂ ਵਾਅਦੇ ਜਿਹੜੇ ਸਿੱਖ ਸੰਗਤਾਂ ਨਾਲ ਕੀਤੇ ਗਏ ਸੀਗੇ। ਅੱਜ ਵਿਰਾਸਤੀ ਇਮਾਰਤਾਂ ਨੂੰ ਬਚਾਉਣ ਦੀਆਂ ਗੱਲਾਂ ਹੋਈਆਂ ਨੇ, 328 ਸਰੂਪਾਂ ਦੀਆਂ ਗੱਲਾਂ ਹੋਈਆਂ ਨੇ। ਕਿੱਥੋਂ ਕੁ ਤੱਕ ਤੁਹਾਨੂੰ ਲੱਗਦਾ ਹੈ ਕਿ ਇਹ ਵਾਅਦੇ ਜਿਹੜੇ ਖਰੇ ਉਤਰਨ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਲਖਵੀਰ ਸਿੰਘ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਤੋਂ, ਜੋ ਕਿ ਕਿੰਨਾ ਵੀ ਅਸੀਂ ਅੱਜ ਪੂਰਾ ਕਰਿਆ। ਚਾਹੇ ਇੱਥੇ ਮੋਰਚਾ 328 ਸਰੂਪਾਂ ਨਾਲ ਲਾਇਆ ਸੀਗਾ ਤੇ ਡਾਂਗਾ ਨਾਲ ਕੁੱਟ ਕੇ ਬਾਹਾਂ ਬਣਾ ਕੇ ਗਏ ਆ। ਅੱਜ ਵੀ ਮੋਰਚਾ ਗੁਰੂ ਦੀ ਕਿਰਪਾ ਨਾਲ ਚੱਲ ਰਿਹਾ। ਬਡਾਲਾ ਸਾਹਿਬ ਬੈਠੇ ਹੋਏ ਨੇ, ਬਾਕੀਆਂ ਦਾ ਪਤਾ ਨਹੀਂ। ਜਿਹੜੀ ਅੱਜ ਗੱਲ ਕਰੀਏ, ਇੱਥੇ ਪਹੁੰਚਾਂਗੇ 4 ਤਰੀਕ ਨੂੰ। ਗੁਰੂ ਰਾਮਦਾਸ ਕਿਰਪਾ ਕਰੇ, ਇਹ ਜ਼ਿੰਦਗੀ ਸਾਡੀ ਬਾਉਂਡਸ ਆ। ਉੱਥੇ ਗੁਰੂ ਰਾਮਦਾਸ ਨੇ ਕੋਈ ਵਿਸ਼ਵਾਸ ਹੈਗੇ ਸੀਗੇ ਤੇ ਜੇ 4 ਨੂੰ ਗੁਰੂ ਦੀ ਕਿਰਪਾ ਚਾਹੀ ਤੇ ਸ਼ਹਾਦਤਾਂ ਹੋਣਗੀਆਂ। ਤੇ ਅਸੀਂ ਬਿਲਕੁਲ, ਤੁਸੀਂ ਉਸ ਦਿਨ ਵੀ ਇੱਥੇ ਮੌਜੂਦ ਸੀਗੇ ਜਦੋਂ ਮੋਰਚਾ ਲੱਗਿਆ ਸੀ 328 ਸਰੂਪਾਂ ਦਾ ਪਹਿਲਾਂ ਵੀ, ਔਰ ਉਸ ਦਿਨ ਕੀ ਹਾਲਾਤ ਹੋਏ ਸੀਗੇ? ਐਸਜੀਪੀਸੀ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਦੇ ਦਰਵਾਜ਼ੇ ਨੂੰ ਜਿੰਦਰਾ ਮਾਰਤਾ ਸੀਗਾ, ਤੁਸੀਂ ਉਹਨਾਂ ਨੂੰ ਆਉਣ ਜਾਣ ਨਹੀਂ ਦੇ ਰਹੇ। ਉਹਨਾਂ ਦਾ ਦਫ਼ਤਰ ਸੀ, ਉਹਨਾਂ ਆਉਣਾ ਜਾਣਾ ਸੀਗਾ, ਜਿਸ ਕਾਰਨ ਉਹਨਾਂ ਨੂੰ ਆਹ ਕਾਰਵਾਈ ਕਰਨੀ। ਬਿਲਕੁਲ ਕੋਈ ਜੰਦਰਾ ਨਹੀਂ ਲਾਇਆ ਗਿਆ, ਅਸੀਂ ਕੁਝ ਨਹੀਂ ਕੀਤਾ ਗਿਆ ਸੀ। ਸੁਖਜੀਤ ਸਿੰਘ ਖੋਸੇ ਦੀ ਉਹਨਾਂ ਪੱਗ ਲਾਈ ਸੀ। ਖੋਸੇ ਨੇ ਇੱਕ ਗੇਟ ਨੂੰ ਜੰਦਰਾ ਲਾਇਆ ਸੀ, ਬਾਕੀ ਸਾਰੇ ਗੇਟ ਖੁੱਲੇ ਹੋਏ ਸੀ। ਜਾਣ ਬੁੱਝ ਕੇ ਉਹਨਾਂ ਦਾ ਪਹਿਲਾਂ ਹੀ 15 ਦਿਨ ਪਲੈਨਿੰਗ ਬਣਾਈ ਗਈ ਸੀ। ਟਾਸਕ ਫੋਰਸ 2-2000 ਤੇ 5-5000 ਦੇ ਗੁੰਡੇ ਖਰੀਦ ਕੇ ਮਾਝੇ ਮਾਲਵੇ ਤੋਂ ਲਿਆਂਦੇ ਗਏ ਸੀ ਤੇ ਜਿਨ੍ਹਾਂ ਨੂੰ ਸਾਡੇ ਤੇ ਹਮਲਾ ਕਰਿਆ। ਇੱਕ ਬੰਦੇ ਨੂੰ 40 ਬੰਦਿਆਂ ਨੇ ਖਿੱਚ ਕੇ ਅੰਦਰ ਗਏ, ਕੁੱਟਿਆ। ਤੇ ਇੱਕ ਭੈਣ ਮੇਰੀ ਮਾਵਾਂ ਨੂੰ, ਭੈਣਾਂ ਨੂੰ ਕੁੱਟਣ ਲਈ 25 ਜਨਾਨੀਆਂ ਕਿਰਾਏ 'ਤੇ ਲਿਆ ਕੇ ਦਿਹਾੜੀ ਤੇ ਕਟਾਇਆ ਗਿਆ। ਬਾਹਾਂ ਤੋੜੀਆਂ ਗਈਆਂ, ਲੱਤਾਂ ਤੋੜੀਆਂ ਗਈਆਂ ਤੇ ਸਿੰਘਾਂ ਨੂੰ ਜ਼ਖਮੀ ਕੀਤਾ ਗਿਆ। ਹੁਣ ਕਿਹੜੀ ਜਗੀਰ ਕੌਰ ਸਤਿਕਾਰ ਕਮੇਟੀ ਦੇ ਖਿਲਾਫ ਬਿਆਨ ਦੇ ਰਹੀ ਹੈ ਕਿ ਬਕਵਾਸ ਕਰ ਰਹੀ ਆ ਕਿ ਸਤਿਕਾਰ ਕਮੇਟੀਆਂ ਬਣਾਈਆਂ ਨਹੀਂ। ਸਾਨੂੰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਬਣਾਏ ਹੋਏ ਆ, ਕਿਸੇ ਜਗੀਰ ਕੌਰ ਦੇ ਨਹੀਂ ਬਣਾਏ ਹੋਏ ਤੇ ਕਿਸੇ ਖਰੀਦੇ ਜਥੇਦਾਰ ਹਰਪ੍ਰੀਤ ਦੇ ਨਹੀਂ ਬਣਾਏ ਹੋਏ। ਅਸੀਂ ਸ਼੍ਰੀ ਅਕਾਲ ਤਖਤ ਨੂੰ ਸਮਰਪਿਤ ਹਾਂ। ਸ਼੍ਰੀ ਅਕਾਲ ਤਖਤ ਦੇ ਕਿਹੜੇ ਹੁਕਮਨਾਮੇ ਨੇ, ਅਕਾਲ ਤਖਤ ਦੀ ਮਰਜ਼ਾਦਾ ਪੂਰੀ ਕੌਮ 'ਚ ਲਾਗੂ ਕਰਾਉਂਦੇ ਰਹਾਂਗੇ। ਕਿੰਨਾ ਚਿਰ ਸਾਡੇ ਜੇ ਵਿਸ਼ਵਾਸ ਚੱਲਦੇ ਨੇ, ਇਹ ਮਰਜ਼ਾਦਾ ਲਾਗੂ ਕਰਾਉਂਦੇ ਰਹਾਂਗੇ। ਨਾ ਸਾਨੂੰ ਜਗੀਰ ਕੌਰ ਦਾ ਡਰ ਹੈ, ਨਾ ਸਾਨੂੰ ਇਹ ਕਿਹੜਾ ਖੌਫਤੀ ਜਥੇਦਾਰ ਬਾਦਲਾਂ ਦਾ ਬਣਾਇਆ ਹਰਪ੍ਰੀਤ, ਨਾ ਸਾਨੂੰ ਇਹਦੇ ਤੋਂ ਡਰ ਲੱਗਦਾ ਹੈ। ਇਹਨਾਂ ਕਿਹੜੇ 328 ਸਰੂਪਾਂ ਦੀ ਨਰਾਦਰੀ ਕਰਾਈ, ਉਹ ਕਿੱਥੇ 328 ਸਰੂਪ ਨੇ? ਜਿਹੜੇ 450 ਸਰੂਪ ਦੀ ਬਾਹਰ ਜਾ ਕੇ ਕੈਨੇਡਾ ਦੀ ਧਰਤੀ ਤੇ ਬੇਦਬੀ ਕਰਾਈ ਆ, ਉਹ ਕਿੱਥੇ ਹੈਗੇ ਨੇ? ਕਿਹੜੇ ਹੁਣ ਇੱਥੇ ਆ ਇਹਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਸੰਗਰੂਰ ਜ਼ਿਲ੍ਹੇ ਵਿੱਚ ਬੇਦਬੀ ਹੋਈ ਆ। ਇਹ ਅਸੀਂ ਕਿੱਥੇ ਵੀ ਗੁਰੂ ਦੀ ਨਰਾਦਰੀ ਹੋਵੇਗੀ, ਖਾਲਸਾ ਪੰਥ ਉੱਥੇ ਜਾਵੇਗਾ। ਇਹਨਾਂ ਤੋਂ ਸਾਨੂੰ ਕੋਈ ਮਨਜ਼ੂਰੀ ਲੈਣ ਦੀ ਸ਼੍ਰੋਮਣੀ ਕਮੇਟੀ ਤੋਂ ਇਹੋ ਜਿਹੇ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਦੇ। ਕਿਦੋਂ ਖਾਲਸਾ ਉਹ ਕਹਿੰਦੇ ਸਿੱਖਾਂ ਦੀਆਂ ਜਿਹੜੇ ਉੱਥੇ ਮੰਨਦੇ ਨੇ ਉਹਨਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਉਹ ਸਿੱਖ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਦੇ ਵਿੱਚ ਪਰਿਵਰਤਿਤ ਹੋ ਜਾਂਦੇ। ਦੇਖੋ, ਸਾਡਾ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲਾਂ ਸਾਨੂੰ ਮਰਜ਼ਾਦਾ ਦਰਜ ਕਰਾ ਗਿਆ 1699 ਵਿੱਚ। ਜਿਹੜੀ ਮਰਜ਼ਾਦਾ ਖਾਲਸੇ ਪੰਥ ਨੂੰ ਲਾਗੂ ਕਰਾ ਗਿਆ ਕਲਗੀਧਰ ਪਾਤਸ਼ਾਹ, ਖਾਲਸਾ ਪੰਥ ਉਸੇ ਮਰਜ਼ਾਦਾ ਤੇ ਪਹਿਰਾ ਦੇ ਰਿਹਾ ਹੈ। ਅਸੀਂ ਵੱਧ ਤੋਂ ਵੱਧ ਪ੍ਰਚਾਰ ਕਰਕੇ ਸਿੱਖ ਧਰਮ ਨਾਲ ਜੋੜਾਂਗੇ। ਅਸੀਂ ਇਹ ਚਾਹੁੰਦੇ ਆਰਐਸਐਸ ਦੇ ਏਜੰਟ ਨੇ ਸਾਰੇ, ਤੇ ਆਰਐਸਐਸ ਨੂੰ ਵਿੱਚ ਲਿਆ ਕੇ ਤੇ ਅਸੀਂ ਪੰਥ ਵਿੱਚ ਰਲਾ ਗੋਬਾ ਕਰੀਏ। ਕਿੰਨਾ ਚਿਰ ਖਾਲਸਾ ਪੰਥ ਜਿੰਦਾ ਹੈ, ਇਹਨਾਂ ਦੀ ਇੱਕ ਨਹੀਂ ਚੱਲਣ ਦੇਵੇਗਾ। ਇਹ ਧਾਰਮਿਕ ਇਮਾਰਤਾਂ ਵੀ ਤਾਂ ਹੀ ਢਵਾ ਰਹੇ ਨੇ। ਇੱਥੇ ਰਾਮ ਦੀਆਂ ਇੱਟਾਂ ਲਵਾਈਆਂ ਜਾ ਰਹੀਆਂ ਨੇ, ਗੁਰੂ ਨਾਨਕ ਸ਼ਾਹੀ ਇੱਟਾਂ ਪਟਾ ਕੇ ਬਾਹਰ ਸੱਟੀਆਂ ਜਾ ਰਹੀਆਂ ਨੇ ਤੇ ਆਪਣੇ ਰਾਮ ਦੀਆਂ ਇੱਟਾਂ ਲਵਾਈਆਂ ਜਾ ਰਹੀਆਂ ਨੇ। ਕੋਈ 50 ਸਾਲਾਂ ਨੂੰ ਉਹ ਬਿਲਡਿੰਗ ਢਾਊਗਾ ਤੇ ਇੱਥੇ ਲੋਕੀ ਕਹਿਣਗੇ ਰਾਮ ਦਾ ਥਾਂ ਸੀ, ਰਾਮ ਦਾ ਮੰਦਿਰ ਹੈ। ਇਹ ਬਿਲਕੁਲ ਅਸੀਂ ਖਾਲਸਾ ਪੰਥ ਦੇ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇੱਥੇ ਕਲਗੀਧਰ ਪਾਤਸ਼ਾਹ ਦਾ ਸਥਾਨ ਆ, ਗੁਰੂ ਰਾਮਦਾਸ ਜੀ ਦਾ ਸਥਾਨ ਹੈ, ਗੁਰੂ ਰਾਮਦਾਸ ਰਹੇਗਾ। ਵਿਰਾਸਤੀ ਇਮਾਰਤ ਵਿੱਚ ਖੜੇ ਆ, ਮੈਨੂੰ ਤੁਹਾਨੂੰ ਜ਼ਰੂਰ ਕੈਮਰੇ 'ਚ ਜ਼ਰੂਰ ਦਿਖਾਇਆ ਜਾਵੇ। ਇਸ ਵਿਰਾਸਤੀ ਮਾਰਗ ਦੇ ਵਿੱਚ ਸਾਡੇ ਸੁਣਨ 'ਚ ਆਇਆ ਸੀ ਕਿ 18 ਤੋਂ 20 ਰੁੱਖ ਸੀਗੇ ਲੱਗੇ। ਅੱਜ ਜੇ ਗੱਲ ਕਰੀਏ ਤਾਂ ਆਪਾਂ ਇੱਥੇ ਖੜੇ ਆ, ਮੈਨੂੰ ਲੱਗਦਾ ਜੇ ਸੂਰਜ ਸਾਹਮਣੇ ਆ, ਬੱਦਲ ਨਾ ਹੋਵੇ ਤਾਂ ਇੱਥੇ ਖੜਿਆ ਜਾ ਸਕਦਾ। ਬਿਲਕੁਲ ਇਹਨਾਂ ਗੁੰਮਰਾਹ ਕੀਤਾ। ਪਹਿਲੀ ਗੱਲ ਤਾਂ ਇਹਨਾਂ ਸਭ ਤੋਂ ਵੱਡਾ ਇੱਥੇ ਬੁੱਤ ਲਵਾਏ। ਸਾਡੇ ਗੁਰੂ ਘਰ ਦਾ ਮਰਜ਼ਾਦਾ ਭੰਗ ਕਰਨੀ ਚਾਹੁੰਦਾ ਸੀ। ਲੋਕਾਂ ਨੂੰ ਅਲਚਾਰ ਦਾਸ ਨੇ ਇੱਥੇ ਅਸੀਂ ਮੋਰਚਾ ਲਾਇਆ, 8 ਦਿਨ ਰਾਤ ਦਿਨ ਇੱਥੇ ਬੈਠੇ ਰਹੇ। ਤੁਸੀਂ ਉਦੋਂ ਵੀ ਕਵਰਿੰਗ ਕੀਤੀ, 8 ਦਿਨ ਬੈਠੇ ਰਹੇ। ਬਾਅਦ ਵਿੱਚ ਸਰਕਾਰਾਂ ਜਾਗੀਆਂ ਤੇ ਬੁੱਟ ਪਟਾਏ ਗਏ। ਇਹਨਾਂ ਤੇ ਲਚਾਰਾਂ ਦਾ ਅੱਡਾ ਬਣਾ ਦੇਣ, ਇਹ ਇਹਨਾਂ ਦੀ ਵੱਸ ਹੋਵੇ ਨਾ, ਇੱਥੇ ਬਹੁਤ ਕੁਝ ਬਣਾ ਦੇਣ। ਭੈਣ ਜੀ, ਇਹ ਦਾ ਕੋਈ ਪ੍ਰਬੰਧ ਹੈਗਾ? ਕੁਛ ਨਹੀਂ ਪ੍ਰਬੰਧ ਹੈਗਾ। ਸਿਰਫ ਇੱਥੇ ਗਰਮੀ ਆ, ਲੋਕਾਂ ਨੇ ਮੈਟ ਕਿੰਨਾ ਅਰਬਾਂ ਖਰਬਾਂ ਦਾ ਪ੍ਰਬੰਧ ਹੈ। ਇੱਥੇ ਪੂਰੇ ਮੈਟ ਇਸ ਤਰੀਕੇ ਨਾਲ ਵਿਛ ਜਾਣ, ਸੰਗਤਾਂ ਨੂੰ ਕਦੋਂ ਸਿਆਲ ਹੋਵੇ ਤੇ ਧੁੱਪ ਆਵੇ ਤੇ ਅੱਜ ਕੱਲ੍ਹ ਇੱਥੇ ਪੂਰੀ ਛਾਂ ਹੋਵੇ।
ਇਹਨਾਂ ਕੱਖ ਨਹੀਂ ਕਰਿਆ, ਬਸ ਇਹ ਸਾਰਾ ਪੈਸਾ ਆਪਦੇ ਜੇਬਾਂ 'ਚ ਹੜੱਪ ਕੇ ਪਾ ਰਹੇ ਆ ਤੇ ਆਪਣੀਆਂ ਉਹ ਤਾਂ ਜੋੜਾ ਘਰ ਬਣਾ ਰਹੇ ਤੁਸੀਂ ਕਹਿ ਰਹੇ ਹੋ ਹੜੱਪ ਕੇ ਪਾ ਰਹੇ ਨੇ, ਉਹ ਤਾਂ ਜੋੜਾ ਘਰ ਬਣਾ ਕੇ ਦੇ ਰਹੇ ਨੇ। ਵੇਖੋ ਜੋੜਾ ਘਰ ਪਿੱਛੇ ਬਹੁਤ ਬਣੇ ਹੋਏ, ਪਰ ਉੱਥੇ ਵਿਰਾਸਤੀ ਇਮਾਰਤਾਂ ਢਾਹ ਕੇ ਥੱਲੇ ਸਾਡੀਆਂ ਕਿਨੇ ਵਿਰਾਸਤੀ ਬਿਲਡਿੰਗਾਂ ਢਾਹ ਕੇ ਜੋੜਾ ਘਰ ਨਹੀਂ ਬਣਾਏ ਜਾਂਦੇ, ਹੋਰ ਬੜੀ ਥਾਂ ਹੈਗੀ ਆ। ਪਹਿਲੇ ਨਾ 350 ਕਿੱਲਾ ਅੱਜ ਦੱਸਿਆ ਵਕੀਲ ਸਾਹਿਬ ਨੇ, 350 ਕਿੱਲਾ ਹੜੱਪ ਗਏ ਨੇ ਇੱਥੇ ਆਸੇ ਪਾਸੇ ਹੀ, ਤੇ ਉਹ ਖਾ ਗਏ ਨੇ ਤੇ ਇਹ ਵੀ ਖਾ ਜਾਣਗੇ। ਇਹਨਾਂ ਦੇ ਵੱਡਿਆਂ ਨੇ ਕਿਹੜੇ ਆ, ਬਾਦਲ ਦਲ ਨੇ ਲਿਖ ਕੇ ਦਿੱਤਾ ਕਿਹੜਾ ਇੱਥੇ ਪਾਸੇ ਬਣਾਇਆ ਨਾ ਗਲਿਆਰੇ ਬਣੇ ਆ, ਇਹਨਾਂ ਨੇ ਲਿਖਤੀ ਆ ਫੈਸਲੇ ਨੇ ਬਣੇ ਨੇ, ਜੇ ਏਡੇ ਸੌ ਹੁੰਦੇ ਉਹਦੇ ਨਾਲ ਬਣਾਉਂਦੇ ਆ। ਹੁਣ ਇਹ ਢਾਹ ਰਹੇ, ਅਸੀਂ 4 ਅਗਸਤ ਨੂੰ ਆਪਣੇ ਬੰਡਾਲਾ ਸਾਹਿਬ ਨੇ ਐਲਾਨ ਕੀਤਾ, ਦਾਸ ਨੇ ਵੀ ਕਿਹਾ ਵੀ ਅਸੀਂ ਪਹੁੰਚਾਂਗੇ, ਲਾਜ਼ਮੀ ਸਾਡੀਆਂ ਆਪਣੀਆਂ ਸ਼ਹਾਦਤਾਂ ਹੋਣ, ਕੁਛ ਵੀ ਗੁਰੂ ਰਾਮਦਾਸ ਨੂੰ ਭਾਵੇ ਇਹ ਕਰਾਂਗੇ ਜੀ। ਆਜੋ ਇੱਕ ਵਾਰੀ ਅਸੀਂ ਗੱਲ ਕਰਦੇ ਹਾਂ, ਜਿਹੜੀ ਖਾਸ ਗੱਲ ਇੱਥੇ ਆਈ ਹੈਗੀ ਹੈ ਕਿ ਇੱਥੇ ਬਹੁਤ ਸਮੇਂ ਤੋਂ ਸਿੱਖ ਸੰਗਤਾਂ ਜਿਹੜੀਆਂ ਮੌਜੂਦ ਤਾਂ ਹੈਗੀਆਂ ਨੇ ਵਿਰਾਸਤੀ ਮਾਰਗ ਦੇ ਵਿੱਚ। ਭਾਈ ਰਣਜੀਤ ਸਿੰਘ ਖਾਲਸਾ ਹੁਣੀ ਵੀ ਇੱਥੇ ਬਹੁਤ ਲੰਬੇ ਸਮੇਂ ਤੋਂ ਹੈਗੇ ਨੇ। ਭਾਈ ਰਣਜੀਤ ਸਿੰਘ ਜੀ, ਇਹ ਵਿਰਾਸਤੀ ਇਮਾਰਤ ਦੀ ਮਾਰਗ ਦੀ ਅਸੀਂ ਹੁਣੇ ਗੱਲ ਕੀਤੀ ਹੈ, ਇਸ ਵਿਰਾਸਤੀ ਮਾਰਗ ਦੇ ਲਈ ਕਦੇ ਕੋਈ ਛਾਂ ਦਾ ਪ੍ਰਬੰਧ ਕਰਨ ਦੀ ਵੀ ਕਿਸੇ ਨੇ ਕੋਸ਼ਿਸ਼ ਕੀਤੀ ਹੈ? ਕਿਉਂਕਿ 18 ਤੋਂ 20 ਰੁੱਖ ਇਸ ਮਾਰਗ ਦੇ ਵਿੱਚ ਲੱਗੇ ਹੋਏ ਸੀਗੇ ਜਿਹੜੇ ਪੁੱਟ ਦਿੱਤੇ ਗਏ। ਅੱਜ ਜੇ ਸੰਗਤਾਂ ਲੰਘਦੀਆਂ ਨੇ, ਬੜੀਆਂ ਸਹੂਲਤਾਂ ਦੀ ਗੱਲ ਕਰਦੇ ਹਾਂ, ਸਿੱਖ ਸੰਗਤਾਂ ਨੂੰ ਸਹੂਲਤਾਂ ਚਾਹੀਦੀਆਂ ਨੇ, ਪਰ ਰੁੱਖ ਕੋਈ ਬਾਹਲੇ ਮਹਿੰਗੇ ਤਾਂ ਨਹੀਂ ਕਦੀ ਕਿਸੇ ਨੇ ਤਹਈਆ ਕਰਨ SGPC ਨੂੰ ਕਿਹਾ ਹੋਵੇ, ਜਾਂ SGPC ਵੱਲੋਂ ਜਾਂ ਕਿਸੇ ਪੰਥਕ ਦਲ ਦੇ ਵੱਲੋਂ ਕਦੀ ਰੁੱਖ ਲਾਉਣ ਦੀ ਕੋਸ਼ਿਸ਼ ਕੀਤੀ ਗਈ? ਦੇਖੋ, ਜੇ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲੇ ਬਾਬੇ ਚਾਹੁਣ ਤਾਂ ਦਰਬਾਰ ਸਾਹਿਬ ਨੂੰ ਆਉਣ ਵਾਲੀਆਂ ਜਿੰਨੀਆਂ ਸੜਕਾਂ ਆ ਉਹ ਸੋਨੇ ਦੀਆਂ ਵੀ ਬਣ ਸਕਦੀਆਂ ਆ, ਪਰ ਸ਼੍ਰੋਮਣੀ ਕਮੇਟੀ ਉਹ ਬਾਦਲਾਂ ਦੀ ਭਗਤੀ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋ ਚੁੱਕੀ ਆ। ਉਹਨਾਂ ਨੂੰ ਸੰਗਤ ਦੇ ਵਾਸਤੇ ਜਾਂ ਹੋਰ ਜਿਹੜੇ ਕਾਰਜ ਆ ਉਹਨਾਂ ਨੂੰ ਕੋਈ ਲੋੜ ਨਹੀਂ। ਉਹਨਾਂ ਨੂੰ ਤੇ ਇਹ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਘਪਲੇ ਆ ਉਹ ਕੀਤੇ ਜਾ ਸਕਦੇ ਆ। ਹੁਣ ਇੱਥੇ ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਦੀ ਜਿਹੜੀ ਲੋੜ ਆ, ਪਰ ਉਹ ਜਿਹੜੀਆਂ ਸੇਵਾਵਾਂ ਆ ਉਹ ਅੱਜ ਦਾ ਇਕੱਠ ਵੀ ਜੇ ਅਸੀਂ ਦੇਖਦੇ ਹਾਂ, ਸਿੱਖ ਸੰਗਤਾਂ ਦਾ ਹੀ ਇਕੱਠ ਹੈ। ਹਾਲਾਂਕਿ ਸਾਡੇ ਗੁਰੂ ਸਾਹਿਬਾਨ ਦੇ ਮੁਤਾਬਕ ਚਾਹੇ ਕੋਈ ਦੁਸ਼ਮਣ ਹੋਵੇ ਚਾਹੇ ਕੋਈ ਦੋਸਤ ਹੋਵੇ, ਸਾਰਿਆਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਂਦਾ ਹੈ। ਭਾਈ ਕਨਈਆ ਜੀ ਤੋਂ ਜੇ ਅਸੀਂ ਲੈਂਦੇ ਹਾਂ ਸਿੱਖਿਆ, ਤੇ ਅੱਜ ਵੀ ਬੜੀ ਗਰਮੀ ਰਹੀ ਹੈ ਇੱਥੇ। ਜੇ ਕਿਤੇ 1-2 ਰੁੱਖ ਹੁੰਦੇ ਤਾਂ ਇੱਥੇ ਇਸ ਜਗ੍ਹਾ ਤੇ ਪਹਿਲਾਂ ਰੁੱਖ ਜ਼ਰੂਰ ਮੌਜੂਦ ਸੀਗੇ, ਤਾਂ ਸਿੱਖ ਸੰਗਤਾਂ ਨੂੰ ਕਿੰਨੀ ਕੁ ਸਹੂਲਤ ਹੁੰਦੀ, ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਨੂੰ ਜਾ ਰਹੀਆਂ ਨੇ ਉਹਨਾਂ ਨੂੰ ਕਿੰਨੀ ਕੁ? ਦੇਖੋ, ਜੇ ਬਾਦਲਾਂ ਦੀ ਰੈਲੀ ਹੁੰਦੀ ਤਾਂ ਇੱਥੋਂ ਹੋ ਸਕਦਾ ਸ਼੍ਰੋਮਣੀ ਕਮੇਟੀ ਰਾਤੋਂ ਰਾਤ ਜਿਹੜੇ ਰੁੱਖ ਆ ਉਹ ਵੀ ਲਗਾ ਦਿੰਦੀ। ਸੋ ਇਹਨਾਂ ਤੋਂ ਸਾਨੂੰ ਜਿਹੜੀ ਕੋਈ ਆਸ ਆ ਉਹ ਨਹੀਂ ਕਰਨੀ ਚਾਹੀਦੀ, ਕੋਈ ਆਸ ਰਹੀ ਵੀ ਨਹੀਂ ਆ। ਤੁਸੀਂ ਕਰੋਗੇ ਇਹਦੇ ਲਈ ਕੁਝ? ਦੇਖੋ, ਅਸੀਂ ਆਪਣੀ ਸਮਰੱਥਾ ਅਨੁਸਾਰ ਜੋ ਕਰ ਸਕਦੇ ਹਾਂ ਉਸ ਤੋਂ ਵੱਧ ਕੇ ਕਰ ਰਹੇ ਹਾਂ। ਜੋ ਸਾਡੀ ਸਮਰੱਥਾ ਆ ਨਾ, ਅਸੀਂ ਜੋ ਕਰ ਸਕਦੇ ਹਾਂ ਉਸ ਤੋਂ ਕਿਤੇ ਵੱਧ ਕੇ ਕਰ ਰਹੇ ਹਾਂ। ਤੇ ਬਾਕੀ ਗੁਰੂ ਸਾਹਿਬ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀਆਂ ਸੇਵਾਵਾਂ ਆ ਉਹ ਲਾਈਆਂ ਹੋਈਆਂ। ਜਿਹੜੀਆਂ ਜਥੇਬੰਦੀਆਂ ਇਸ ਖੇਤਰ ਦੇ ਵਿੱਚ ਸੇਵਾ ਕਰ ਸਕਦੀਆਂ ਰੁੱਖ ਲਗਾਉਣ ਦੇ ਵਿੱਚ, ਉਹ ਵੀ ਆਪਣਾ ਫਰਜ਼ ਨਿਭਾ ਲੈਣ। ਅਸੀਂ ਸ਼ਹੀਦ ਸਿੰਘਾਂ ਦਾ ਜਿਹੜਾ ਇਤਿਹਾਸ ਸਾਂਭਣ ਦੀ ਜਿਹੜੀ ਸੇਵਾ ਆ ਉਹ ਨਿਭਾ ਰਹੇ ਹਾਂ। ਪਿੰਡਾਂ ਸ਼ਹਿਰਾਂ ਦੇ ਵਿੱਚ ਜਾਈਦਾ, ਤਕਰੀਬਨ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਘੁੰਮੀਦਾ, ਉਸ ਖੇਤਰ ਦੇ ਵਿੱਚ ਅਸੀਂ ਡਟੇ ਹੋਏ ਹਾਂ। ਤੇ ਜੇਕਰ ਸੰਗਤਾਂ ਸਾਥ ਦੇਣ ਤੇ ਹੋ ਸਕਦਾ ਅਸੀਂ ਇਸ ਖੇਤਰ ਦੇ ਵਿੱਚ ਵੀ ਜਿਹੜੀਆਂ ਸੇਵਾਵਾਂ ਆ ਉਹ ਨਿਭਾ ਲਈਏ। ਪਰ ਜਿੰਨੇ ਨੰਨੀ ਸ਼ਾਹ ਹਰਸਿਮਰਤ ਕੌਰ ਨੇ ਜਿਹੜੀ ਲਹਿਰ ਸ਼ੁਰੂ ਕੀਤੀ ਸੀ, ਉਹਦਾ ਫਰਜ਼ ਬਣਦਾ ਨਾ ਕਿ ਉਹ ਕਹਿੰਦੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੂਟੇ ਆ ਉਹ ਵੰਡੇ ਆ, ਤੇ ਦਰਬਾਰ ਸਾਹਿਬ ਦੇ ਆਸੇ-ਪਾਸੇ ਤਾਂ ਕੋਈ ਜਿਹੜੀ ਹਰਿਆਲੀ ਆ ਉਹ ਨਹੀਂ ਦਿਸ ਰਹੀ। ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਸੀਂ ਆ ਜਿਹੜੇ ਰੁੱਖ ਨੇ ਇਹ ਦਿਖ ਰਹੇ ਨੇ, ਹੈ ਨਾ, ਕਹਿੰਦੇ ਅਸੀਂ ਇਹ ਲਗਵਾਏ। ਦੇਖੋ, ਕੋਈ ਵਿਰਲੇ ਰੁੱਖ ਲਗਾਏ ਹੋਣਗੇ, ਇਹ ਸਜਾਵਟੀ ਰੁੱਖ ਜੀ ਇਹ ਜਿਹੜੇ ਹੈਗੇ ਆ ਨਾਰਮਲ ਆ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਬਾਕੀ ਉਹਨੇ ਇੱਥੇ ਪੁਰਾਤਨਤਾ ਜਿਹੜੀ ਖਤਮ ਕਰਕੇ ਆ ਜਿਹੜਾ ਨਵੀਨੀਕਰਨ ਆ ਤੇ ਭਗਵਾਂਕਰਨ ਆ ਉਹ ਇੱਥੇ ਕਰ ਦਿੱਤਾ ਹੋਇਆ ਸੁਖਬੀਰ ਬਾਦਲ ਨੇ। ਆ ਤੁਸੀਂ ਦੇਖ ਸਕਦੇ ਹੋ ਕਿ ਆ ਸਾਰਾ ਭਗਵਾਂਕਰਨ ਕੀਤਾ ਹੋਇਆ ਦਰਬਾਰ ਸਾਹਿਬ ਦੇ ਆਲੇ ਦੁਆਲੇ। ਪਰ ਜਿਹੜੇ ਗੁਰੂ ਸਾਹਿਬ ਜੀ ਨੇ ਇੱਥੇ ਜਿਹੜੇ ਮੋਚੀ ਬਿਠਾਏ ਸੀ, ਜਿਹੜੇ ਭਗਤ ਰਵਿਦਾਸ ਜੀ ਦੇ ਨਾਲ ਜਿਹੜੇ ਸੰਬੰਧਿਤ ਜਿਹੜਾ ਭਾਈਚਾਰਾ ਆ, ਉਹ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਰੱਖਿਆ ਹੋਇਆ ਸੀ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੁਆਤ ਨੀਚ, ਨਾਨਕ ਤਿਨ ਕਿਆ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਗੁਰੂ ਸਾਹਿਬ ਜੀ ਨੇ ਬੜੀ ਮਹਾਨਤਾ ਜਿਹੜੀ ਸਾਨੂੰ ਦਰਸਾਈ ਸੀ ਕਿ ਜਿੱਥੇ ਨੀਚ ਸੰਭਾਲੀ ਤਿੱਥੇ ਨਜ਼ਰ ਤੇਰੀ ਬਖਸ਼ੀਸ। ਪਰ ਅੱਜ ਉਹ ਦਰਬਾਰ ਸਾਹਿਬ ਦੇ ਆਸੇ-ਪਾਸੇ ਜਿਹੜੀਆਂ ਮੋਚੀ ਦੀਆਂ ਦੁਕਾਨਾਂ ਹੁੰਦੀਆਂ ਸੀ ਉਹ ਅੱਜ ਕਿੱਥੇ ਗਈਆਂ। ਸੋ ਮੈਂ ਇਹ ਕਹਿ ਰਿਹਾ ਕਿ ਇਹਨਾਂ ਨੇ ਜਿਹੜੀ ਸਾਡੀ ਪੁਰਾਤਨਤਾ ਖਤਮ ਕਰਕੇ ਨਵੀਨੀਕਰਨ ਦੇ ਨਾਂ ਤੇ ਬਹੁਤ ਕੁਝ ਐਸਾ ਕਰ ਦਿੱਤਾ ਆ ਜੋ ਕੁਝ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀਆਂ ਵਿਰਾਸਤਾਂ ਨੂੰ ਹੜੱਪਣ ਤੇ ਲੱਗੇ ਹੋਏ ਆ। ਤੇ ਬਾਕੀ ਜਿਹੜੀ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਗੁੰਡਾ ਫੋਰਸ ਆ, ਟਾਸਕ ਫੋਰਸ ਆ, ਜਦੋਂ ਬੇਅਦਬੀਆਂ ਦੀ ਆਪਾਂ ਗੱਲ ਕਰ ਰਹੇ ਸੀ, ਅੱਜ ਵੀ ਬੇਅਦਬੀਆਂ ਦੀ ਗੱਲ ਹੋਈ, ਤਾਂ ਜਦੋਂ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਹੁੰਦੀਆਂ ਉਦੋਂ ਇਹਨਾਂ ਦੀ ਜਿਹੜੀ ਗੁੰਡਾ ਫੋਰਸ ਆ, ਟਾਸਕ ਫੋਰਸ ਆ, ਉਹ ਕਿੱਥੇ ਚਲੀ ਜਾਂਦੀ ਹੈ? ਜਦੋਂ ਇੱਥੇ ਕੋਈ ਵੀ ਦਰਬਾਰ ਸਾਹਿਬ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਪੰਥ ਦੋਖੀਆਂ ਵੱਲੋਂ,
ਤੇ ਉਦੋਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਕਿਤੇ ਨਹੀਂ ਦਿਸਦੀ। ਆ ਥੋੜੇ ਦਿਨ ਪਹਿਲਾਂ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪ੍ਰਕਰਮਾਂ ਦੇ ਵਿੱਚ ਆ ਕੇ ਪੂਰਾ ਜਿਹੜਾ ਹੁੜਦੰਗ ਹੈ ਉਹ ਮਚਾਇਆ। ਕਾਂਗਰਸੀਆਂ ਨੇ ਉੱਥੇ ਜਿਹੜੀ ਹੁੱਲੜਬਾਜੀ ਉਹ ਕੀਤੀ, ਪਰ ਉਦੋਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਗੁੰਡਾ ਫੋਰਸ ਸੀ ਉਹ ਕਿਹੜੀਆਂ ਖੁੱਡਾਂ ਦੇ ਵਿੱਚ ਵੜ ਗਈ ਸੀ। ਜਦੋਂ ਕੋਈ ਗੁਰਸਿੱਖ ਜਾਂ ਪੰਥ ਪ੍ਰਸਤ ਗੁਰਸਿੱਖ ਉਹ 328 ਪਾਵਨ ਸਰੂਪਾਂ ਦਾ ਹਿਸਾਬ ਮੰਗਦੇ ਆ, ਜਾਂ ਘੱਲੂ ਘਾਰੇ ਤੇ ਸਿੱਖ ਨੌਜਵਾਨ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਆਉਂਦੇ ਆ, ਤੇ ਉਦੋਂ ਇਹਨਾਂ ਦੀ ਜਿਹੜੀ ਗੁੰਡਾ ਫੋਰਸ ਆ ਉਹਨਾਂ ਦੇ ਸਿਰ ਦੇ ਵਿੱਚ ਡਾਂਗਾ ਮਾਰਦੀ ਏ, ਉਹਨਾਂ ਨੂੰ ਕਿਰਪਾਨਾਂ ਦੇ ਨਾਲ ਜ਼ਖਮੀ ਕੀਤਾ ਜਾਂਦਾ ਆ। ਪਰ ਜਦੋਂ ਹੁਣ ਲਗਾਤਾਰ ਥਾਂ ਦੇ ਉੱਤੇ ਜਿਹੜੀਆਂ ਬੇਅਦਬੀਆਂ ਆ ਉਹ ਹੋ ਰਹੀਆਂ ਤੇ ਗੁੰਡਾ ਫੋਰਸ ਇਹਨਾਂ ਦੀ ਕਿੱਥੇ ਆ? ਮੈਂ ਸ਼੍ਰੋਮਣੀ ਕਮੇਟੀ ਨੂੰ ਸਲਾਹ ਵੀ ਦੇਣਾ ਚਾਹੁੰਦਾ ਕਿ ਜਿਵੇਂ ਤੁਸੀਂ ਪੰਥ ਪ੍ਰਸਤ ਗੁਰਸਿੱਖਾਂ ਨੂੰ ਜਾਂ ਬਾਦਲ ਦਲ ਦੇ ਵਿਰੋਧੀਆਂ ਨੂੰ ਮਾਰਨ ਵਾਸਤੇ ਕੁੱਟਣ ਵਾਸਤੇ ਆ ਗੁੰਡਾ ਫੋਰਸ ਬਣਾਈ ਹੋਈ ਨਾ, ਇਸ ਤਰ੍ਹਾਂ ਦੀ ਇੱਕ ਫੋਰਸ ਹੋਰ ਵੀ ਬਣਾਓ। ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਫੋਰਸ ਆ ਉਹ ਬਣੇ, ਸਿੱਖ ਫੋਰਸ ਚਾਹੇ ਉਹਦਾ ਨਾਮ ਹੋਵੇ, ਕਿ ਜਿਹੜਾ ਵੀ ਬੰਦਾ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਦਾ ਆ ਉਹਦੇ ਜਿਹੜੇ ਹੱਥ ਆ ਉਹਦੇ ਜਿਹੜੇ ਗੁੱਟ ਆ ਉਹ ਵੱਢ ਦਿੱਤੇ ਜਾਣੇ ਚਾਹੀਦੇ ਆ, ਤੇ ਇਸੇ ਤਰ੍ਹਾਂ ਜਿਹੜੀਆਂ ਬੇਅਦਬੀਆਂ ਆ ਉਹ ਬੰਦ ਹੋਣੀਆਂ। ਇੱਕ ਹੋਰ ਵੀ ਬਿਆਨ ਆਇਆ ਹੈ ਜਥੇਦਾਰ ਸਾਹਿਬ ਵੱਲੋਂ ਜਾਂ ਬਾਕੀ ਜਿਹੜੀ ਸੰਗਤ ਉੱਥੇ ਸੀਗੀ, ਜਿਹੜੇ ਮੌਜੂਦ ਸੀਗੇ ਪੰਥਕ ਇਕੱਠ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਹੀ ਇਸ 'ਤੇ ਕਾਰਵਾਈ ਕਰੇ, ਕਿਉਂਕਿ ਆਜ਼ਾਦ ਹਸਤੀ ਹੈ। ਜਿਵੇਂ ਭਾਈ ਰਾਮ ਸਿੰਘ ਜੀ ਸਿੰਘਪੁਰਾ ਤੋਂ ਸੀਗੇ, ਉਹਨਾਂ ਨੇ ਵੀ, ਗਿਆਨੀ ਰਾਮ ਸਿੰਘ ਨੇ ਵੀ ਇਹੀ ਕਿਹਾ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਕਹਿਣ ਤਾਂ ਅਸੀਂ ਆਪਣੀ ਜਾਨ ਵੀ ਦੇਣ ਨੂੰ ਹਾਜ਼ਰ ਹਾਂ। ਕੀ ਕਹਿਣਾ ਹੈ ਤੁਹਾਨੂੰ? ਕੀ ਲੱਗਦਾ ਹੈ ਕਿ ਹੁਣ ਗਿਆਨੀ ਜਥੇਦਾਰ ਸਾਹਿਬ ਜਿਹੜੇ ਨੇ ਉਹ ਆਜ਼ਾਦ ਹਸਤੀ ਹੋ ਕੇ ਖੁਦ ਫੈਸਲਾ ਲੈਣਗੇ? ਦੇਖੋ, ਉਹ ਬੰਦੇ ਸਾਰੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ, ਚਾਹੇ ਜਿਹੜੇ ਹੋਰ ਆ, ਉਹ ਤਕਰੀਬਨ ਬਾਦਲਾਂ ਦੇ ਚਾਪਲੂਸ ਹੀ ਆ। ਬਾਕੀ ਉੱਥੇ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਨੇ ਬੜੇ ਧੜੱਲੇ ਦੇ ਨਾਲ ਜਿਹੜੀ ਆਵਾਜ਼ ਆ ਉਹ ਬੁਲੰਦ ਕੀਤੀ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਪਰ ਇਹਨਾਂ ਬਾਦਲ ਦਲੀਆਂ ਤੋਂ ਸਾਨੂੰ ਕੋਈ ਆਸ ਨਹੀਂ ਆ। ਹੁਣ ਉੱਥੇ ਗੱਲ ਕੀਤੀ ਗਈ ਆ ਕਿ ਜਿਹੜਾ ਵੀ ਬੇਅਦਬੀ ਕਰਦਾ ਆ ਉਹਨੂੰ ਸਿੱਖ ਰਵਾਇਤਾਂ ਅਨੁਸਾਰ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਉੱਥੇ ਗੱਲ ਕਹੀ, ਪਰ ਜਿਨ੍ਹਾਂ ਨੌਜਵਾਨਾਂ ਨੇ ਸਿੱਖ ਰਵਾਇਤਾਂ ਦੇ ਅਨੁਸਾਰ ਦੋਸ਼ੀਆਂ ਨੂੰ ਸਜ਼ਾ ਦਿੱਤੀ, ਕੀ ਕਦੀ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਜਾਂ ਤਖਤਾਂ ਦੇ ਜਥੇਦਾਰਾਂ ਨੇ ਉਹਨਾਂ ਦੀ ਸਾਰ ਲਈ? ਪਿਛਲੇ ਸਮੇਂ ਦੇ ਵਿੱਚ ਰਾਜਸਥਾਨ ਦੇ ਵਿੱਚ ਸੂਰਜਮੁਨੀ ਆਸਾਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਆ ਉਹ ਕੀਤੀ। ਭਾਈ ਗੁਰਸੇਵਕ ਸਿੰਘ ਧੂਰਕੋਟ, ਭਾਈ ਨਗਿੰਦਰ ਸਿੰਘ ਸਹਿਣਾ ਤੇ ਭਾਈ ਨਿਰਮਲ ਸਿੰਘ ਖਰਲੀਆਂ ਨੇ ਉਹ ਸੂਰਜਮੁਨੀ ਦਾ ਜਿਹੜਾ ਅਸਾਦ ਦਾ ਜਿਹੜਾ ਸਿਰ ਵੱਢ ਦਿੱਤਾ। ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਾਲਾ ਜਿਹੜਾ ਇਤਿਹਾਸ ਦੁਹਰਾਇਆ, ਮੱਸੇ ਰੰਗੜ ਵਾਂਗ ਉਹਦਾ ਜਿਹੜਾ ਸਿਰ ਵੱਢ ਦਿੱਤਾ। ਕੀ ਅੱਜ ਤੱਕ ਸ਼੍ਰੋਮਣੀ ਕਮੇਟੀ ਜਾਂ ਤਖਤਾਂ ਦੇ ਜਥੇਦਾਰਾਂ ਨੇ ਉਹਨਾਂ ਤਿੰਨਾਂ ਗੁਰਸਿੱਖਾਂ ਦੀ ਜਿਹੜੀ ਸਾਰ ਆ ਉਹ ਲਈ? ਇਸੇ ਤਰ੍ਹਾਂ ਭਾਈ ਮਨਦੀਪ ਸਿੰਘ ਕੁੱਬੇ, ਉਹ ਇੱਕ ਥਾਣੇ ਵਿੱਚ ਜਾ ਕੇ ਇੱਕ ਭਈਏ ਨੂੰ ਗੋਲੀ ਮਾਰਦਾ, ਜਿਹੜਾ ਭਈਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਸੀ, ਕਦੀ ਉਹਨਾਂ ਦੀ ਸਾਰ ਨਹੀਂ ਲਈ ਗਈ। ਹਜੇ ਕੱਲ੍ਹ ਦੀ ਗੱਲ ਆ ਕਿ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਅਤੇ ਭਾਈ ਨਿਹਾਲ ਸਿੰਘ ਪਟਿਆਲਾ ਨੂੰ, ਜਸਪ੍ਰੀਤ ਸਿੰਘ ਨੂੰ ਸਰਕਾਰ ਨੇ ਉਮਰ ਕੈਦ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ। ਕੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਜਿਹੜੀ ਕਦੀ ਸਾਰ ਆ ਉਹ ਲਈ? ਸੋ ਅਸੀਂ ਸਮਝਦੇ ਹਾਂ ਕਿ ਨੌਜਵਾਨਾਂ ਨੂੰ ਤੇ ਭੜਕਾਉਣਾ ਚਾਹੁੰਦੇ ਆ, ਨੌਜਵਾਨਾਂ ਨੂੰ ਤੇ ਕਹਿੰਦੇ ਆ ਕਿ ਤੁਸੀਂ ਆਹ ਕਰਦੇ ਹੋ ਉਹ ਕਰਦੇ ਹੋ, ਪਰ ਜਦੋਂ ਨੌਜਵਾਨ ਆਪਣਾ ਪੰਥਕ ਫਰਜ਼ ਸਮਝ ਕੇ ਉਹ ਕੁਝ ਕਰਦੇ ਆ ਤੇ ਕੀ ਸ਼੍ਰੋਮਣੀ ਕਮੇਟੀ ਦਾ ਫਰਜ਼ ਨਹੀਂ ਬਣਦਾ ਕਿ ਉਹਨਾਂ ਦੀ ਸਾਰ ਲਈ ਜਾਵੇ? ਤੇ ਹੋਰ ਵੀ ਜਿਹੜਾ ਕੋਈ ਪੰਥ ਦਾ ਕੋਈ ਕਾਰਜ ਕਰਦਾ ਆ, ਸ਼੍ਰੋਮਣੀ ਕਮੇਟੀ ਆਪਣੇ ਆਪ ਉਹਨੂੰ ਸਨਮਾਨ ਨਹੀਂ ਕਰਦੀ। ਜੇ ਕੋਈ ਆਸੇ-ਪਾਸਿਓਂ ਪੰਥਕ ਜਥੇਬੰਦੀਆਂ ਦਬਾਅ ਬਣਾ ਕੇ ਜਾਂ ਦੇਸ਼ ਵਿਦੇਸ਼ ਦੀ ਕੋਈ ਸੰਗਤ ਦਬਾਅ ਬਣਾਵੇ ਜਾਂ ਇੱਥੇ ਇਹਨਾਂ ਨੂੰ ਲੱਗੇ ਕਿ ਹਾਂ ਇਹ ਸਨਮਾਨ ਕਰਨ ਦੇ ਵਿੱਚ ਬਾਦਲਾਂ ਨੂੰ ਜਿਹੜਾ ਕੁਝ ਮਿਲ ਸਕਦਾ ਆ, ਇਹਨਾਂ ਦੀ ਜਿਹੜੀ ਵੋਟ ਨੀਤੀ ਆ ਉਹ ਮਜ਼ਬੂਤ ਹੋ ਸਕਦੀ ਆ, ਫਿਰ ਭਾਵੇਂ ਇਹ ਕਿਸੇ ਗੁਰਸਿੱਖ ਨੂੰ ਸਨਮਾਨ ਕਰ ਦੇਣ। ਪਿਛਲੇ ਸਮੇਂ ਦੀ ਗੱਲ ਆ ਕਿ ਜਿਹਨੇ ਬਾਈਬਲ ਕਲਾਂ ਕੋਟਕਪੂਰਾ ਦੇ ਵਿੱਚ ਜਿਸ ਅਫਸਰ ਨੇ ਗੋਲੀ ਚਲਾਈ, ਉਮਰਾ ਨੰਗਲ ਨੂੰ ਇੱਥੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਸਨਮਾਨਿਤ ਆ ਉਹ ਕੀਤਾ ਗਿਆ। ਪਰ ਜਿਹੜੇ ਗੁਰਸਿੱਖਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸੋਧਿਆ, ਕੀ ਕਦੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਸਨਮਾਨਿਤ ਆ ਉਹ ਕੀਤਾ ਗਿਆ? ਸੋ ਕਦੀ ਵੀ ਨਹੀਂ ਇਹਨਾਂ ਨੇ ਕਰਨਾ। ਸੋ ਅਸੀਂ ਸਮਝਦੇ ਹਾਂ ਸਾਨੂੰ ਇਹਨਾਂ ਤੋਂ ਕੋਈ ਬਹੁਤੀ ਆਸ ਹੀ ਨਹੀਂ ਹੈਗੀ। ਸੋ ਇੱਥੇ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਨੇ ਜਿਨ੍ਹਾਂ ਨੇ ਕਿਸਾਨੀ ਮੋਰਚੇ ਦੇ ਵਿੱਚ ਵੀ ਬੜਾ ਵੱਡਾ ਅਹਿਮ ਰੋਲ ਨਿਭਾਇਆ ਹੈਗਾ। ਔਰ ਜੇ ਅਸੀਂ ਗੱਲ ਕਰਦੇ ਹਾਂ ਤਾਂ ਲਾਲ ਕਿਲ੍ਹੇ ਦੇ ਉੱਪਰ ਝੰਡਾ ਲਹਿਰਾਉਣ ਵਾਲੇ ਹਾਲਾਂਕਿ ਕੇਸ ਵੀ ਚੱਲ ਰਿਹਾ ਹੈਗਾ, ਜ਼ਮਾਨਤ ਤੇ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਅੱਜ ਇੱਥੇ ਪੰਥਕ ਇਕੱਠ ਵਿੱਚ ਸ਼ਾਮਿਲ ਹੋਏ ਨੇ, ਜਿਹੜਾ ਇਲਾਕੇ ਤੋਂ ਇਹ ਸ਼ਾਮਿਲ ਹੋਏ ਨੇ ਉਹ ਇਲਾਕਾ ਕਾਫੀ ਸੁਹਿਰਦ ਹੈਗਾ, ਕਾਫੀ ਮਸਲਿਆਂ ਨੂੰ ਜਿੰਨੇ ਵੀ ਮਸਲੇ ਉੱਠਦੇ ਨੇ ਉਹਨਾਂ ਨੂੰ ਲੈ ਕੇ। ਜੁਗਰਾਜ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ, ਤੁਸੀਂ ਅੱਜ ਇੱਥੇ ਪੰਥਕ ਇਕੱਠ ਵਿੱਚ ਸ਼ਾਮਿਲ ਹੋਏ ਹੋ, ਇਮਾਰਤਾਂ ਵਿਰਾਸਤੀ ਨਿਕਲੀਆਂ ਨੇ, ਉਹਨਾਂ ਦੇ ਬਾਰੇ 'ਚ ਗੱਲਬਾਤ ਕੀਤੀ ਗਈ। ਭਾਈ ਬਲਦੇਵ ਸਿੰਘ ਵਡਾਲਾ ਹੋਣਾ ਨੇ ਪਹਿਲੇ ਦਿਨ ਤੋਂ ਜਾ ਕੇ ਉੱਥੇ ਮੋਰਚਾ ਜੇ ਅਸੀਂ ਕਹਿ ਲਈਏ ਲਗਾਇਆ ਸੀਗਾ। ਕੀ ਲੱਗਦਾ ਆ ਕਿ 4 ਅਗਸਤ ਨੂੰ ਭਾਈ ਸਾਹਿਬ ਫੇਰ ਜਾ ਰਹੇ ਨੇ, SGPC ਕਿਤੇ
ਉਹਨਾਂ ਇਮਾਰਤਾਂ ਨੂੰ ਬਚਾਊਗੀ? ਕਿਉਂਕਿ ਕਹਿ ਤਾਂ ਉਹੀ ਰਹੇ ਨੇ ਕਿ ਅਸੀਂ ਬਚਾਵਾਂਗੇ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਐਸਜੀਪੀਸੀ ਬਚਾਊਗੀ ਜਾਂ ਭਾਈ ਬਲਦੇਵ ਸਿੰਘ ਵਡਾਲਾ ਨੂੰ ਜਾਂ ਸਿੱਖ ਸੰਗਤਾਂ ਨੂੰ ਜਾ ਕੇ ਖੁਦ ਮੋਰਚਾ ਲਾਉਣਾ ਪਏਗਾ? ਵੇਖੋ ਜੀ, ਵਡਾਲਾ ਸਾਹਿਬ ਭਾਈ ਬਲਦੇਵ ਸਿੰਘ ਜੀ ਤੇ ਜਿਵੇਂ ਭਾਈ ਰਣਜੀਤ ਸਿੰਘ ਜੀ ਨੇ ਬਹੁਤ ਵਧੀਆ ਸੁਝਾਅ ਦਿੱਤੇ ਆ। ਵੇਖੋ 4 ਤਰੀਕ ਦਾ ਉਹਨਾਂ ਨੇ ਫਿਰ ਡੇਟ ਫਿਕਸ ਕੀਤੀ ਆ ਮੋਰਚੇ ਵਾਸਤੇ। ਵੇਖੋ ਸੰਗਤਾਂ ਨੂੰ ਇਹੀ ਅਪੀਲ ਆ ਕਿ ਸੰਗਤਾਂ ਉੱਥੇ ਜਾ ਕੇ ਭਾਈ ਵਡਾਲਾ ਸਿੰਘ ਜੀ ਨਾਲ ਸਾਥ ਦੇਣ। ਤੇ ਐਸਜੀਪੀਸੀ ਦੇ ਵੇਖੋ ਜੋ ਉਹਨਾਂ ਦਾ ਪਹਿਲਾਂ ਤੋਂ ਹੀ ਗੁੰਡਾਗਰਦੀ ਹੈਗੀ ਆ, ਉਹ ਤਾਂ ਵੇਖੋ ਪਹਿਲਾਂ ਉਹਨਾਂ ਨੇ ਸਨਮਾਨਿਤ ਕੀਤਾ, ਤੁਸੀਂ ਗੁੰਡਾਗਰਦੀ ਕਹਿ ਰਹੇ ਹੋ। ਗੁੰਡਾਗਰਦੀ ਵੇਖੋ ਜੀ ਉਹ ਕੀਤੀ ਹੈ ਸਾਹਮਣੇ ਉਹਨੇ ਵਡਾਲਾ ਸਾਹਿਬ ਦੇ ਨਾਲ ਉਦਣ ਵੇਖੋ ਉਹਨਾਂ ਨੇ ਜਿਵੇਂ ਹੱਥ ਚੁੱਕਿਆ ਹੈ ਬਜ਼ੁਰਗਾਂ ਦੇ ਉੱਪਰ। ਮੈਂ ਸਨਮਾਨ ਕੀਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਜਿਵੇਂ ਉਹਨਾਂ ਨੇ ਮੇਰਾ ਜਿੰਨਾ ਵੀ ਕੀਤਾ, ਜੋ ਵੀ ਕੀਤਾ, ਬਹੁਤ ਵਧੀਆ। ਬਾਕੀ ਜਿਹੜੀਆਂ ਇਮਾਰਤਾਂ ਨੂੰ ਲੈ ਕੇ, ਪੁਰਾਣੀਆਂ ਵਿਰਾਸਤਾਂ ਨੂੰ ਲੈ ਕੇ ਸੰਭਾਲਣ ਦੀ ਗੱਲ ਆ, ਉਹ ਸਾਂਭਣੀਆਂ ਚਾਹੀਦੀਆਂ ਵਾ, ਸਗੋਂ ਢਾਉਣੀਆਂ ਨਹੀਂ ਚਾਹੀਦੀਆਂ। ਤੁਹਾਡੇ ਨਾਲ ਹੁਣ ਸਿੱਖ ਸੰਗਤਾਂ, ਕਿਉਂਕਿ ਤੁਹਾਡਾ ਵੀ ਬੜਾ ਵੱਡਾ ਰੋਲ ਸੀਗਾ, ਤੁਹਾਡੇ ਨਾਲ ਸਿੱਖ ਸੰਗਤਾਂ ਕਿੰਨੀਆਂ ਕੁ ਜੁੜੀਆਂ ਹੋਈਆਂ ਨੇ, ਕਿੰਨੀਆਂ ਕੁ ਤੁਹਾਡੇ ਪਰਿਵਾਰਕ ਮਸਲੇ ਨੇ? ਕਿਉਂਕਿ ਜਦੋਂ ਬੰਦਾ ਘਰ ਤੋਂ ਚਲੇ ਜਾਂਦਾ ਹੈ ਫਿਰ ਬੜਾ ਅੱਗੇ ਪਿੱਛੇ ਤੁਸੀਂ ਰਹੇ ਵੀ ਹੋ, ਮਗਰ ਬੜੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ। ਤੁਹਾਡੇ ਨਾਲ ਵੀ ਕੋਈ ਪੰਥਕ ਜਥੇਬੰਦੀ ਐਸਜੀਪੀਸੀ ਖੜੇ ਹੋਏ ਨੇ ਹੁਣ ਤੱਕ? ਅਜੇ ਤੱਕ ਤੇ ਕੋਈ ਨਹੀਂ ਜੀ। ਅਜੇ ਤੱਕ ਤਾਂ ਦਲ ਖਾਲਸਾ ਵਾਲੇ ਮੇਰੇ ਨਾਲ ਨੇ, ਵਕੀਲ ਸਾਹਿਬ ਮੇਰੇ ਨਾਲ ਨੇ। ਉਧਰ ਦੀ ਅਸੀਂ ਕਾਰਵਾਈ ਜੋ ਵੀ ਆ ਅਸੀਂ ਉਧਰ ਦੀ ਕਰ ਰਹੇ ਹਾਂ। ਅੱਜ ਫੇਰ ਸਵੇਰੇ ਸੋਮਵਾਰ ਨੂੰ ਅਸੀਂ ਫੇਰ ਉੱਥੇ ਜਾ ਰਹੇ ਹਾਂ। ਸ਼ਨੀਵਾਰ ਤੋਂ ਉੱਥੋਂ ਮੈਂ ਪਹਿਲਾਂ ਫੇਰ ਆਇਆ ਵਾਂ। ਇਹ ਇੱਕ ਜ਼ਮਾਨਤ ਦੀ ਅਸੀਂ ਦੇ ਕੇ ਫੇਰ ਅਸੀਂ ਹੁਣ ਸੋਮਵਾਰ ਨੂੰ ਫੇਰ ਪੰਕਜ ਅਰੋੜਾ ਸਾਹਿਬ ਨੇ ਬੁਲਾਇਆ, ਫੇਰ ਉੱਥੇ ਅਸੀਂ ਜਾ ਰਹੇ ਹਾਂ। ਆਪਣੇ ਇੱਧਰ ਦਾ ਵੀ ਕਰ ਰਹੇ ਹਾਂ ਸੰਗਤਾਂ ਦੇ ਨਾਲ, ਇੱਧਰ ਦਾ ਵੀ ਸਾਥ ਦੇ ਰਹੇ ਹਾਂ, ਕਿਸਾਨੀ ਮੋਰਚੇ ਦਾ ਵੀ ਸਾਥ ਦੇ ਰਹੇ ਹਾਂ। ਤੁਹਾਡੇ ਵਕੀਲ ਦਾ ਜਿਹੜਾ ਖਰਚਾ ਸੀਗਾ ਉਹ ਤਾਂ ਨਹੀਂ ਦੇਣਾ ਪੈ ਰਿਹਾ? ਉਹ ਕਿੱਦੇ ਵੱਲੋਂ ਕੀਤਾ ਜਾ? ਉਹ ਜੀ ਮੇਰੇ ਵੱਲੋਂ ਤਾਂ ਨਹੀਂ ਉਹਨਾਂ ਨੇ ਕੁਝ ਵੀ ਲਿਆ। ਜੋ ਵੀ ਕਰ ਰਹੇ ਉਹ ਕਰ ਰਹੇ ਵੀ ਅਸੀਂ ਸੇਵਾ ਹੀ ਕਰਨੀ ਹੈ। ਜੋ ਤੁਸੀਂ ਸੇਵਾ ਕੀਤੀ ਆ ਅਸੀਂ ਵੀ ਤੁਹਾਡੀ ਸੇਵਾ ਹੀ ਕਰ ਰਹੇ ਹਾਂ। ਉਹਨਾਂ ਨੇ ਮੇਰੇ ਤੋਂ ਕੁਝ ਨਹੀਂ ਲਿਆ ਜੀ। ਬਸ ਇਹੀ ਹੈ ਕਿ ਤੁਹਾਡਾ ਜਿਹੜਾ ਵਕੀਲ ਹੈ ਤੁਹਾਡਾ ਕੇਸ ਲੜ ਰਹੇ ਨੇ, ਔਰ ਕੀ ਲੱਗਦਾ ਹੈ ਹੁਣ ਕਦੋਂ ਕੁ ਤੱਕ ਇਹ ਕੇਸ ਸੁਲਝਣ ਦੀ ਆਸ ਹੈ? ਵੇਖੋ ਜੀ, ਇਹ ਤਾਂ ਹਲੇ ਜਿੰਨਾ ਚਿਰ ਸੰਘਰਸ਼ ਚੱਲੇਗਾ ਉਹਨਾਂ ਤੇ ਕੇਸ ਚੱਲਣਗੇ। ਅੱਗੋਂ ਮਹਾਰਾਜ ਦੀ ਕਿਰਪਾ ਵੇਖੋ ਬਰੀ ਹੋ ਜੇ ਕੱਲ ਨੂੰ। ਇਹਦੇ ਵਿੱਚ ਕੁਝ ਹੈ ਨਹੀਂ, ਦੋ ਰਾਏ ਸ਼ਾਸਤਰਨ ਗਏ ਨਹੀਂ, ਕਿਸੇ ਦੇ ਕਹਿਣ ਤੇ ਗਏ ਨਹੀਂ। ਉਹਨਾਂ ਨੂੰ ਵੀ ਸਾਰਾ ਕੁਝ ਦੀਂਦਾ ਵਾ ਵੀ ਇਹਦੇ ਵਿੱਚ ਕੁਝ ਹੈ ਨਹੀਂ। ਤੁਸੀਂ ਜਾਣਦੇ ਹੋ ਤੁਹਾਨੂੰ ਡਰਾਉਣ ਧਮਕਾਉਣ ਦੀ ਕੋਈ ਕੋਸ਼ਿਸ਼ ਤਾਂ ਨਹੀਂ ਕੀਤੀ ਜਾਂਦੀ, ਜਾਂ ਬੜੇ ਪਿਆਰ ਨਾਲ ਹੀ ਪੁੱਛਿਆ ਜਾਂਦਾ? ਨਹੀਂ ਜੀ, ਉਹਨਾਂ ਨੇ ਬਿਲਕੁਲ ਪਿਆਰ ਨਾਲ ਪੁੱਛਿਆ ਆਪਾਂ ਨੂੰ। ਅਸੀਂ ਵੀ ਉਹਨਾਂ ਨੂੰ ਬਿਲਕੁਲ ਸੱਚਾਈ ਦੱਸੀ ਆ। ਹਾਂਜੀ, ਪਿਆਰ ਨਾਲ ਹੀ ਉਹਨਾਂ ਨੇ ਪੁੱਛਿਆ, ਪਿਆਰ ਨਾਲ ਹੀ ਅਸੀਂ ਉਹਨਾਂ ਨੂੰ ਦੱਸਿਆ। ਹੁਣ ਜਿਹੜਾ 4 ਅਗਸਤ ਵਾਲਾ ਪ੍ਰੋਗਰਾਮ ਹੈਗਾ ਆ, ਉਹਦਾ ਤੁਸੀਂ ਕਿੱਦਾਂ ਦੇਖਦੇ ਹੋ ਕਿ ਐਸਜੀਪੀਸੀ ਨੂੰ ਮੰਨ ਜਾਣਾ ਚਾਹੀਦਾ ਹੈ ਕਿ ਜਾਂ ਭਾਈ ਬਲਦੇਵ ਸਿੰਘ ਵਡਾਲਾ ਜਾਣ ਜ਼ਰੂਰੀ? ਨਹੀਂ ਜੀ, ਇਹਨਾਂ ਨੂੰ ਜਾਣਾ ਵੀ ਚਾਹੀਦਾ। ਡੇਟ ਫਿਕਸ ਕੀਤੀ ਹੋਈ ਆ। ਸੰਗਤਾਂ ਨੂੰ ਵੀ ਪਤਾ ਲੱਗਦਾ ਵੀ ਅਸੀਂ ਜਾਣਾ ਵਾ। ਬਾਕੀ ਉਹਨਾਂ ਨੂੰ ਵੀ ਇਹਨਾਂ ਦੇ ਨਾਲ ਸਹਿਮਤ ਹੋ ਗਏ, ਚਾਹੇ ਆਪਣੇ ਆਪ ਹੀ ਉਹ ਪੁਰਾਣੀਆਂ ਵਿਰਾਸਤਾਂ ਨੂੰ ਸਾਂਭਣ ਦੀ ਕੋਸ਼ਿਸ਼ ਕਰਨ, ਕਿਉਂਕਿ ਆਉਣ ਵਾਲੀ ਜਿਹੜੀ ਨਸਲ ਆ ਉਹ ਵੇਖ ਸਕਣ ਵੀ ਜੋ ਸਾਡੇ ਪਹਿਲੇ ਗੁਰੂ ਸਾਹਿਬਾਂ ਨੇ ਇਹ ਪੁਰਾਣੀਆਂ ਵਿਰਾਸਤਾਂ, ਚਾਹੇ ਇੱਥੇ ਕੀ ਕੀਤਾ, ਭਗਤੀ ਕੀਤੀ ਹੈ, ਚਾਹੇ ਰੁਕੇ ਨੇ, ਕੁਝ ਵੀ ਕੀਤਾ ਹੈ, ਉਹਨਾਂ ਨੂੰ ਲੈ ਕੇ ਇਹ ਜ਼ਰੂਰ ਸਾਂਭਣੀਆਂ ਚਾਹੀਦੀਆਂ ਵਾ ਪੁਰਾਣੀਆਂ ਵਿਰਾਸਤਾਂ। ਜਦੋਂ ਤੁਸੀਂ ਜਾਂਦੇ ਹੋ, ਦਿੱਲੀ ਵੀ ਜਾਂਦੇ ਹੋ, ਸਾਡਾ ਇੱਕ ਹੋਰ ਸਵਾਲ ਉਹਦੇ ਨਾਲ ਜੁੜਦਾ ਹੈ, ਤਾਂ ਫਿਰ ਉਦੋਂ ਤੁਹਾਡਾ ਖਰਚਾ ਕੌਣ ਦਿੰਦਾ ਹੈ ਕਿ ਜਾਂ ਆਪਣੇ ਕੋਲੋਂ ਹੀ ਪੇ ਕਰਕੇ ਜਾਂਦੇ? ਨਹੀਂ ਜੀ, ਇਹ ਦਲ ਖਾਲਸਾ ਵਾਲੇ ਹੀ ਕਰਦੇ ਨੇ ਜੀ। ਹਾਂਜੀ, ਉਹੀ ਕਰਦੇ। ਸੋ ਬਾਖੂਬੀ ਜਿਹੜਾ ਜੁਗਰਾਜ ਸਿੰਘ ਹੈ ਉਹਦਾ ਪੰਥਕ ਜਥੇਬੰਦੀਆਂ ਜਿਹੜੀਆਂ ਸਾਥ ਵੀ ਜ਼ਰੂਰ ਦੇ ਰਹੀਆਂ, ਤੇ ਅੱਜ ਇਹ ਪੰਥਕ ਜਥੇਬੰਦੀਆਂ ਦਾ ਸਾਥ ਦੇਣ ਦੇ ਲਈ ਇੱਥੇ ਪਹੁੰਚੇ ਨੇ ਸਿੱਖ ਹੋਣ ਦੇ ਨਾਮ ਤੇ। ਔਰ ਇੱਥੇ ਆ ਕੇ ਜਿਹੜਾ ਵਿਰਾਸਤੀ ਇਮਾਰਤਾਂ ਜਿਹੜੀਆਂ ਨਿਕਲੀਆਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਨੇ। ਸਿੱਖ ਸੰਗਤਾਂ ਦਾ ਜਿਹੜਾ ਇੱਥੇ ਐਲਾਨ ਹੋਇਆ ਹੈ, ਇਹ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਥੇ ਪਹੁੰਚੇ ਹੋਏ ਨੇ। ਹੁਣ ਆਉਣ ਵਾਲਾ ਸਮਾਂ ਜੀ। ਇੱਕ ਸਵਾਲ ਹੋਰ, ਜੈਸੇ ਵੇਖੋ ਜੀ, ਜਿਵੇਂ ਵਡਾਲਾ ਸਾਹਿਬ ਪਿਆਰ ਨਾਲ ਸੰਗਤਾਂ ਨੂੰ ਕਹਿ ਰਹੇ ਨੇ ਵੀ ਕਿਸੇ ਤੋਂ ਪਹਿਲਾਂ ਨਹੀਂ ਕਿਸੇ ਦੇ ਹੱਥ ਚੁੱਕਣਾ, ਚਾਹੇ ਕੋਈ ਸ਼ਬਦ ਨਹੀਂ ਬੋਲਣਾ, ਉਵੇਂ ਵੀ ਐਸਜੀਪੀਸੀ ਨੂੰ ਚਾਹੀਦਾ ਵੀ ਸੰਗਤਾਂ ਦੇ ਉੱਪਰ ਜੋ ਵੀ ਵਡਾਲਾ ਸਾਹਿਬ ਦੀ ਸੰਗਤ ਆ, ਗੁਰੂ ਦੀ ਸੰਗਤ ਆ, ਗੁਰੂ ਰਾਮਦਾਸ ਦੀ, ਨਹੀਂ ਵੀ ਕਰਨਾ ਚਾਹੀਦਾ। ਜਿਹੜੇ ਵੀ ਸੁਝਾਅ ਆਵੇ ਪਿਆਰ ਨਾਲ ਬਹਿ ਕੇ ਸੁਝਾਅ ਦੇਣੇ ਚਾਹੀਦੇ ਉਹਨਾਂ ਨੇ ਵੀ। ਬਾਕੀ ਜੋ ਵੀ ਇਹਨਾਂ ਦਾ ਵਡਾਲਾ ਸਾਹਿਬ ਦਾ ਧੰਨਵਾਦ ਕਰ ਰਹੇ ਹਾਂ, ਜਿਨ੍ਹਾਂ ਨੇ 4 ਅਗਸਤ ਨੂੰ ਕੀਤਾ ਵਾ, ਤੇ ਉੱਥੇ ਜ਼ਰੂਰ ਪਹੁੰਚਣਾ ਸੰਗਤਾਂ ਨੂੰ ਵੱਧ ਚੜ੍ਹ ਕੇ।
ਸੋ ਕਹਿਣਾ ਇਹੀ ਹੈ ਭਾਈ ਜੁਗਰਾਜ ਸਿੰਘ ਹੁਣਾਂ ਦਾ ਵੀ ਕਿ 4 ਅਗਸਤ ਵਾਲਾ ਜਿਹੜਾ ਪ੍ਰੋਗਰਾਮ ਹੈ ਉਸ ਦਿਨ ਐਸਜੀਪੀਸੀ ਅਤੇ ਭਾਈ ਬਲਦੀਪ ਸਿੰਘ ਵਡਾਲਾ ਜੀ ਨੂੰ ਬੈਠ ਕੇ ਜਿਹੜੀ ਗੱਲਬਾਤ ਕਰ ਲੈਣੀ ਚਾਹੀਦੀ ਹੈ ਤਾਂ ਜੋ ਕੋਈ ਵਿਚਲਾ ਹਾਲ ਜਿਹੜਾ ਉਹ ਨਿਕਲ ਸਕੇ। ਵਿਰਾਸਤੀ ਇਮਾਰਤ ਜਿਹੜੀ ਆ ਉਸ ਨੂੰ ਬਚਾਉਣ ਦੇ ਲਈ ਜਿਹੜਾ ਇੰਨਾ ਵੱਡਾ ਤਹਈਆ ਕੀਤਾ ਹੈਗਾ ਆ ਔਰ ਉਹਨਾਂ ਇਮਾਰਤਾਂ ਨੂੰ ਜਿਹੜਾ ਬਚਾਇਆ ਜਾ ਸਕੇ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ, ਅੰਮ੍ਰਿਤਸਰ ਤੋਂ।